जी बाबे किदा हाल चाल सारे ठीक ठाक हो किदा हालत बाबे थोड़ियां जियां ना बिगड़ियां जियां बर्दाश्त करो एरकां दी वारी ना थोड़ा औखा जिहा होया केड़ा यार बड़े आवाज़ ठीक है बस बस आया वो तो आपां नूं चाहीदा हुंदा ना आवाज़ दा पहला आपां नूं चाहीदा हुंदा भी आवाज़ ठीक होवे। हाँ जी एस के बंटी साहब भुपिंदर सिंह चावला साहब बेदवान साहब जयदीप सिंह मनु बलिंग साहब कितना साहब चढ़दी कला बाबिओ ठीक ठाक हो। गिल साहब चढ़दी कला साहब आनंद मंगल बने आ ते लोड तुहानू ਵੇਖ ही लिया होना वा भी लोड अपना थोड़ा ना उत्थे ट्रक टेढ़ा होने का करके हो गया ही थोड़ा जिहा डाउन पर वो चलो उन्होंने ला लिया वा ते हुण उत्थों ला के ते हुण आपां दूजी कंपनी दे विच आ गए जिथों चक्कना वा। ਹੁਣ ਤੁਹਾਡੇ ਨਾਲ ਥੋੜੀਆਂ ਗੱਲਾਂ ਬਾਤਾਂ ਮਾਰਨ ਤੋਂ ਬਾਅਦ ਫਿਰ ਬੈਂਸ ਸਾਹਿਬ ਚੜ੍ਹਦੀ ਕਲਾ ਆਨੰਦ ਮੰਗਲ ਕਿਰਪਾ ਗੁਰੂ ਸਾਹਿਬ ਦੀ। ਇੱਕ ਪਤਾ ਗੱਲ ਕੀ ਹੁੰਦੀ ਹੈ ਨਾ ਇਹ ਆਪੋ ਆਪਣਾ ਵਿਚਾਰਧਾਰਾ ਹੁੰਦੀ ਨਾ ਜਿਹੜੀ ਸਾਡੀ ਵਿਚਾਰਧਾਰਾ ਵਾ ਸਾਡਾ ਜੇ ਕੋਈ ਨੁਕਸਾਨ ਹੁੰਦਾ ਵਾ ਤੇ ਜਾਂ ਕੋਈ ਫਾਇਦਾ ਹੁੰਦਾ ਤਾਂ ਅਸੀਂ ਸ਼ੁਕਰਾਨਾ ਸੱਚੇ ਪਾਤਸ਼ਾਹ ਦਾ ਹੀ ਕਰਨਾ ਹੁੰਦਾ। ਤੇ ਉਦਣ एक वो लोड ही जो लोड थोड़ा जहा ना खराब लद्या ही क्योंकि ਜਿਹੜੀਆਂ पैलट अगे चाहिए ही वो पिछे कर दिते ਜਿਹੜੇ पिछे चाहिए अगे कर दिते वो रस्ते ਦੇ ਵਿੱਚ ਜਦੋਂ ਆਪਾਂ ਫਿਰ ਪਾਇਆ ਹਿੱਸਾ ਦਵਾਂਗੇ ਬਾਬੇ ਤੁਹਾਨੂੰ ਜ਼ਰੂਰ। ਤੇ ਉੱਥੇ ਜੋ ਰਸਤੇ ਦੇ ਵਿੱਚ ਆਪਾਂ ਟੋ ਕਰਾਇਆ ਟਰੱਕ ਉਦੋਂ ਕਿਤੇ ਉਹ ਸਾਈਡ ਤੇ ਹੋ ਗਿਆ ਚਲੋ ਬਾਕੀ ਕੋਈ ਜੁਰਮਾਨਾ ਨਹੀਂ ਕੀਤਾ ਉਹਨਾਂ ਨੇ ਪੇਪਰ ਵਰਕ ਦੇ ਦਿੱਤਾ ਵਧੀਆ ਬਣ ਗਈ ਗੱਲ ਆਪਣੀ। ਉਹ ਬਸ ਅਕਾਲ ਪੁਰਖ ਜਿਹੜਾ ਆਪਣੇ ਨਾਲ ਰਹਿੰਦਾ ਹਰ ਵੇਲੇ ਉਹਦੇ ਨਾਲ ਸਾਡੀ ਬਣਦੀ ਆ ਅਜੇ ਤੱਕ ਬਾਬੇ ਨਾਲ ਨਾ ਤੇ ਜਦੋਂ ਉਹਦੇ ਨਾਲ ਬਣਦੀ ਹੋਵੇ ਤੇ ਫਿਰ ਜ਼ਿਆਦਾ ਬੰਨੇ ਫਾਇਦਾ ਹੀ ਕਰਦਾ ਉਹ ਨੁਕਸਾਨ ਨਹੀਂ ਕਰਦਾ ਕਿਉਂਕਿ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਦੇ। ਹਾਂਜੀ ਨੈਰੀ ਸਾਹਿਬ ਪੈ ਜਾਓ ਪੈਰੀ ਪੈ ਜਾਓ ਪੈਰ ਵੈਸੇ ਲਿਬੜੇ ਆ ਮੇਰੇ ਅੱਜ ਨਾ ਹੀ ਬਹੁਤ ਚੰਗੀ ਗੱਲ ਆ। ਤੇ ਬਾਕੀ ਦੀਪ ਬਾਈ ਦਾ ਇੱਕ ਸੁਨਾਹ ਆਇਆ ਠੀਕ ਠਾਕ ਆ ਚੜ੍ਹਦੀ ਕਲਾ ਚ। ਬਾਕੀ ਆਪਣੇ ਕੁਝ ਹੋਰ ਵੀਰ ਉਹਦੇ ਨਾਲ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਪਰ ਇੱਕ ਤੁਸੀਂ ਬਿਆਨ ਸੁਣਿਆ ਹੋਊਗਾ ਆਪਣੇ ਉਗਰਾਹਾਂ ਸਾਹਿਬ ਦਾ। ਉਗਰਾਹਾਂ ਸਾਹਿਬ ਨੇ ਇੰਨੀ ਗੱਲ ਕਹੀ ਵੀ ਬੈਠਾ ਰੁਲ ਤੂੰ ਮੇਰੇ ਤੇ 307 ਦਾ ਪਰਚਾ ਉਹ ਫੜ ਕੇ ਵਿਖਾ ਲਓ ਤੇ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਦੀਪ ਤੇ ਲੱਖੇ ਦਾ ਅਸੀਂ ਠੇਕਾ ਨਹੀਂ ਲਿਆ। ਆਪਾਂ ਇਹ ਗੱਲ ਮੰਨਦੇ ਆ ਵੀ ਤੁਸੀਂ ਠੇਕਾ ਨਹੀਂ ਲਿਆ ਫਿਰ ਤੁਹਾਡੇ ਜਿਹੜੇ ਕਰਿੰਦੇ ਉਹ ਇੰਨੀ ਗੱਲ ਕਹਿ ਦਿੰਦੇ ਆ ਕਿਵੇਂ ਕਿ ਅਸੀਂ ਤੁਹਾਡਾ ਠੇਕਾ ਲਿਆ ਫਿਰ ਤੁਹਾਡੀ ਸਿਫਤ ਕਰਨ ਦਾ। ਤੁਹਾਡੀ ਜਿਹੜੀ ਤਲਖੀ ਆ ਨਾ ਉਹ ਗਰਾਹਾਂ ਸਾਹਿਬ ਦੀ ਜਿਹੜੀ ਤਲਖੀ ਆ ਉਹ ਤੋਂ ਇਹ ਸਿੱਧ ਹੁੰਦਾ ਕਿ ਤੁਸੀਂ ਇਸ ਵੇਲੇ ਉਸ ਸਟੇਜ ਤੇ ਹੋ ਕਿ ਤੁਹਾਡੀ ਚੁੰਝਲਾਹਟ ਤੁਹਾਡੀ ਘਬਰਾਹਟ ਤੁਹਾਡੀ ਜਿਹੜੀ ਇੱਕ ਤੁਹਾਡੇ ਮਨ ਦੇ ਵਿੱਚ ਇੱਕ ਜਿਹੜਾ ਡਰ ਵਾ ਉਹ ਪੂਰੀ ਤਰ੍ਹਾਂ ਮਤਲਬ ਵੀ ਤੁਹਾਡੇ ਤੇ ਹਾਵੀ ਹੈ ਇਸ ਵੇਲੇ ਕਿਉਂਕਿ ਉਗਰਾਹਾਂ ਸਾਹਿਬ ਤੁਹਾਡੀ ਏਡੀ ਵੱਡੀ ਜਥੇਬੰਦੀ ਹੈ ਤੁਹਾਡਾ ਏਡਾ ਵੱਡਾ ਇਕੱਠ ਹੋਇਆ ਤੁਸੀਂ ਕਈ ਕੁਝ ਕੀਤਾ ਤੁਸੀਂ ਤੁਹਾਡੇ ਚੇਲੇ ਵੀ ਸਾਨੂੰ ਇਕੱਠ ਦੀਆਂ ਦਹਾਈਆਂ ਦਿੰਦੇ ਪਰ ਜਿਹੜੇ ਇਹ ਇਕੱਠ ਆ ਨਾ ਇਹ ਇਕੱਠਾਂ ਦੀਆਂ ਗੱਲਾਂ ਅਸੀਂ ਕਦੀ ਇਕੱਠ ਵੇਖ ਕੇ ਨਹੀਂ ਤੁਰੇ। ਸਾਡੀ ਸਭ ਤੋਂ ਵੱਡੀ ਗੱਲ ਇਹ ਆ ਵੀ ਅਸੀਂ ਕਦੀ ਇਕੱਠ ਵੇਖ ਕੇ ਨਹੀਂ ਤੁਰੇ। 2014 ਦੇ ਵਿੱਚ ਅਸੀਂ 7 ਕਿ 8 ਜਣਿਆਂ ਨੇ ਢੱਡਰੀਆਂ ਵਾਲੇ ਦਾ ਵਿਰੋਧ ਸ਼ੁਰੂ ਕੀਤਾ ਸੀ। ਉਸ ਵਿਰੋਧ ਤੋਂ ਦੇ ਵੇਲੇ ਸਾਨੂੰ ਕੋਈ ਬੰਦਾ 2-2.5 ਬੰਦਾ ਸਾਨੂੰ ਗਾਲ ਕੱਢਦਾ ਹੁੰਦਾ ਸੀ। ਅੱਜ ਅਸੀਂ ਕਦੀ ਗਾਲ ਨਹੀਂ ਕੱਢੀ ਕਿਸੇ ਨੂੰ। ਅੱਜ ਉਹਦੇ ਪੇਜ ਤੇ ਅਸੀਂ ਜਾ ਕੇ ਕਦੀ ਬੋਲੇ ਨਹੀਂ ਵੈਸੇ ਜ਼ਿਆਦਾਤਰ ਅਸੀਂ ਬਲੌਕ ਹੀ ਹੁੰਨੇ ਉਹਦੇ ਪੇਜਾਂ ਤੋਂ ਅੱਜ ਤੱਕ ਉਹਦੇ ਪੇਜ ਦੇ ਉੱਤੇ ਬੋਲੇ ਨਹੀਂ। ਉਸ ਤੋਂ ਬਾਅਦ ਕੁਝ ਹੋਰ ਬੰਦਿਆਂ ਦੁਆਰਾ ਜਿਹੜੀ ਗੱਲਬਾਤ ਕੀਤੀ ਉਦੋਂ ਵੀ ਇਕੱਲਿਆਂ ਨਹੀਂ ਸ਼ੁਰੂ ਕੀਤੀ। ਜੇ ਗੋਲਡੀ ਹੋਣ ਵਾਲਾ ਮਸਲਾ ਚੱਕਿਆ ਸੀ ਤਾਂ ਮੈਂ ਕਿਸੇ ਕੋਲੋਂ ਪੈਸੇ ਲੈ ਕੇ ਨਹੀਂ ਚੱਕਿਆ ਜਾਂ ਕਿਸੇ ਕੋਲ ਹੋਰ ਨਹੀਂ ਉਹ ਬਸ ਇੱਕ ਆਪੇ ਬਣੇ ਰੱਬ ਹੀ ਜਿਹੜੇ ਲੋਕਾਂ ਦੇ ਪੈਸਿਆਂ ਤੇ ਰੱਬ ਬਣੇ ਸੀ ਤੇ ਉਹ ਵੀ ਇਕੱਲੇ ਨਹੀਂ ਚੱਕਿਆ ਸੀ ਤੇ ਬਾਅਦ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ। ਤੇ ਜੇ ਹੁਣ ਅਸੀਂ ਦੀਪ ਨਾਲ ਤੇ ਲੱਖੇ ਨਾਲ ਤੁਰੇ ਆ ਨਾ ਤੇ ਹੁਣ ਅਸੀਂ ਭੀੜ ਵੇਖ ਕੇ ਨਹੀਂ ਤੁਰੇ ਦੀਪ ਲੱਖੇ ਨਾਲ ਨਾ ਭੀੜ ਵੇਖ ਕੇ ਤੁਰਨਾ ਹੀ ਆ। ਜੇ ਭੀੜ ਵੇਖ ਕੇ ਜੇ ਤੁਰਨਾ ਹੁੰਦਾ ਫਿਰ ਤੇ ਅਸੀਂ ਸਰਸੇ ਵਾਲੇ ਦੇ ਪ੍ਰੇਮੀ ਹੁੰਦੇ। ਜੇ ਭੀੜ ਵੇਖ ਕੇ ਤੁਰਨਾ ਹੁੰਦਾ ਫਿਰ ਅਸੀਂ ਕਾਹਦਾ ਸਵਾਮੀ ਹੁੰਦੇ। ਜੇ ਭੀੜ ਵੇਖ ਕੇ ਤੁਰਨਾ ਹੁੰਦਾ ਫਿਰ ਅਸੀਂ ਢੱਡੀਆਂ ਵਾਲੇ ਦੇ ਚੇਲੇ ਹੁੰਦੇ।
ਭੀੜਾਂ ਦੇ ਨਾਲ ਸੱਚਾਈ ਦੇ ਪੈਮਾਨੇ ਨਹੀਂ ਨਾਪੇ ਜਾਂਦੇ, ਇਹ ਗੱਲ ਯਾਦ ਰੱਖਿਓ। ਜਦੋਂ ਆਪਾਂ ਭੀੜ ਵੇਖ ਕੇ ਕਿਸੇ ਸੱਚ ਨੂੰ ਸੱਚ ਸਮਝਣ ਲੱਗ ਜਾਂਗੇ ਨਾ, ਉਦੋਂ ਸੱਚ ਖਤਮ ਹੋ ਜਾਊਗਾ, ਇਹ ਗੱਲ ਯਾਦ ਰੱਖਿਓ। ਹੁਣ ਆਪਣੇ ਧੰਨ ਧੰਨ ਸਤਿਗੁਰੂ ਜੀ ਸਰਸੇ ਵਾਲੇ ਸਾਹਿਬ ਆਪਣੇ ਉਹ ਗਾਉਣ ਡਏ ਆ, ਸਾਜੀਆਂ ਨੂੰ ਇਹ ਪਤਾ ਨਹੀਂਗਾ ਵੀ ਉਹਦੀ ਸੁਰ ਦੇ ਉੱਤੇ ਟਿਊਨ ਕਿਹੜੀ ਵਜਾਉਣੀ ਹੈ। ਸਾਜੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਉਹਦੇ ਸੁਰ ਦੇ ਉੱਤੇ ਟਿਊਨ ਕਿਹੜੀ ਵਜਾਉਣੀ ਆ, ਜਦੋਂ ਉਹ ਗਾਉਣ ਡਿਆ ਵਾ ਕੱਟਾ ਟਿੰਗੜ ਦਾ ਕਿੱਲੇ ਦੇ ਰੋਡ ਤੇ। ਕਰੋੜਾਂ ਹੀ ਲੋਕ ਉੱਥੇ ਨੱਚਣ ਡਏ ਆ ਪਾਗਲਾਂ ਵਾਂਗੂ। ਕਰੋੜਾਂ ਹੀ ਲੋਕ ਉੱਥੇ ਨੱਚਣ ਡਏ ਆ। ਇੱਕ ਮਿੰਟ ਵੀਰ ਮੇਰਾ, ਧਮਾਨ ਸਾਹਿਬ ਜਦੋਂ ਬਾਬੇ ਧੁੰਮੇ ਦਾ ਵਿਰੋਧ ਕੀਤਾ ਸੀ ਨਾ, ਉਦੋਂ ਤੁਸੀਂ ਮੇਰੇ ਹਿਸਾਬ ਨਾਲ ਫੇਸਬੁੱਕ ਤੇ ਵੀ ਨਹੀਂ ਆਏ ਹੋਣੇ। ਇਹ ਨਾ ਵੇਖਿਆ ਕਰੋ, ਜਿੱਥੇ ਕੋਈ ਗਲਤੀ ਕਰੂਗਾ ਉੱਥੇ ਵਿਰੋਧ ਕੀਤਾ ਵਾ, ਸਾਰਿਆਂ ਦਾ ਕੀਤਾ। ਹਾਂਜੀ, ਹੁਣ ਗੱਲ ਜੀ ਉੱਥੇ ਫਿਰ ਆਪਾਂ ਲੈ ਆਈਏ ਵੀ ਜੇ ਉੱਥੇ ਕਰੋੜ ਦੇ 2 ਕਰੋੜ ਬੰਦਾ ਉਹ ਟਿਊਨ ਦੇ ਉੱਤੇ ਨੱਚਣ ਡਿਆ ਵਾ, ਜਿਹੜੀ ਟਿਊਨ ਦੇ ਉੱਤੇ ਸਾਜੀਆਂ ਨੂੰ ਨਹੀਂ ਪਤਾ ਵੀ ਅਸੀਂ ਵਜਾਉਣਾ ਕੀ ਆ, ਉੱਥੇ ਉਹਦਾ ਸੱਚ ਉਹਨਾਂ 1.5-2 ਕਰੋੜ ਨੂੰ ਲੱਗਣ ਡਿਆ, ਤੇ ਜੇ ਅਸੀਂ 15-16 ਜਾਣੇ ਵੀ ਉਹਦੀ ਭੀੜ ਦਾ ਸੱਚ ਵੇਖ ਕੇ ਉਹਦੇ ਨਾਲ ਤੁਰ ਪਏ ਨਾ, ਤੇ ਫਿਰ ਲਾਹਨਤ ਆ ਸਾਡੇ ਤੇ। ਅਸੀਂ ਭੀੜ ਵੇਖ ਕੇ ਸੱਚ ਦਾ ਪੈਮਾਨਾ ਨਹੀਂ ਤੈਅ ਕਰਦੇ, ਅਸੀਂ ਆਪਣੀ ਸੋਝੀ ਮੁਤਾਬਕ ਕਰਦੇ ਆ। ਮਹਾਰਾਜ ਨੇ ਬੜੀ ਸੋਝੀ ਦਿੱਤੀ ਹੈ। ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਵਾਂ, ਇਹਨਾਂ ਕਾਮਰੇਡਾਂ ਨੇ ਤੁਹਾਡੇ ਪੱਲੇ ਕੁਝ ਨਹੀਂ ਪਾਉਣਾ। ਇਹਨਾਂ ਕਾਮਰੇਡਾਂ ਨੇ ਤੁਹਾਡੇ ਪੱਲੇ ਕੁਝ ਨਹੀਂ ਪਾਉਣਾ। ਤੇ ਤੁਹਾਨੂੰ ਉਦਣ ਜਿੰਨਾ ਇਹਨਾਂ ਦਾ ਆਈਟੀ ਸੈੱਲ ਫੇਕ ਆਈਡੀਆਂ ਜਿਹੜੀਆਂ ਮਤਲਬ ਵੀ ਕਰਨ ਡਏ ਆ ਨਾ, ਜਿਹੜੇ ਬੰਦੇ ਇਹ ਫੇਕ ਆਈਡੀਆਂ ਬਣਾ ਕੇ ਫੇਕ ਆਈਡੀ ਦੇ ਉੱਤੇ ਵੀ ਪ੍ਰੋਫਾਈਲ ਲੌਕ ਕਰਕੇ ਜਿਹੜੇ ਸਾਡੀਆਂ ਪੋਸਟਾਂ ਦੇ ਉੱਤੇ ਕਮੈਂਟ ਕਰਨ ਡਏ ਜਾਂ ਕੁਝ ਕਰਨ ਡਏ ਆ, ਇਹ ਆਈਡੀਆਂ ਸਾਨੂੰ ਲੱਭਣੀਆਂ ਨਹੀਂ, ਕਿਉਂਕਿ ਸਾਨੂੰ ਪਤਾ ਵਾ ਕਿਸ ਤਰੀਕੇ ਨਾਲ ਹਿਸਾਬ ਕਰਨਾ। ਅੱਜ ਇੱਕ ਬੰਦੇ ਨੇ ਧਮਕੀ ਦਿੱਤੀ, ਕਹਿੰਦਾ ਜੀ ਜੰਟਾ ਚੁੱਪ ਹੋ ਗਿਆ ਸੀ ਬੱਬੂ ਮਾਨ ਬਾਰੇ, ਇਹ ਵੀ ਚੁੱਪ ਹੋ ਜਾਊਗਾ। ਪਹਿਲੀ ਤੇ ਗੱਲ ਵੇਖ ਵੀਰ, ਮੈਂ ਗਾਉਣਾ ਨਹੀਂ। ਦੂਜੀ ਗੱਲ ਇਹ ਗੱਲ ਸੁਣ ਲਈ ਕਿ ਬੱਬੂ ਮਾਨ ਦਾ ਵਿਰੋਧ ਸਿਰਫ ਸਾਡਾ ਇਹੋ ਹੀ ਆ ਕਿ ਉਹ ਕਾਮਰੇਡਾਂ ਨੂੰ ਸਹੀ ਸਿੱਧ ਕਰਨ ਨੂੰ ਚਾਹੁੰਦਾ ਵਾ, ਤੇ ਅਸੀਂ ਉਹ ਗੱਲ ਚਾਹੁੰਦੇ ਨਹੀਂ। ਤੇ ਜੰਟੇ ਤੇ ਹੋ ਗਏ ਪਰਚੇ, 25-26 ਪਰਚੇ ਹੋ ਗਏ ਉੱਤੇ, ਉਹ ਹੋ ਗਿਆ ਚੁੱਪ। ਤੇ ਤੁਸੀਂ ਮੇਰੇ ਤੇ ਪਰਚੇ ਕਰਾ ਕੇ ਬੰਦਿਆਂ ਵਾਲਾ ਕੰਮ ਕਰਿਓ, ਜਿੱਦਾਂ ਉਹਦੇ ਨਾਲ ਕੀਤਾ ਸੀ ਉੱਤੇ ਪਰਚੇ ਹੋ ਗਏ, ਮੇਰੇ ਤੇ ਪਰਚੇ ਕਰਵਾ ਕੇ ਮੈਨੂੰ ਚੁੱਪ ਕਰਵਾ ਲਿਓ, ਠੀਕ ਹੈ ਨਾ। ਤੇ ਇਹ ਜਿਹੜੀ ਧਮਕੀ ਦਿੰਦੇ ਉਹ ਦਿੱਲੀ ਆ ਜਾ, ਇਦਾਂ ਆ ਜਾ, ਫਲਾਨਾ ਆ ਜਾ, ਉਦਾਂ ਆ ਜਾ, ਮੈਂ ਨਾ ਤੁਹਾਨੂੰ 50 ਬੰਦੇ ਡਿਲੀਟ ਕਰਾ ਦਿੰਦਾ ਵਾ। ਮੇਰੇ ਬੰਦੇ ਹੋਣਗੇ, ਮੇਰੇ ਭਰਾ ਹੀ ਹੋਣਗੇ। ਤਲਵਾੜਾ ਬੈਠਾ ਉੱਥੇ, ਤਲਵਾੜੇ ਨਾਲ ਗੱਲ ਕਰ ਲਓ। ਜੇ ਤੁਹਾਡੇ ਹੈਗਾ ਵਾ ਦਮ, ਹੈਗਾ ਵਾ ਸਾਥ ਦਿੰਦਾ ਤੁਹਾਡਾ ਐਡਾ ਸਰੀਰ, ਮੈਨੂੰ ਜੋ ਕਹਿਣ ਡੇ ਅਮਰੀਕਾ ਤੋਂ ਆ ਜਾ, ਤੁਹਾਨੂੰ ਪਤਾ ਮੈਂ ਅਮਰੀਕਾ ਛੱਡ ਕੇ ਆਉਣਾ ਨਹੀਂ। ਤੁਸੀਂ ਵਾਰ-ਵਾਰ ਇੱਕੋ ਗੱਲ ਕਹਿੰਦੇ ਤੂੰ ਆ ਜਾ, ਤੂੰ ਆ ਜਾ। ਜਿਹੜੇ ਉੱਥੇ ਬੈਠੇ ਉਹਨਾਂ ਨੂੰ ਤੇ ਜਿੱਠ ਲਓ। ਤੁਹਾਡੇ ਆਗੂਆਂ ਦੀ ਰੋਜ਼ ਦਾੜੀ ਖੋਂਦਾ ਤਲਵਾੜਾ, ਰੋਜ਼ ਖੋਂਦਾ। ਕੀ ਕਰ ਲਿਆ ਤੁਸੀਂ ਉਹਨੂੰ? ਜਾਓ ਪਾਓ ਹਾਂ ਹੱਥ। ਰਹੀ ਗੱਲ ਲੱਖੇ ਦੀ, ਲੱਖਾ ਅਜੇ ਦੁਚਿੱਤੀ ਚ, ਲੱਖਾ ਅਜੇ ਇੱਕ ਮਤਲਬ ਵੀ ਉਹਦੇ ਕੋਲੋਂ ਨਾ ਉਹ ਡਿਸੀਜਨ ਨਹੀਂ ਲੈ ਹੋ ਰਿਹਾ ਲੱਖੇ ਦੇ ਕੋਲੋਂ ਵੀ ਮੈਂ ਕਰਾਂ ਕੀ, ਠੀਕ ਹੈ ਨਾ। ਕਿਉਂਕਿ ਸਾਨੂੰ ਅਸੀਂ ਉਹਦੀ ਸਮਝ ਦੇ ਉੱਤੇ ਕਿੰਤੂ ਨਹੀਂ ਕਰਨਾ, ਕਿਉਂਕਿ ਅਸੀਂ ਉਹਨੂੰ ਟਾਈਮ ਦੇਣਾ ਚਾਹੁੰਦੇ ਵੀ ਉਹ ਜਿੱਦਾਂ ਵੀ ਚਾਹੁੰਦਾ ਆਪਣੀ ਮਤ ਮੁਤਾਬਕ, ਜੇ ਉਹ ਜਥੇਬੰਦੀਆਂ ਨੂੰ ਇੱਕ ਕਰ ਸਕਦਾ ਵਾ ਉਹ ਕਰਨ ਦੀ ਕੋਸ਼ਿਸ਼ ਕਰ ਲੇ। ਜੇ ਜਥੇਬੰਦੀਆਂ ਨੂੰ ਆਪਣੇ ਤਰੀਕੇ ਨਾਲ ਮੋੜਨਾ ਚਾਹੁੰਦਾ, ਮੋੜ ਸਕਦਾ ਵਾ, ਮੋੜ ਲੇ। ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਆਪਾਂ ਉਹਦਾ ਕੋਈ ਵਿਰੋਧ ਨਹੀਂ ਕਰਨਾ। ਲੱਖੇ ਨੂੰ, ਹਾਂਜੀ ਬਾਈ ਜੀ, ਲੱਖਾ ਜੇ ਇਹਨਾਂ ਦੇ ਮੂੰਹ ਵੇਖਣ ਡਿਆ, ਲੱਖੇ ਨੂੰ ਵੇਖਣ ਤੋਂ, ਲੱਖੇ ਨੂੰ ਸਮਾਂ ਦਿਓ ਯਾਰ। ਆਪਾਂ ਏਡੀ ਛੇਤੀ ਕੋਈ ਵੀ ਚੱਕਰ ਨਹੀਂ ਕਰਨਾ, ਆਪਾਂ ਇਹ ਚਾਹੁੰਦੇ ਲੱਖੇ ਨੂੰ ਸਮਾਂ ਦਿਓ, ਲੱਖੇ ਨੂੰ ਫੁੱਲ ਟਾਈਮ ਦਿਓ। ਲੱਖਾ ਖੁਦ ਆਊਗਾ, ਲੱਖਾ ਖੁਦ ਆ ਜਾਊਗਾ, ਕੋਈ ਚੱਕਰ ਨਹੀਂ। ਉਹਨੂੰ ਵੇਖ ਲੈਣ ਦਿਓ ਕੀ ਹਿਸਾਬ ਕਿਤਾਬ ਕਰਨਾ ਚਾਹੀਦਾ ਵਾ। ਬਾਕੀ ਦੂਜੀ ਗੱਲ ਬਾਤ ਆ, ਇਹ ਗੱਲ ਸਿੱਧੀ ਤੇ ਸਪਸ਼ਟ ਦੱਸ ਦਿੰਦੇ ਤੁਹਾਨੂੰ ਆਪਾਂ ਵੀ ਜਿਹੜਾ ਬੰਦਾ ਵੀ ਜੇ ਕਿਤੇ ਸਾਨੂੰ ਲੱਗਾ ਨਾ ਵੀ ਇਹ ਬੰਦਾ ਜ਼ਿਆਦਾ ਗਲਤ ਹੋਣ ਡਿਆ ਵਾ, ਤੇ ਆਪਾਂ ਉਹਦਾ ਵਿਰੋਧ ਕਰਨਾ।
ਉਹ ਦੀਪ ਹੋਇਆ, ਉਹ ਲੱਖਾ ਹੋਇਆ, ਇਹ ਡਜਨਟ ਮੈਟਰ। ਸਾਨੂੰ ਕੋਈ ਇਸ ਗੱਲ ਦਾ ਪਰਵਾਹ ਨਹੀਂ ਹੈਗੀ ਵੀ ਉਹ ਲੱਖਾ ਵਾ ਜਾਂ ਦੀਪ ਆ। ਜੇ ਦੀਪ ਨੇ ਕੱਲ ਨੂੰ ਆਣ ਕੇ ਕੋਈ ਬਾਹਰ ਇਦਾਂ ਦੀ ਸਟੇਟਮੈਂਟ ਦੇ ਦਿੱਤੀ ਤਾਂ ਆਪਾਂ ਦੀਪ ਦੇ ਵਿਰੋਧ ਦੀ ਗੱਲ ਕਰਨੀ ਹੈ। ਇਹ ਗੱਲ ਪੱਕੀ ਵੇਖ ਲਿਓ, ਠੀਕ ਹੈ ਨਾ। ਇੱਥੇ ਜੇ ਅਸੀਂ ਅੱਜ ਦੀਪ ਨਾਲ ਲੱਖੇ ਦੀ ਸਪੋਰਟ ਕਰਦੇ ਹਾਂ ਤੇ ਜੇ ਲੱਖਾ ਕੱਲ ਨੂੰ ਜਥੇਬੰਦੀਆਂ ਦੇ ਹੱਕ ਦੇ ਵਿੱਚ ਬਹਿ ਜਾਂਦਾ ਜਾਂ ਭੁਗਤ ਜਾਂਦਾ ਤੇ ਸਾਡੇ ਤੋਂ ਤੁਸੀਂ ਇਹ ਆਸ ਰੱਖੋ ਵੀ ਹਾਂ ਵੀ ਇਹ ਫਿਰ ਉਦਾਂ ਹੀ ਅੱਖਾਂ ਮੀਟ ਕੇ ਲੱਖੇ ਦੀ ਮਦਦ ਕਰੀ ਜਾਣਗੇ। ਤੇ ਆਪਾਂ ਇਹ ਗੱਲ ਸਿੱਧੀ ਜਾਂਦੇ ਵੀ ਆਪਾਂ ਜੇ ਲੱਖਾ ਉਹਨਾਂ ਦੇ ਹਾਂ ਜੇ ਜਥੇਬੰਦੀਆਂ ਕਰਦੀਆਂ ਵਾ ਕੋਈ ਉਪਰਾਲਾ ਕਰਦੀਆਂ ਵਾ ਜਿਹਦੇ ਵਿੱਚ ਸਾਨੂੰ ਲੱਗਦਾ ਵਾ ਕੋਈ ਬੈਨੀਫਿਟ ਹੈਗਾ ਕਿਸਾਨਾਂ ਨੂੰ ਤੇ ਆਪਾਂ ਇੰਨੀ ਗੱਲ ਕਹਿੰਦੇ ਆ ਵੀ ਹਾਂ ਠੀਕ ਆ ਲੱਖਾ ਭੁਗਤ ਜੇ ਜਥੇਬੰਦੀਆਂ ਦੇ ਵਿੱਚ। ਪਰ ਜੇ ਲੱਖਾ ਇੰਨੀ ਗੱਲ ਕਰੂਗਾ ਨਾ ਬਾਈ, ਜੇ ਲੱਖਾ ਚਲੋ ਛੋਟਾ ਹੋਊਗਾ ਮੇਰੇ ਤੋਂ ਜਾਂ ਵੱਡਾ ਹੋਊ ਕੋਈ ਗੱਲ ਨਹੀਂ, ਆਪਾਂ ਭਰਾ ਨੂੰ ਕਹਿੰਦੇ ਭਰਾ ਹੀ ਮੰਨਦੇ ਆ। ਪਰ ਜੇ ਕੱਲ ਨੂੰ ਲੱਖਾ ਜਥੇਬੰਦੀਆਂ ਦੇ ਹੱਕ ਦੇ ਵਿੱਚ ਬਿਨਾਂ ਕਿਸੇ ਕੋਈ ਬੈਨੀਫਿਟ ਦੇ ਭੁਗਤਦਾ ਵਾ ਤੇ ਆਪਾਂ ਲੱਖੇ ਦਾ ਵਿਰੋਧ ਤਾਂ ਨਹੀਂ ਕਰਾਂਗੇ ਪਰ ਸਪੋਰਟ ਵੀ ਨਹੀਂ ਕਰਾਂਗੇ। ਸਿੱਧੀ ਜੀ ਗੱਲ ਤੁਹਾਨੂੰ ਦੱਸ ਦਿੰਦੇ ਆ। ਰਹੀ ਗੱਲ ਦੀਪ ਦੀ, ਜੇ ਬਾਹਰ ਆਣ ਕੇ ਕਿਸੇ ਹੱਕ ਦੇ ਵਿੱਚ ਕਿਸੇ ਮਤਲਬ ਕਿਸਾਨਾਂ ਦੇ ਹੱਕ ਤੋਂ ਬਿਨਾਂ ਜੇ ਲਾਂਭੇ ਭੁਗਤ ਗਿਆ ਜਾਂ ਕੋਈ ਇਦਾਂ ਦਾ ਡਿਸੀਜਨ ਉਹਨੇ ਲੈ ਲਿਆ ਦੀਪ ਨੇ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਹੋਵੇ, ਸਰਕਾਰ ਦੇ ਹੱਕ 'ਚ ਹੋਵੇ, ਤੇ ਆਪਾਂ ਦੀਪ ਦੀ ਵਿਰੋਧ ਕਰ ਦੇਣਾ ਬਾਈ, ਕਰ ਕੀ ਦੇਣਾ। ਪਹਿਲੀ ਪੋਸਟ ਆਪਾਂ ਪਾਵਾਂਗੇ। ਇਹ ਗੱਲ ਤੁਹਾਨੂੰ ਅੱਜ ਸਿੱਧੇ ਸਪੈਸ਼ਲ ਲਫ਼ਜ਼ਾਂ 'ਚ ਦੱਸ ਦੇਣ ਲੱਗੇ, ਠੀਕ ਹੈ ਨਾ। ਦੂਜੀ ਗੱਲਬਾਤ ਹੁਣ ਤੁਸੀਂ ਇਹ ਵੇਖੀ ਹੋਣੀ ਆ ਵੀ ਸਾਰੇ ਬੰਦਿਆਂ ਨੇ ਆਪਣਿਆਂ ਨੇ ਉਹ ਰੌਲਾ ਪਾਇਆ ਵੀ ਇਕੱਠ ਵੇਖੋ, ਸਾਨੂੰ ਜਿੱਥੇ ਕਹਿੰਦੇ ਇਕੱਠ ਵੇਖੋ ਬਾਈ। ਇਕੱਠ ਅਸੀਂ ਇਹਦੇ ਤੋਂ ਹੁਣ ਤੇ ਵੇਖੋ, ਤੁਸੀਂ ਇਕੱਠ ਦੀ ਗੱਲ ਕਰਦੇ ਹੋ ਨਾ, ਇਕੱਠ ਦੀ ਗੱਲ ਇਹ ਆ ਅੱਜ ਇਕੱਠ ਕਿੰਨੀਆਂ ਸਟੇਟਾਂ ਦਾ, ਅੱਜ ਇਕੱਠ ਕਿੰਨੇ ਧਰਮਾਂ ਦਾ, ਅੱਜ ਜਿਹੜਾ ਇਕੱਠ ਵਾ ਉਹ ਹਰੇਕ ਧਰਮ ਦਾ, ਹਰੇਕ ਕਿੱਤੇ ਦਾ, ਛੋਟੇ ਕਾਰੋਬਾਰੀਆਂ ਦਾ, ਕਿਸਾਨਾਂ ਦਾ, ਸਾਰਿਆਂ ਦਾ ਵਾ। ਜਿੱਦਣ ਇਕੱਠ ਸਰਬੱਤ ਖਾਲਸਾ ਦਾ ਹੀ 2015 ਦੇ ਵਿੱਚ, ਜੇ ਉਦੋਂ ਦਾ ਇਕੱਠ ਵੇਖੀਏ ਤਾਂ ਸਿਰਫ ਸਿੱਖਾਂ ਦਾ ਇਕੱਠ ਹੀ, ਵੀ ਸਿਰਫ ਸਿੱਖਾਂ ਦਾ ਇਕੱਠ ਹੀ। ਤੇ ਸਿੱਖਾਂ ਦਾ ਇਕੱਠ ਜਿਹੜਾ ਵਾ ਉਹ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਦਾ ਕਰਕੇ ਹੋਇਆ ਹੈ। ਇੰਨੀ ਭੀੜ ਵੇਖ ਕੇ ਹੋਇਆ ਕਿ ਇੰਨੀ ਭੀੜ ਵੇਖ ਕੇ ਸਾਡੇ ਜਿਹੜੇ ਆਗੂ ਸੀ, ਸਾਡੇ ਪਸੰਦੀਦਾ ਆਗੂ ਵੀ ਉਹਦੇ ਵਿੱਚ ਹੀ। ਤੇ ਜੇ ਮੈਂ ਅੱਜ ਉਹਨਾਂ ਦਾ ਮਤਲਬ ਵੀ ਜੇ ਮੈਂ ਨਾਂ ਵਿੱਚੋਂ ਕੱਢਦਾ ਜਾਂ ਉਹਨਾਂ ਕਰਾਂ ਤੇ ਫਿਰ ਬੰਦਿਆਂ ਨੇ ਕਹਿਣਾ ਵੀ ਹਾਂ ਵੀ ਤੁਸੀਂ ਪੱਕ ਪੂਰਦੇ। ਪਰ ਮੈਂ ਇਹ ਗੱਲ ਕਹਿੰਦਾ ਵੀ ਉਦੋਂ ਸਾਡੇ ਲੀਡਰ ਦਾ ਵੀ ਜਿਹੜਾ ਉਹ ਫੇਲੀਅਰ ਹੈ। ਉਹਨਾਂ ਇਕੱਠ ਵੇਖ ਕੇ, ਸਾਰੇ ਲੋਕਾਂ ਦਾ ਇਕੱਠ ਵੇਖ ਕੇ ਫੈਸਲਾ ਲੈਣਾ ਤੇ ਦੂਰ ਦੀ ਗੱਲ ਛੱਡੋ, ਇੰਨਾ ਇਕੱਠ ਵੇਖ ਕੇ ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਵੀ ਉੱਥੇ ਕੋਈ ਪ੍ਰੋਗਰਾਮ ਦੇਣ ਦੀ ਵਿਉਂਤਬੰਦੀ ਨਹੀਂ ਬਣਾ ਸਕੇ ਜੇ ਆਪਣੇ ਲੀਡਰ ਵੀ ਅਸੀਂ ਇੰਨੀ ਸੰਗਤ ਨੂੰ ਕਹੀਏ ਕਿ ਇੰਨੀ ਸੰਗਤ ਵੇਖ ਕੇ ਲੀਡਰਾਂ ਦੀਆਂ ਜ਼ਬਾਨਾਂ ਤਾਲੂਆਂ ਨਾਲ ਲੱਗੀਆਂ। ਉਹ ਤੋਂ ਬਾਅਦ ਹੋਇਆ ਕਿ 1 ਸਾਲ ਦਾ ਸਮਾਂ ਲਿਆ ਉਹਨਾਂ ਨੇ, 1 ਸਾਲ ਦਾ 10 ਲੱਖ ਬੰਦੇ ਨੂੰ ਸੱਦ ਕੇ ਬੁਲਾ ਕੇ ਬਿਨਾਂ ਕੋਈ ਸਖਤ, ਉਸ ਵੇਲੇ ਜਿਹੜਾ ਸੀ ਉਹ ਬਹੁਤ ਵੱਡਾ ਇੱਕ ਲੀਡਰਾਂ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਵੀ ਉਸ ਦਿਨ ਹੀ ਕੋਈ ਠੋਸ ਕਦਮ ਚੁੱਕਦੇ ਤਾਂ ਕੁਝ ਬਣ ਜਾਂਦਾ। ਪਰ ਦਿੱਤਾ ਕੀ ਗਿਆ, ਉਤੋਂ ਠੀਕ 1 ਸਾਲ ਬਾਅਦ ਦਾ ਪ੍ਰੋਗਰਾਮ ਦਿੱਤਾ ਗਿਆ। 2 ਸਾਲ ਦਾ ਪ੍ਰੋਗਰਾਮ ਸਾਲ ਦਾ ਪ੍ਰੋਗਰਾਮ ਦਿੱਤਾ ਗਿਆ। ਸਾਲ ਬਾਅਦ ਜਦੋਂ ਗਏ, ਸਾਲ ਬਾਅਦ ਉਹਦਾ ਮਤਲਬ ਕੀ ਨਿਕਲਿਆ, ਉਹਦਾ ਸਾਰਾ ਇੱਕ ਸਰਬੱਤ ਖਾਲਸਾ ਦਾ ਨਿਚੋੜ ਕੀ ਨਿਕਲਿਆ। ਜਗਤਾਰ ਸਿੰਘ ਹਵਾਰੇ ਨੂੰ ਬਿਨਾਂ ਪੁੱਛੇ ਹੀ ਜਥੇਦਾਰ ਸਾਹਿਬ ਦਿੱਤਾ, ਕਰਦਿਆਲ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਸਾਹਿਬ ਦਿੱਤਾ, ਦਾਦੂਆ ਨੂੰ ਜਥੇਦਾਰ ਸਾਹਿਬ ਦਿੱਤਾ, ਅਮਰੀਕ ਸਿੰਘ ਜਨਾਲਾ ਨੂੰ ਜਥੇਦਾਰ ਸਾਹਿਬ ਦਿੱਤਾ। ਦੈਟਸ ਇਟ। ਕੋਈ ਪ੍ਰੋਗਰਾਮ ਨਹੀਂ ਦਿੱਤਾ, ਕੋਈ ਕੁਝ ਨਹੀਂ ਕੀਤਾ, ਕੋਈ ਵਿਉਂਤਬੰਦੀ ਨਹੀਂ ਕੀਤੀ, ਕੋਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਨਹੀਂ ਕੀਤੀ। ਇੰਨੀ ਗੱਲ ਕਰਕੇ ਘਰਾਂ ਨੂੰ ਮੂਰਖ ਬਣਾ ਕੇ ਘਰਾਂ ਨੂੰ ਤੋੜ ਦਿੱਤਾ। ਜੇ ਤੁਸੀਂ ਸਰਬੱਤ ਖਾਲਸਾ ਦੀਆਂ ਕੋਈ ਪ੍ਰਾਪਤੀਆਂ ਗਿਣਾ ਸਕਦੇ ਤੇ ਗਿਣਾ ਦਿਓ। ਜੇ ਕੋਈ ਲੀਡਰ ਬਾਹਰ ਆਇਆ, ਆਪਣਾ ਸਿੱਖ ਲੀਡਰ ਬਾਹਰ ਆਇਆ, ਕੁਝ ਵੀ ਆਇਆ, ਤੁਸੀਂ ਤਾਂ ਦੱਸ ਦਿਓ। ਗੱਲਬਾਤ ਇਹ ਆ ਵੀ ਇਕੱਠ ਦੇ ਨਾਲ ਆਪਾਂ ਨਾ ਪ੍ਰਾਪਤੀ ਦਾ ਪੈਮਾਨਾ ਬਣਾ ਸਕਦੇ, ਨਾ
ਕਿਸੇ ਹੋਰ ਮਤਲਬ ਕਿ ਸੱਚਾਈ ਦਾ ਪੈਮਾਨਾ ਬਣਾ ਸਕਦੇ ਹਾਂ। ਇਕੱਠ ਨੂੰ ਨਾ ਆਪਾਂ ਮਤਲਬ ਕਿ ਜਿਹੜਾ ਵਾ ਉਹ ਜ਼ਿਆਦੀ ਅਹਿਮੀਅਤ ਦਿਆ ਕਰੋ। ਉਸ ਤੋਂ ਬਾਅਦ ਬਰਗਾੜੀ ਮੋਰਚੇ ਦੇ ਵਿੱਚ 6 ਮਹੀਨੇ ਸਾਰੀ ਕੌਮ ਨੂੰ ਖੱਜਲ ਕੀਤਾ ਗਿਆ। ਬਰਗਾੜੀ ਮੋਰਚੇ ਦੀ ਮੈਨੂੰ ਇੱਕ ਵੀ ਪ੍ਰਾਪਤੀ ਦੱਸ ਦਿਓ। ਜਿਹੜਾ ਬੰਦਾ ਮੈਨੂੰ ਬਰਗਾੜੀ ਮੋਰਚੇ ਦੀ ਇੱਕ ਪ੍ਰਾਪਤੀ ਦੱਸ ਦੂਗਾ ਤੇ ਮੈਨੂੰ 10 ਗਾਲਾਂ ਕੱਢਣ ਦਾ ਹੱਕਦਾਰ ਹੋਊਗਾ। ਇਸੇ ਲਾਈਵ ਦੇ ਉੱਤੇ ਚੱਲਦੀਆਂ। ਜੇ ਕੋਈ ਬੰਦਾ ਕਹਿੰਦਾ ਵਾ ਕਿ ਬਰਗਾੜੀ ਮੋਰਚੇ ਦੇ ਵਿੱਚ ਲਵਜੀਤ ਸਿੰਘ ਸੰਧੂ ਜੀ, ਮੈਂ ਯਾਰ ਗਾਲਾਂ ਕਿਹਨੂੰ ਸਾਰਿਆਂ ਨੂੰ ਰੋਕਦਾ ਯਾਰ, ਮੈਂ ਤੇ ਬਲੌਕ ਵੀ ਕਰਦਾ। ਹੁਣ ਦੱਸ ਮੈਂ ਕੀ ਕਰਾਂ? ਜੇ ਮੈਂ ਇੱਧਰ ਵੇਨਾ ਮੇਰਾ ਧਿਆਨ, ਜੇ ਮੈਂ ਕਮੈਂਟ ਵੱਲ ਵੇਨਾ ਮੇਰਾ ਧਿਆਨ ਭਟਕ ਜਾਂਦਾ। ਤੇ ਬਾਈ ਜੀ, ਬਰਗਾੜੀ ਮੋਰਚੇ ਦੇ ਵਿੱਚ ਕੌਮ ਦਾ ਪੈਸਾ ਖਰਾਬ ਕੀਤਾ, ਸਮਾਂ ਖਰਾਬ ਕੀਤਾ, ਲੋਕਾਂ ਦੇ ਜਜ਼ਬਾਤ ਖਰਾਬ ਕੀਤੇ ਤੇ ਮੁੜ ਕੇ ਬਾਅਦ ਚ ਜਾਣ ਲੱਗਿਆ ਮੰਡ ਸਾਹਿਬ ਨੇ ਕੱਲਿਆਂ ਨੇ ਜ਼ਿੰਮੇਵਾਰੀ ਲੱਲੀ ਵੀ ਮੈਂ ਜੀ ਚਲੋ ਜੀ ਸਾਰਾ ਕੁਝ ਮੇਰੇ ਅਨੁਸਾਰ ਹੀ ਚੱਲਣਾ ਵਾ, ਅਸੀਂ ਪੜਾ ਦਰ ਪੜਾ ਕਰਾਂਗੇ। ਉਹ ਪੜਾ ਕਿੱਥੇ ਆ ਹੁਣ? ਇਹ ਗੱਲ ਦੱਸ ਦਿਓ। ਜੇ ਕਿਤੇ ਪੜਾ ਹੈਗਾ ਕੋਈ ਜਾਂ ਪੜਾ ਕਿਤੇ ਕੋਈ ਲੱਗਾ ਤੇ ਤਾਂ ਦੱਸ ਦਿਓ। ਜੇ ਕਿਤੇ ਇਹਨਾਂ ਦੀ ਦਾਦੂਵਾਲ ਦੀ ਜਾਂ ਮੰਡ ਦੀ ਕਿਤੇ ਸਮੂਲੀਅਤ ਵੀ ਵੇਖਦੇ ਹੋ ਤੇ ਤਾਂ ਦੱਸਿਓ। ਅੰਮ੍ਰਿਤਸਰ ਮੋਰਚਾ ਲੱਗਾ ਸੀ ਹੁਣ ਗੁਰੂ ਸਾਹਿਬ ਦੇ ਸਰੂਪਾਂ ਦੀ ਮਤਲਬ ਵੀ ਜਿਹੜੀ ਗੁੰਮਸ਼ੁਦਗੀ ਸੀ ਉਹਦੇ ਵਾਸਤੇ। ਉਹਦੇ ਵਿੱਚ ਵੀ ਇੱਕ ਦੋ ਬੰਦਿਆਂ ਨੇ ਜਾ ਕੇ ਉਹ ਮੋਰਚੇ ਦੇ ਵਿੱਚ ਨਾਲੇ ਸਿੰਘ ਕਟਵਾਏ ਨਾਲੇ ਮੋਰਚਾ ਖਰਾਬ ਕੀਤਾ। ਮੋਰਚੇ ਤੇ ਅਸੀਂ ਬੜੇ ਲਾਏ ਆ ਪਰ ਪ੍ਰਾਪਤੀਆਂ ਤੋਂ ਬਿਨਾਂ ਹੀ ਲਾਏ ਆ। ਸਾਰੇ ਲੋਕਾਂ ਦਾ ਟਾਈਮ ਅਸੀਂ ਬਿਨਾਂ ਪ੍ਰਾਪਤੀਆਂ ਤੋਂ ਖਰਾਬ ਕੀਤਾ ਵਾ। ਜੇ ਕੋਈ ਤੁਹਾਨੂੰ ਲੱਗਦਾ ਵਾ ਵੀ ਅਸੀਂ ਕੋਈ ਪ੍ਰਾਪਤ ਕੀਤਾ ਵਾ ਤੇ ਤਾਂ ਫਿਰ ਅਸੀਂ ਇਕੱਠ ਦੀ ਦੁਹਾਈ ਦਈਏ ਵੀ ਅਸੀਂ ਸਰਬੱਤ ਖਾਲਸਾ 2 ਵਾਰੀ ਕਰਕੇ ਤੇ ਲੱਖਾਂ ਦਾ ਇਕੱਠ ਕਰਕੇ ਪ੍ਰਾਪਤੀ ਕਰ ਲਈ। ਜੇ ਅਸੀਂ ਬਰਗਾੜੀ ਇਕੱਠ ਕਰਕੇ ਪ੍ਰਾਪਤੀ ਕਰ ਲਈ ਆ ਤੇ ਅਸੀਂ ਉਹ ਪ੍ਰਾਪਤੀਆਂ ਵੀ ਗਣਾਈਏ। ਤੇ ਜੇ ਹੁਣ ਅਸੀਂ ਵਾਰ-ਵਾਰ ਇਕੱਠ ਕਰੀ ਜਾਵਾਂਗੇ, ਮਹਾਂ ਪੰਚਾਇਤਾਂ ਕਰੀ ਜਾਵਾਂਗੇ, ਲੋਕਾਂ ਨੂੰ ਥਕਾਉਣ ਵਾਲੇ ਪ੍ਰੋਗਰਾਮ ਦਈ ਜਾਵਾਂਗੇ ਤਾਂ ਉਹਦੇ ਵਿੱਚ ਫਿਰ ਹੋਣਾ ਉਹੀ ਕੁਝ ਜੋ ਪਹਿਲਾਂ ਹੋਇਆ। ਕੋਈ ਯਾਰ ਢੰਗ ਦਾ ਪ੍ਰੋਗਰਾਮ ਦਿਓ ਲੋਕਾਂ ਨੂੰ, ਕੋਈ ਢੰਗ ਦਾ ਕੋਈ ਸਰਕਾਰ ਤੇ ਦਬਾਅ ਬਣਾਉਣ ਦਾ ਪ੍ਰੋਗਰਾਮ ਦਿਓ। ਤੁਸੀਂ ਕਲਕੱਤੇ ਨੂੰ ਰੈਲੀ ਕਰਨ ਤੁਰੇ ਹੋ, ਕਲਕੱਤੇ ਰੈਲੀ ਕਰਨ ਦੇ ਨਾਲੋਂ ਕਰ ਲਓ 7 ਦਿਨ ਬਹਿ ਜਾਓ, ਦਿੱਲੀ ਦੀਆਂ ਸੜਕਾਂ ਬੰਦ ਕਰ ਦਿਓ ਸਾਰੀਆਂ, ਵੇਖਿਓ ਸਰਕਾਰ ਦੇ ਦਬਾਅ ਬਣਦਾ ਜਾਂ ਨਹੀਂ ਬਣਦਾ। ਕਾਕਾ ਧਰਮੀ ਮੋਰਚਾ ਨਹੀਂ ਹੈਗਾ ਤੇ ਫਿਰ ਕਾਮਰੇਡੀ ਵੀ ਮੋਰਚਾ ਨਹੀਂ ਹੈਗਾ ਛੋਟੂ। ਜੇ ਮੋਰਚਾ ਤੂੰ ਆਨਾ ਨਾ ਮੋਰਚਾ ਧਰਮੀ ਨਹੀਂ ਹੈਗਾ ਤੇ ਮੋਰਚਾ ਕਾਮਰੇਡੀ ਵੀ ਹੈ ਨਹੀਂਗਾ। ਕੇਸਰੀ ਝੰਡੇ ਉੱਥੇ ਨਹੀਂ ਲੱਗ ਸਕਦੇ ਤੇ ਫਿਰ ਉੱਥੇ ਲਾਲ ਵੀ ਨਹੀਂ ਲੱਗ ਸਕਦੇ। ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੀ, ਜੇ ਕਿਸਾਨੀ ਮੋਰਚਾ ਵਾ ਧਰਮੀ ਮੋਰਚਾ ਨਹੀਂ ਹੈਗਾ ਤੇ ਕਾਮਰੇਡ ਉੱਥੇ ਫਿਰ ਉਹ ਗੱਲ ਵੀ ਗੋਲੀਆਂ ਲੈਣ ਨੂੰ ਉੱਥੇ ਲਾਲ ਝੰਡੇ ਲਾਈ ਜਾਂਦੇ ਆ ਸਾਲੇ ਲਾਲ ਕੱਚੀਆਂ ਦੇ। ਤੇ ਗੱਲਬਾਤ ਬਾਬੇ ਹੋਏ ਆ ਵੀ ਜੇ ਇਹਨਾਂ ਨੇ ਕੋਈ ਪ੍ਰੋਗਰਾਮ ਦੇਣਾ ਵਾ ਨਾ ਤੇ ਪ੍ਰੋਗਰਾਮ ਦੇਣ ਕੋਈ ਸਵਾਦ ਦਾ, ਪ੍ਰੋਗਰਾਮ ਦੇਣ ਕੋਈ ਇਦਾਂ ਦਾ ਵੀ ਜਿਹਦੇ ਨਾਲ ਸਰਕਾਰ ਤੇ ਦਬਾਅ ਬਣੇ। ਜਾਓ ਹਾਂ ਕਹਿ ਦੋ ਇੰਨੀ ਗੱਲ, ਅੱਜ ਅਲਟੀਮੇਟਮ ਦੇ ਦੇਣ, ਅੱਜ ਅਲਟੀਮੇਟਮ ਇੰਨੀ ਗੱਲ ਦਾ ਦੇ ਦੇਣ ਵੀ ਹਾਂ ਵੀ ਅਸੀਂ ਅਗਲੇ ਆਉਣ ਵਾਲੇ 10 ਦਿਨਾਂ ਦੇ ਵਿੱਚ 3-3 ਦਿਨ ਬਾਅਦ ਜਿਹੜੀਆਂ 3 ਰੋਡਾਂ ਅਸੀਂ ਛੱਡੀਆਂ ਵਾ ਉਹ 3-3 ਰੋਡਾਂ ਜਿਹੜੀਆਂ ਵਾ ਅਸੀਂ ਉਹ ਬੰਦ ਕਰ ਦੇਣੀਆਂ ਇੱਕ ਇੱਕ ਕਰਕੇ। ਅਲਟੀਮੇਟਮ ਦੇਣ ਤੋਂ ਬਾਅਦ ਜੇ ਇਹਨੂੰ ਸਰਕਾਰ ਨੂੰ ਅਲਟੀਮੇਟਮ ਦਿੰਦੇ ਆ 3 ਦਿਨ ਬਾਅਦ ਅਸੀਂ 1 ਕਰੋੜ ਬਲੌਕ ਕਰਨਾ ਵਾ, ਸਾਰੇ ਬੰਨਿਆਂ ਤੋਂ 1 ਕਰੋੜ ਬਲੌਕ ਕਰ ਦੇਣਾ ਵਾ। ਜੇ ਉਹ ਤੋਂ 6 ਦਿਨ ਬਾਅਦ ਅਸੀਂ ਮਤਲਬ ਵੀ ਦੂਜਾ ਵੀ ਰੋਡ ਬਲੌਕ ਕਰ ਦੇਣਾ ਵਾ ਤੇ ਅਖੀਰ 10ਵੇਂ ਦਿਨ ਅਸੀਂ ਮੁੜ ਕੇ ਪੱਕੇ ਤੌਰ ਦੇ ਉੱਤੇ ਜਿਹੜੀ ਆਖਰੀ ਸੜਕ ਵਾ ਉਹ ਵੀ ਬੰਦ ਕਰ ਦੇਣੀ ਆ। ਵੇਖਿਓ ਦਬਾਅ ਬਣਦਾ ਕਿ ਨਹੀਂ ਬਣਦਾ। ਹੁਣ ਤੁਸੀਂ ਕਹਿਣ ਡੈ ਪਣਾ ਉੱਥੇ ਲੋਕਾਂ ਦੇ ਪੁੱਤ ਮਰਵਾ ਦੇਣੇ, ਤੁਸੀਂ ਉਹ ਕਰ ਦੇਣਾ, ਤੁਸੀਂ ਜੇ ਕਰ ਦੇਣਾ। ਤੁਸੀਂ ਜਿੱਥੇ ਬੈਠੇ ਜੇ ਉੱਥੋਂ ਸਿਰਫ 4-4 ਪੈਰ ਹਿੱਲਣਾ ਵਾ, ਹੋਰ ਤੇ ਕਿਤੇ ਜਾਣਾ ਹੀ ਨਹੀਂ। ਹੋਰ ਤੇ ਕਿਤੇ ਜਾਣ ਦੀ ਲੋੜ ਹੀ ਨਹੀਂ। ਨਾ ਤੁਸੀਂ ਪਾਰਲੀਮੈਂਟ ਘੇਰਨੀ ਆ, ਅਡਵਾਨੀ ਨੇ ਪਾਰਲੀਮੈਂਟ ਘੇਰੀ ਸੀ। ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ, ਤੁਹਾਨੂੰ ਮੈਂ ਫੋਟੋ ਪਾ ਦੂੰਗਾ। ਅਗਲੇ ਨੇ ਕੀ ਕੀਤਾ ਸੀ, ਅਗਲੇ ਨੇ ਸਿੱਧੀ ਕਿਸਾਨ ਲੈ ਕੇ ਪਾਰਲੀਮੈਂਟ ਘੇਰੀ ਸੀ ਤੇ ਪਾਰਲੀਮੈਂਟ ਦੇ ਵਿੱਚ ਆਪਣੀਆਂ ਗੱਲਾਂ ਮਰਵਾ ਕੇ ਆਇਆ ਸੀ। ਤੁਸੀਂ ਪਾਰਲੀਮੈਂਟ ਵੱਲ ਨੂੰ ਮੂੰਹ ਨਹੀਂ ਕਰਨਾ, ਤੁਸੀਂ ਮੂੰਹ ਕਰਨਾ ਵਾ ਬਠਿੰਡੇ ਵੱਲ ਨੂੰ, ਤੁਸੀਂ ਮੂੰਹ ਕਰਨਾ ਬਰਨਾਲੇ ਵੱਲ ਨੂੰ, ਤੁਸੀਂ ਮੂੰਹ ਕਰਨਾ ਕਲਕੱਤੇ ਵੱਲ ਨੂੰ, ਹਨਾ। ਤੇ ਆਈਟੀ ਸੈੱਲ ਤੁਹਾਡਾ ਇਦਾਂ ਦਾ ਵਾ ਕਿ ਅਸੀਂ ਤੁਹਾਡੀ ਕਿਸੇ ਰੈਲੀ ਦਾ ਵਿਰੋਧ ਨਹੀਂ ਕੀਤਾ, ਅਸੀਂ ਤੁਹਾਡੀ ਕਿਸੇ ਵੀ ਕੋਈ ਤੁਸੀਂ ਮਹਾ ਪੰਚਾਇਤ ਕੀਤੀ ਅਸੀਂ ਉਹਦੇ ਬਰਖਲਾਫ ਪੋਸਟ ਨਹੀਂ ਪਾਈ। ਅਸੀਂ ਸਿਰਫ ਇਹੋ ਪੁੱਛਿਆ ਵੀ ਉਹ ਜਿਹੜੀ ਗੱਲਬਾਤ ਹੈਗੀ ਆ ਉਹ ਤੁਸੀਂ ਇਹ ਦੱਸ ਦਿਓ ਵੀ ਇਹਦਾ ਬੈਨੀਫਿਟ ਕੀ ਹੋਊਗਾ ਆਪਾਂ ਨੂੰ, ਦਿੱਲੀ ਤੇ ਦਬਾਅ ਕਿੱਦਾਂ ਬਣੂਗਾ।
ਤੇ ਤੁਸੀਂ ਉਹ ਗੱਲਾਂ ਦੱਸਣ ਦੀ ਬਜਾਏ ਗਾਲਾਂ ਕੱਢਣ ਡੈ ਪੈਂਦੇ ਹੋ। ਅਸੀਂ ਕਿਤੇ ਨਹੀਂ ਤੁਹਾਡੀ ਮਾਂ ਪੰਚਾਇਤ ਦਾ ਵਿਰੋਧ ਕੀਤਾ। ਅਸੀਂ ਆਖਿਆ ਮਾਂ ਪੰਚਾਇਤਾਂ ਭਾਵੇਂ 60 ਹੋਰ ਕਰ ਲਓ, ਪਰ ਗੱਲਬਾਤ ਇਹ ਆ ਵੀ ਗੱਲਬਾਤ ਦੂਜੀ ਗੱਲਬਾਤ ਇਹ ਆ ਵੀ ਤੁਸੀਂ ਲੋਕਾਂ ਨੂੰ ਜਿਹੜਾ ਆ ਬੇਵਕੂਫ ਬਣਾਉਣ ਡਏ ਹੋ, ਆਪਣੀ ਸਿਆਸੀ ਗਰਾਊਂਡ ਤਿਆਰ ਕਰਾਉਣ ਡਏ ਹੋ। ਸਿਆਸੀ ਗਰਾਊਂਡ ਤਿਆਰ ਨਾ ਕਰੋ, ਕਿਸਾਨਾਂ ਦੀ ਗੱਲਬਾਤ ਕਰੋ ਜਿਹੜੀ ਕਰਨੀ ਹੈ। ਤੁਸੀਂ ਸਾਨੂੰ ਗਾਲਾਂ ਕੱਢਣ ਡੈ ਪੈਂਦੇ, ਅਸੀਂ ਤੁਹਾਡੀ ਕਿਸੇ ਮਾਂ ਪੰਚਾਇਤ ਦੇ ਬਾਰੇ ਇੱਕ ਲਫ਼ਜ਼ ਗਲਤ ਨਹੀਂ ਬੋਲਿਆ। ਤੇ ਤੁਸੀਂ ਕੀ ਕਰਨ ਡਏ ਹੋ? ਤੁਸੀਂ ਆਈਟੀ ਸੈੱਲ ਵਾਲੇ ਕੀ ਕਰਨ ਡਏ ਹੋ? ਤੁਸੀਂ ਵੱਖ-ਵੱਖ ਪੇਜਾਂ ਦੇ ਉੱਤੇ, ਵੱਖ-ਵੱਖ ਥਾਵਾਂ ਦੇ ਉੱਤੇ ਮਹਾਰਾਜ ਪਿੰਡ ਵਾਲੀ ਰੈਲੀ ਜਿਹੜੀ ਉਹ ਰੱਦ ਹੋਣ ਦੀਆਂ ਖਬਰਾਂ ਫੈਲਾਉਣ ਡਏ ਹੋ। ਲਾਹਨਤ ਤਾਂ ਤੁਹਾਡੇ ਯਾਰ, ਦੁਰਫੜੇ ਮੂੰਹ ਤੁਹਾਡੇ ਜੰਮਣ ਦੇ, ਤੁਹਾਡੇ ਬੁੱਢੇ ਦਾ। ਭਾਜਪਾ ਦਾ ਕਰਕੇ ਤੁਸੀਂ ਆਈਟੀ ਸੈੱਲ ਬਣਾਇਆ ਵਾ। ਤੁਸੀਂ ਸ਼ਰਮ ਨੂੰ ਹੱਥ ਮਾਰੋ। ਤੁਸੀਂ ਵੀ ਤੁਸੀਂ ਕਰਨ ਕਿਹੜਾ ਡਏ, ਵਰਤਨ ਤੇ ਤੁਸੀਂ ਆਪਣੇ ਬੰਦਿਆਂ ਤੇ ਡਏ ਹੋ। ਤੁਸੀਂ ਮੈਂ ਘੱਟੋ ਘੱਟ ਸਵੇਰ ਦੀਆਂ ਮਤਲਬ ਵੀ 50 ਜਿਹੜੀਆਂ ਪੋਸਟਾਂ ਵੇਖ ਲੀਆਂ ਜਿਹਦੇ ਵਿੱਚ ਤੁਸੀਂ ਇੰਨੀ ਗੱਲ ਕਹਿਣ ਡਏ ਹੋ ਕਿ ਮਤਲਬ ਵੀ ਜਿਹੜੀ ਮਹਾਰਾਜ ਪਿੰਡ ਵਾਲੀ ਰੈਲੀ ਰੱਦ ਹੋ ਗਈ ਔਰ ਰਸੋਈ ਢਾਬੇ ਤੋਂ ਰੈਲੀ ਚੱਲਣੀ। ਸ਼ਰਮ ਕਰੋ ਯਾਰ। ਤੁਸੀਂ ਭਾਜਪਾ ਨੂੰ ਕੀ ਤੁਸੀਂ ਇੱਕ ਦਿਨ ਦੱਸ ਦਿਓ ਜੇ ਜਿੱਥੇ ਤੁਹਾਡੇ ਆਈਟੀ ਸੈੱਲ ਨੇ ਭਾਜਪਾ ਨੂੰ ਜਵਾਬ ਦਿੱਤਾ। ਕੰਗਣਾ ਨੂੰ ਜਵਾਬ ਦਿੱਤੇ ਆ, ਉਹ ਆਮ ਲੋਕਾਂ ਨੇ ਦਿੱਤੇ ਆ। ਭਾਜਪਾ ਦੇ ਆਈਟੀ ਸੈੱਲ ਨੂੰ ਜਵਾਬ ਦਿੱਤਾ, ਲੋਕਾਂ ਨੇ ਦਿੱਤਾ ਵਾ। ਜੇ ਉਥੋਂ ਦੇ ਜਿਹੜੀਆਂ ਕੋਈ ਸ਼ਿਵ ਸੈਨਾ ਦੇ ਕੁਝ, ਹੁਣ ਤੇ ਸ਼ਿਵ ਸੈਨਾ ਵਾਲੇ ਵੀ ਤੁਹਾਡੇ ਹੱਕ 'ਚ ਬੈਠੇ ਆ। ਹੁਣ ਤੇ ਸ਼ਿਵ ਸੈਨਾ ਵਾਲਿਆਂ ਨੇ ਵੀ ਆਖ ਦਿੱਤਾ ਕਿ ਜਿਹੜਾ ਕਿਸਾਨ ਬੈਠਾ ਉਹ ਸਹੀ ਬੈਠਾ। ਤੇ ਤੁਸੀਂ ਫਿਰ ਪਾਰਲੀਮੈਂਟ ਘੇਰਨ ਲਈ ਵੀਰ ਜੀ ਹੈਗੇ ਤੁਹਾਡੇ ਕਿਸੇ ਬੰਦੇ ਕੋਲ? ਤੇ ਜਿਹੜੇ ਮੈਨੂੰ ਕਹੀ ਜਾਂਦੇ ਇਹ ਤੂੰ ਦੱਸ ਕਿੰਨੇ ਬੰਦੇ? ਮੇਰੇ 20 ਤਰੀਕ ਦੇ ਮੇਰੇ 3 ਭਰਾ ਉੱਥੇ ਫੇਰ ਬੈਠੇ ਆ। ਮੇਰਾ ਚਾਚਾ ਬੈਠਾ, ਮੇਰੇ 2 ਤਾਂ, ਇੱਕ ਤਾਏ ਦਾ ਮੁੰਡਾ ਬੈਠਾ, ਇੱਕ ਚਾਚੇ ਦਾ ਮੁੰਡਾ ਬੈਠਾ। ਗਾਲਾਂ ਕੱਢ ਕੇ ਤੁਸੀਂ ਉਹ ਗੱਲ ਸਮਝਦੇ ਵੀ ਗਾਲਾਂ ਕੱਢ ਕੇ ਤੁਸੀਂ ਖਰੇ ਸੱਚੇ ਸ਼ਰੀਫ ਬਣ ਜਾਣਾ ਵਾ। ਪਰ ਗੱਲਬਾਤ ਇਹ ਆ ਵੀ ਤੁਸੀਂ ਇੱਕੋ ਗੱਲ ਦੱਸ ਦਿਓ। ਆ ਲੈਣ ਦਿਓ, ਤੁਹਾਡਾ ਲੀਡਰ ਨੂੰ ਸੱਦਣ ਦੀ, ਰੇਡੀਓ ਤੇ ਬਾਲਣ ਦੀ ਡਏ ਆ, ਗੱਲਬਾਤ ਕਰਨ ਡਏ ਆ। ਜੇ ਕਿ ਬਹਿ ਗਿਆ ਤੇ ਫਿਰ ਵੇਖ ਲਾਂਗੇ। ਉਹਦੀ ਇੱਕ ਦੇ ਉਦਣ ਸੋਨੀਆ ਮਾਨ ਦੀ ਤੇ ਵਿਦਵਤਾ ਅਸੀਂ ਵੇਖ ਲਈ। ਉਹਨੂੰ ਤਾਂ 3 ਸਵਾਲ ਕੀਤੇ, 3 ਸਵਾਲਾਂ ਦੇ ਵਿੱਚ ਇੱਕ ਦਾ ਵੀ ਜਵਾਬ ਨਹੀਂ ਦਿੱਤਾ। ਜਦੋਂ ਪਾਰਲੀਮੈਂਟ ਘੇਰਨ ਦੀ ਕਹਿੰਦੇ ਤੂੰ ਘੇਰ ਲਾ ਪਾਰਲੀਮੈਂਟ, ਫਿਰ ਬੈਠੇ ਰਹੋ ਇੱਥੇ। ਦੇ ਦਿਓ 2 ਮਹੀਨਿਆਂ ਨੂੰ, 3 ਮਹੀਨਿਆਂ ਨੂੰ ਮੇਰੀ ਇਸ ਗੱਲ ਦਾ ਜਵਾਬ ਦੇ ਦਿਓ। ਗਾਲਾਂ ਕੱਢਣ ਦੇ ਨਾਲ ਜੇ 2-3 ਮਹੀਨਿਆਂ ਬਾਅਦ ਵੀ ਤੁਸੀਂ ਅੱਜ ਮੈਨੂੰ ਗਾਲਾਂ ਕੱਢ ਲਓ, ਜੇ ਅੱਜ ਗਾਲਾਂ ਕੱਢ ਕੇ ਤੁਸੀਂ 2-4 ਮਹੀਨਿਆਂ ਬਾਅਦ ਵੀ ਤੁਸੀਂ ਜੇ ਜਵਾਬ ਇਸ ਗੱਲ ਦਾ ਦੇ ਦਿਓ ਵੀ ਇਹਨਾਂ 2-3 ਮਹੀਨਿਆਂ ਦੇ ਵਿੱਚ ਪੰਚਾਇਤਾਂ ਕਰਕੇ ਜਾਂ ਕੀ ਕੀਤਾ ਵਾ ਉਹ ਦੱਸ ਦਿਓ, ਜਾਂ ਕੀ ਫਾਇਦਾ ਕੀਤਾ ਤੁਸੀਂ ਕਿਸਾਨਾਂ ਦਾ ਉਹ ਦੱਸ ਦਿਓ। ਕੰਮ ਜਿਹੜੇ ਤੁਸੀਂ ਕਰਨ ਡਏ ਉਹ ਆਪਣੇ ਕੰਮ ਵੇਖ ਲਓ ਤੁਸੀਂ। ਜੇ ਕਿਸੇ ਬੰਦੇ ਨੇ ਸਾਡੇ ਨੇ ਮਹਾ ਪੰਚਾਇਤ ਬਾਰੇ ਗਲਤ ਬੋਲਿਆ ਵਾ ਤਾਂ ਤੁਸੀਂ ਇਹ ਗੱਲ ਦੱਸ ਦਿਓ ਵੀ ਅਸੀਂ ਇੱਕ ਵੀ ਲਫ਼ਜ਼ ਬੋਲਿਆ। ਅਸੀਂ ਸਿਰਫ ਇੱਕੋ ਗੱਲ ਆਖੀ ਵੀ ਇਕੱਠ ਭਾਵੇਂ ਹੋਰ ਕਰ ਲਓ, ਪੰਚਾਇਤਾਂ ਭਾਵੇਂ ਹੋਰ ਕਰ ਲਓ, ਸਿਰਫ ਇੱਕ ਅੱਧੀ ਪ੍ਰਾਪਤੀ ਦੱਸ ਦਿਓ ਵੀ ਮੋਦੀ ਤੇ ਦਬਾਅ ਕਿੱਦਾਂ ਬਣਾਓਗੇ, ਅਮਿਤ ਸ਼ਾਹ ਤੇ ਦਬਾਅ ਕਿੱਦਾਂ ਬਣਾਓਗੇ। ਤੇ ਜੇ ਅੱਜ ਅਸੀਂ ਆਪਣੇ ਕੁਝ ਬੰਦਿਆਂ ਨਾਲ ਹਿੰਮਤ ਕਰਕੇ, ਆਪਣੇ ਕੁਝ ਭਰਾਵਾਂ ਨਾਲ ਹਿੰਮਤ ਕਰਕੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਵਾ, ਜਿਹੜੇ ਬੰਦੇ ਉੱਥੇ ਅੰਦਰ ਬੈਠੇ ਆ, ਉਹਨਾਂ ਦੇ ਹੱਕ ਦੀ, ਜਿਨ੍ਹਾਂ ਦੇ ਪਰਚੇ ਹੋਏ ਉਹਨਾਂ ਦੇ ਹੱਕ ਲਈ ਇੱਕ ਰੈਲੀ ਕੱਢਣ ਡਏ ਆ, ਤੇ ਤੁਸੀਂ ਉਹ ਰੈਲੀ ਨੂੰ ਜਿਹੜਾ ਵਾ ਉਹ ਇੰਨੀ ਗੱਲ ਕਰਕੇ ਪੋਸਟਾਂ ਕਰਕੇ ਕਮੈਂਟਾਂ ਦੇ ਵਿੱਚ ਪਾਉਣ ਡਏ ਹੋ ਕਿ ਰੈਲੀ ਜਿਹੜੀ ਉਹ ਰੱਦ ਹੋ ਗਈ, ਮਹਾਰਾਜ ਵਾਲੀ ਰੈਲੀ ਰੱਦ ਹੋ ਗਈ ਔਰ ਰਸੋਈ ਢਾਬੇ ਤੋਂ ਚੱਲਣੀ ਆ। ਸ਼ਰਮ ਕਰੋ ਯਾਰ ਕੁਝ। ਇੱਕ ਗੱਲ ਦਾ ਮੈਂ ਤੁਹਾਨੂੰ ਵਾਅਦਾ ਕਰ ਦਿੰਦਾ ਵਾ, ਜਿਹੜੇ ਬੰਦੇ ਗਾਲਾਂ ਕੱਢਦੇ ਆ ਨਾ, ਇੱਕ ਗੱਲ ਦਾ ਮੈਂ ਤੁਹਾਡੇ ਨਾਲ ਵਾਅਦਾ ਕਰ ਦਿੰਦਾ ਵਾ, ਕੋਈ ਬੰਦਾ ਮੈਨੂੰ ਪੋਸਟ ਪਾ ਕੇ ਸਪੈਸ਼ਲ ਇੱਕ ਵੱਖਰੀ ਉੱਥੇ ਗਾਲਾਂ ਕੱਢ ਲਿਓ, ਉੱਥੇ ਦੱਸ ਦਿਓ ਵੀ ਇੱਥੇ ਗਾਲਾਂ ਕੱਢਣੀਆਂ ਵਾ। ਮੈਂ ਤੁਹਾਡੇ ਨਾਲ ਇੰਨੀ ਗੱਲ ਦਾ ਵਾਅਦਾ ਕਰਨਾ ਵੀ ਜ਼ਿੰਦਗੀ ਦੇ ਵਿੱਚ ਕਦੀ ਗਾਲ ਸੁਣੀ ਹੋਊਗੀ ਨਾ ਉਹ ਤੇ ਮੇਰੇ ਮੂੰਹ ਤੇ ਮੂਤ ਦਿਓ। ਗਾਲਾਂ ਵਾਲਾ ਕੰਮ ਕਿਤੇ ਤੁਸੀਂ ਤੇ ਅੱਜ ਸ਼ੁਰੂ ਕੀਤਾ ਹੋਊਗਾ। ਗਾਲਾਂ ਵਾਲੇ ਅਸੀਂ ਤੇ 2014 ਦੇ ਗਾਲਾਂ ਕੱਢਦੇ ਰਹੇ ਆ।
ਇਹ ਗਾਲਾਂ ਵਾਲੀ ਗੱਲ ਛੱਡ ਦੋ ਤੁਸੀਂ। ਅੱਗੇ ਇੱਕ ਦਿਨ ਇੱਕ ਨੇ ਕੱਢੀ ਸੀ ਤੇ ਮੁੜ ਕੇ 5 ਮਿੰਟਾਂ ਬਾਅਦ ਕਮੈਂਟ ਡਿਲੀਟ ਕਰਕੇ ਭੱਜ ਗਿਆ। ਤੁਸੀਂ ਇੱਕ ਕੱਢਣੀ ਆ ਤੇ ਅਸੀਂ 50 ਕੱਢਣੀਆਂ ਵਾ, ਤੇ ਤੁਹਾਡੇ ਜਿਹੜਾ ਵਾ ਤੁਹਾਡੇ ਕੋਲੋਂ ਮੁੜ ਕੇ ਆਪਣੀ ਗਾਲ ਨਹੀਂ ਲੱਭਣੀ ਕਮੈਂਟਾਂ ਦੇ ਵਿੱਚੋਂ, ਗਾਲਾਂ ਦੇ ਵਿੱਚੋਂ। ਗੁਰੀ ਸਾਹਿਬ, ਪੰਜਾਬ ਸਰਕਾਰ ਤੇ ਦਬਾਅ ਨਹੀਂ ਹੈਗਾ, ਸਿਰਫ ਇੱਕ ਸ਼ਕਤੀ ਪ੍ਰਦਰਸ਼ਨ ਆ। ਸ਼ਕਤੀ ਪ੍ਰਦਰਸ਼ਨ ਨੂੰ, ਜਿਹੜੀ ਸ਼ਕਤੀ ਪ੍ਰਦਰਸ਼ਨ ਦੇ ਨਾਲ ਸਾਨੂੰ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਜਿਹੜੇ ਕਿਸਾਨ ਉੱਥੇ ਬੈਠੇ ਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਵੀਰੇ। ਇਹ ਸ਼ਕਤੀ ਪ੍ਰਦਰਸ਼ਨ ਸਿਰਫ ਜਿਹੜਾ ਵਾ ਸਿਆਸਤੀ ਗਰਾਊਂਡ ਤਿਆਰ ਕਰਨ ਲਈ। ਹਾਂ, ਸਿਆਸਤੀ ਗਰਾਊਂਡ ਤਿਆਰ ਹੋ ਵੀ ਜਾਂਦੀ ਬਾਈ, ਸਿਆਸਤੀ ਗਰਾਊਂਡ ਤਿਆਰ ਹੋ ਵੀ ਜਾਂਦੀ ਜੇ ਬਰਗਾੜੀ ਵਰਗਾ ਮਾਹੌਲ ਹੁੰਦਾ ਤੇ ਇਲੈਕਸ਼ਨ ਸਿਰ ਤੇ ਹੁੰਦੀ। ਹੁਣ ਬਰਗਾੜੀ ਮੋਰਚੇ ਦਾ ਜਿਹੜਾ ਸੀ, ਬਰਗਾੜੀ ਮੋਰਚਾ ਜਿੱਦਣ ਲੱਗਾ ਸੀ ਨਾ, ਬਰਗਾੜੀ ਮੋਰਚਾ 2 ਜੂਨ ਨੂੰ ਸ਼ੁਰੂ ਹੋਇਆ ਸੀ ਤੇ ਮੈਂ ਉਦੋਂ ਪਹਿਲੀ ਪੋਸਟ ਪਾਈ ਸੀ ਵੀ ਇਹ ਮੋਰਚਾ ਜਿਹੜਾ ਵਾ ਇਹ 6 ਜੂਨ ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਸੀ। 6 ਜੂਨ ਤੋਂ ਬਾਅਦ ਸ਼ੁਰੂ ਕਿਉਂ ਹੋਣਾ ਚਾਹੀਦਾ? ਕਿਉਂਕਿ 6 ਜੂਨ ਨੂੰ ਆਪਣੇ ਜਿਹੜੇ ਹੈਗੇ ਦਰਬਾਰ ਸਾਹਿਬ ਦੇ ਅਟੈਕ ਦੇ ਜਿਹੜੇ ਸ਼ਹੀਦੀ ਦਿਨ ਸੀ ਆਪਣੇ, ਉਹ ਆਖਰੀ ਦਿਨ ਸੀ, ਤੇ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਸੀ ਆਪਾਂ ਮਤਲਬ ਵੀ ਉਸ ਤੋਂ ਬਾਅਦ ਵੀ ਆਪਾਂ ਮੋਰਚਾ ਸ਼ੁਰੂ ਕਰਦੇ। ਪਰ ਉਦੋਂ ਵੀ ਕੁਝ ਬੰਦਿਆਂ ਨੇ ਕਹਿਤਾ ਨਹੀਂ ਇਹ ਗੱਲ ਨਹੀਂ ਹੋਣੀ ਚਾਹੀਦੀ। ਮੈਂ ਉਦੋਂ ਵੀ ਇਹ ਗੱਲ ਦੱਸਦਾ ਵੀ ਇਹ ਸਿਆਸੀ ਗਰਾਊਂਡ ਤਿਆਰ ਕਰਨੀ ਇਹਨਾਂ ਨੇ। ਸਿਆਸੀ ਗਰਾਊਂਡ ਉਹ ਤਿਆਰ ਕੀ ਹੋਈ, ਉਹਦੇ ਵਿੱਚ ਇੱਕ ਅਕਾਲੀ ਦਲ ਨੂੰ ਜਿਹੜਾ ਲਾਸ ਹੋ ਗਿਆ ਤੇ ਕਾਂਗਰਸ ਨੂੰ ਬੈਨੀਫਿਟ ਹੋ ਗਿਆ, ਤੇ ਕੁਝ ਜਿਹੜੀਆਂ ਅਕਾਲੀ ਦਲ ਦੇ ਹਿੱਸੇ ਦੀਆਂ ਜਿਹੜੀਆਂ ਸੀਟਾਂ ਕੁਝ ਆਉਣੀਆਂ ਸੀ ਉਹ ਆਪ ਪਾਰਟੀ ਲੈ ਗਈ। ਉਹਦਾ ਇੱਕ ਸਿਰਫ ਉਹ ਸਿਆਸੀ ਗਰਾਊਂਡ ਇੱਕ ਬਾਦਲ ਨੂੰ ਹਰਾਉਣ ਦੀ ਗਰਾਊਂਡ ਤਿਆਰ ਕਰ ਦਿੱਤੀ ਗਈ। ਪਰ ਜਿਹੜਾ ਬਾਦਲ ਦੇ ਕੋਲੋਂ ਅਸਲੀ ਜਿਹੜੇ ਕੰਮ ਬਾਦਲ ਦੇ ਖਿਲਾਫ ਕਰਵਾਉਣ ਵਾਲੇ ਸੀ ਉਹਨਾਂ ਚੋਂ ਕਿਹੜਾ ਹੋਇਆ? ਇੱਕ ਗੱਲ ਦੱਸ ਦਿਓ ਤੁਸੀਂ ਮੈਨੂੰ। ਆਪਾਂ ਇੰਨੀ ਤੇ ਗੱਲ ਮਤਲਬ ਵੀ ਤੁਹਾਨੂੰ ਮੈਂ ਇੰਨੀ ਕੁ ਗੱਲ ਕਹਿ ਪੁੱਛਣੀ ਚਾਹੁੰਦਾ ਵੀ ਬਰਗਾੜੀ ਮੋਰਚੇ ਦੇ ਵਿੱਚ ਇੱਕ ਬਾਦਲ ਨੂੰ ਹਰਾਉਣ ਤੋਂ ਬਿਨਾਂ ਆਪਾਂ ਕਿਸੇ ਬੇਅਦਬੀ ਦੇ ਦੋਸ਼ੀ ਨੂੰ ਸਜ਼ਾ ਦਿਵਾ ਸਕੇ? ਜੇ ਸਜ਼ਾ ਦਿਵਾ ਸਕੇ ਆ ਤੇ ਮੈਨੂੰ ਦੱਸ ਦਿਓ। ਕਿਸੇ ਦੋਸ਼ੀ ਨੂੰ ਸਜ਼ਾ ਦਵਾਈ ਹੈ? ਜੇ ਉਹ ਬਿੱਟੂ ਅੰਦਰ ਮਾਰਿਆ ਜੇਲ੍ਹ ਦੇ ਵਿੱਚ ਤੇ ਉਹ ਮੁੰਡਿਆਂ ਨੇ ਮਾਰਿਆ ਵਾ, ਖਿੱਚ ਕੇ ਮਾਰਿਆ, ਵੀ ਕੋਈ ਬਣਦਾ ਨਹੀਂ ਦਿਖਣ ਡਿਆ, ਕਿਸੇ ਨੂੰ ਆਪਾਂ ਸਜ਼ਾ ਦਵਾਈ ਹੈ? ਨਹੀਂ ਦਵਾਈ ਆਪਾਂ ਸਜ਼ਾ ਕਿਸੇ ਨੂੰ, ਨਾ ਬਾਦਲ ਨੂੰ, ਨਾ ਹੋਰ ਕਿਸੇ ਨੂੰ, ਨਾ ਤੀਜੇ ਚੌਥੇ ਨੂੰ। ਸਰਸੇ ਵਾਲਾ ਵੀ ਜੇ ਕੁਝ ਗਿਆ ਅੰਦਰ ਗਿਆ ਵਾ ਤੇ ਉਹ ਸਰਸੇ ਵਾਲਾ ਵੀ ਅੰਦਰ ਇਸ ਕਰਕੇ ਗਿਆ ਵਾ ਕਿ ਉੱਤੇ ਬਲਾਤਕਾਰ ਦੇ ਕੇਸ ਸਾਬਤ ਹੋ ਗਏ ਤੇ ਉਹ ਅੰਦਰ ਗਿਆ। ਕੀ ਫਾਇਦਾ ਖੱਟਿਆ ਆਪਾਂ ਇਕੱਠ ਕਰ ਕਰਕੇ, ਜੇ ਗਾਂ ਕੀ ਫਾਇਦਾ ਖੱਟ ਲਾਂਗੇ ਇਕੱਠ ਕਰ ਕਰਕੇ। ਹੁਣ ਤੁਸੀਂ ਆਂਦੇ ਆ ਢਿੱਲੋਂ ਸਾਹਿਬ ਬਣਨਾ ਇਦਾਂ ਨਹੀਂ ਕੁਝ ਬਣਨਾ ਬਾਈ, ਜਿੱਦਾਂ ਇਹ ਕਹਿਣ ਡਏ ਆ ਨਾ ਇਦਾਂ ਨਹੀਂਗਾ ਬਣਨਾ ਬਾਈ। ਬਣਨਾ ਇਦਾਂ ਵਾ ਵੀ ਸਰਕਾਰ ਤੇ ਥੋੜਾ ਜਿਹਾ ਦਬਾਅ ਬਣਾਓਗੇ ਤੇ ਯਾਰ ਸਰਕਾਰ ਮੰਨੂਗੀ। ਕੋਆਪਰੇਟ ਘਰਾਣਿਆਂ ਨੂੰ, ਜਿਹੜੀ ਕੋਆਪਰੇਟ ਘਰਾਣਿਆਂ ਦੇ ਕੋਲੋਂ ਜਿਹੜਾ ਇਹਨਾਂ ਪੈਸਾ ਸਰਕਾਰਾਂ ਨੇ ਲੈ ਲਿਆ, ਜਿਹੜੇ ਇਹਨਾਂ ਚੈਨਲਾਂ ਦੇ ਉੱਤੇ ਪੈਸਾ ਖਰਚਣ ਡਏ ਆ ਹਨਾ, ਉਹ ਬੰਦੇ ਜਿਹੜੇ ਆ ਉਹ ਹਿੱਲਣ ਦੇਣਗੇ ਸਰਕਾਰਾਂ ਨੂੰ? ਤੁਹਾਡਾ ਕੀ ਇਰਾਦਾ ਵਾ? ਹੁਣ ਜਿਹੜੀ ਗੱਲਬਾਤ ਆ, ਜਿਹੜੀ ਕੁਝ ਬੰਦਿਆਂ ਨੂੰ ਆਪਣਿਆਂ ਨੂੰ ਇੰਨੀ ਕੁ ਗੱਲ ਸਮਝ ਨਹੀਂ ਆਉਂਦੀ, ਹੁਣ ਇੰਨੀ ਕੁ ਗੱਲ ਮੈਂ ਤੁਹਾਨੂੰ ਛੋਟੇ ਜਿਹੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਮੈਂ ਇੰਨੀ ਕੁ ਗੱਲ ਸਮਝਾ ਦਿੰਨਾ ਵੀ ਇਹ ਚੱਕਰ ਚੱਲਿਆ ਕਿਉਂ ਆ। ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਵਾਂ, MSP ਤੇ ਮੰਡੀਆਂ ਯੂਪੀ ਦੇ ਵਿੱਚ ਕਰੀਬ 10 ਸਾਲ ਤੋਂ ਹੀ ਖਤਮ ਆ। ਕਿ ਉੱਥੋਂ ਦੇ ਕਿਸਾਨ ਆਗੂਆਂ ਨੂੰ ਪਤਾ ਨਹੀਂ ਵੀ MSP ਤੇ ਜਿਹੜੀਆਂ ਮੰਡੀਆਂ ਵਾ ਉਹ ਮਤਲਬ ਵੀ ਉਹ ਖਤਮ ਵਾ ਉੱਥੋਂ, ਤੇ ਉੱਥੇ ਦੇ ਲੋਕਾਂ ਨੂੰ ਜਿਹੜਾ ਵਾ 700-800 ਰੁਪਇਆ ਝੋਨੇ ਦਾ ਰੇਟ ਮਿਲਣ ਡਿਆ? ਪਤਾ ਨਹੀਂ, ਸਭ ਕੁਝ ਪਤਾ ਹੈ। ਹੁਣ ਜਿਹੜਾ ਇਹ ਪੰਜਾਬ ਵੱਲ ਆਉਣ ਦੀ ਵਿੱਚ ਜਾਂ ਕੀ ਆ, ਜਿਹੜੀ ਬਿੱਲ ਗੇਟਸ ਦੀ ਸਕੀਮ ਆ, ਜਿਹੜੀ ਬਿੱਲ ਗੇਟਸ ਨੇ ਸਾਰੀਆਂ ਮਤਲਬ ਵੀ ਕੰਟਰੀਆਂ ਦੇ ਵਿੱਚ ਜ਼ਮੀਨ ਖਰੀਦਣੀ ਸ਼ੁਰੂ ਕੀਤੀ ਆ, ਉਹਦੇ ਵਿੱਚ ਹੁਣ ਚੱਕਰ ਕੀ ਆ, ਜਿਹੜਾ ਕਰੋਨਾ ਕਾਲ ਆਇਆ ਵਾ, ਕਰੋਨਾ ਕਾਲ ਨੇ ਇੱਕ ਕਾਰਪੋਰੇਟਰ ਘਰਾਣਿਆਂ ਨੂੰ ਇਹ ਮਤਲਬ ਵੀ ਇੱਕ ਰਸਤਾ ਵਿਖਾਇਆ ਵੀ ਸਭ ਕੁਝ ਬੰਦ ਹੋ ਜਾਊਗਾ, ਗੱਡੀਆਂ ਚੱਲਣੀਆਂ ਬੰਦ ਹੋ ਜਾਣਗੀਆਂ, ਕੰਪਨੀਆਂ ਬੰਦ ਹੋ ਜਾਣਗੀਆਂ, ਕੰਮ ਰੁਕ ਜਾਣਗੇ, ਪਰ ਲੋਕੀ ਢਿੱਡ ਕਿੱਦਾਂ ਬੰਨਣਗੇ? ਢਿੱਡ ਤੇ ਚੱਲਣਾ ਹੀ ਚੱਲਣਾ। ਜੇ ਜੀਂਦੇ ਰਹਿਣਾ ਵਾ ਤੇ ਜੀਂਦੇ ਰਵਾਂਗੇ ਤੇ ਖਾਵਾਂਗੇ ਤੇ ਜੀਂਦੇ ਰਵਾਂਗੇ। ਕਾਰਪੋਰੇਟਰ ਘਰਾਣਿਆਂ ਦਾ ਹੁਣ ਜਿਹੜਾ ਇਹ ਫੂਡ ਮਾਰਕੀਟ ਆ, ਇਹ ਤੇ ਕਬਜ਼ਾ ਕਰਨ ਦਾ ਸਿਰਫ ਇੱਕੋ ਹੀ ਗੱਲ ਆ ਕਿ ਇਹ ਬੰਦੇ ਉਸ ਥਾਂ ਦੇ ਉੱਤੇ ਕਾਬਜ ਹੋਣਾ ਚਾਹੁੰਦੇ ਆ ਜੇ ਤੋਂ ਬਗੈਰ ਦੁਨੀਆ ਦੇ ਸਾਰੇ ਕੰਮ ਬੰਦ ਹੋਣ ਤੋਂ ਬਾਅਦ ਵੀ ਇਹ ਕੰਮ ਚੱਲਣਾ ਹੀ ਚੱਲਣਾ। ਤੇ ਇਹਦੇ ਵਿੱਚ ਹੋਣਾ ਕੀ ਆ? ਇਹਦੇ ਵਿੱਚ ਕੰਮ ਵੀ ਪੈਟਰੋਲ, ਡੀਜ਼ਲ, ਗੈਸ ਤੇ ਬਾਕੀ ਜਿਹੜੀਆਂ ਚੀਜ਼ਾਂ ਉਹ ਜਿੱਦਾਂ ਹੁਣ ਕੱਪੜੇ ਦਾ ਮੁੱਲ ਆਪ ਤੈਅ ਕਰਦੇ ਆ। ਇੱਥੇ ਇਹ ਬਾਅਦ ਦੇ ਵਿੱਚ ਗੱਲਬਾਤ ਹੋਣੀ ਵੀ ਕਾਰਪੋਰੇਟ ਘਰਾਣੇ ਹੀ ਜਿਹੜੇ ਆ। ਹੁਣ ਅੱਜ ਕੁਝ ਵੀਰ ਜਿਹੜੇ ਆ ਨਾ ਆਪਣੇ ਜਿਹੜੇ ਮਜ਼ਦੂਰ ਵੀਰ ਵਾ ਜਾਂ ਕੁਝ ਹੋਰ ਜਿਹੜੀਆਂ ਹੈਗੀਆਂ ਵਾ ਆਪਣੇ
ਕੰਮ ਹੀ ਕਿਸਾਨਾਂ ਤੋਂ ਲਾਂਭੇ ਕੰਮ ਹੀ ਉਹ ਅੱਜ ਕੱਲ ਮਤਲਬ ਵੀ ਇਸ ਗੱਲ ਸੋਚਣ ਦੇ ਕਿ ਅਸੀਂ ਸ਼ਾਇਦ ਇਸ ਚੱਕਰ ਤੋਂ ਬਚ ਜਾਣਾ। ਪਰ ਉਹ ਇਹ ਚੱਕਰ ਜਿਹੜਾ ਕਿਸਾਨ ਤੇ ਆਪਣੇ ਲਈ ਥੋੜੀ ਬਹੁਤੀ ਜ਼ਮੀਨ ਛੱਡ ਕੇ ਮਤਲਬ ਵੀ ਖਾ ਜਾਣਗੇ, ਆਪਣੇ ਜੋਗਾ ਬੀਜ ਲੈਣਗੇ, ਗੋਭੀ ਬੀਜ ਲੈਣਗੇ, ਪਾਲਕ ਬੀਜ ਲੈਣ, ਸਬਜ਼ੀ ਬੀਜਣਗੇ, ਆਪਣਾ ਔਖਾ ਸੌਖਾ ਗੁਜ਼ਾਰਾ ਕਰ ਲੈਣਗੇ। ਪਰ ਜਿਹਦੇ ਕੋਈ ਜਗ੍ਹਾ ਹੈ ਨਹੀਂ ਸਬਜ਼ੀ ਭਾਜੀ ਵੀ ਗਾਉਣ ਜੋਗੀ, ਉਹਨਾਂ ਲਈ ਜਿਹੜਾ ਵਾ ਨਾ ਉਹ ਕੰਮ ਉਹਨਾਂ ਲਈ ਜ਼ਿਆਦਾ ਔਖਾ ਹੋ ਜਾਣਾ। ਜਿਹੜੀ ਚੀਜ਼ ਉਹਨਾਂ ਨੂੰ ਅੱਜ 12-13 ਰੁਪਏ ਕਿਲੋ ਮਿਲ ਰਹੀ ਆ, ਉਹ ਮੁੜ ਕੇ ਬਾਅਦ ਦੇ ਵਿੱਚ 200-250 ਰੁਪਏ ਨੂੰ ਮਿਲਣੀ ਆ। ਤੇ ਜੇ ਤੁਸੀਂ ਸੋਚਦੇ ਨਾ ਮੋਦੀ ਸਰਕਾਰ ਨੂੰ ਏਡੀ ਛੇਤੀ ਮਤਲਬ ਵੀ ਮੰਨਣ ਦੀ ਜਿਹੜੀ ਆ ਉਹ ਮਤਲਬ ਵੀ ਕਾਰਪੋਰੇਟ ਘਰਾਣੇ ਮੰਨਣ ਦੀ ਤਿਆਰ ਕਰਦੇ ਹੋਣ ਦੇਣਗੇ, ਤੇ ਇਹ ਵੀ ਗੱਲ ਭੁੱਲ ਜਾਓ ਬਾਈ। ਇਹ ਵੀ ਗੱਲ ਨਹੀਂ ਬਣਨੀ। ਕੋਈ ਸਖਤ ਕਦਮ ਚੁੱਕਿਆ, ਦਿੱਲੀ ਦੀਆਂ ਨਾਸਾਂ ਬੰਦ ਕੀਤੀਆਂ, ਜਿਹੜੀ ਆ ਉਹ ਗੱਲਬਾਤ ਜਿਹੜੀ ਆ ਉਹ ਨਹੀਂ ਗੱਲਬਾਤ ਬਣਦੀ। ਜਿੰਨਾ ਚਿਰ ਤੁਸੀਂ ਦਿੱਲੀ ਨੂੰ ਤੰਗ ਨਹੀਂ ਕਰਦੇ, ਜਿੰਨਾ ਚਿਰ ਤੁਸੀਂ ਸਰਕਾਰ ਨੂੰ ਕੋਈ ਇਦਾਂ ਦਾ ਨਹੀਂ ਦਿੰਦੇ ਕੋਈ ਪ੍ਰੋਗਰਾਮ ਇਦਾਂ ਦਾ ਵੀ ਜਿੰਨਾ ਸਰਕਾਰ ਨੂੰ ਪਤਾ ਲੱਗੇ ਵੀ ਹਾਂ ਵੀ ਅਸੀਂ ਮਤਲਬ ਵੀ ਅੰਡਰ ਲੌਸ ਜਾਣ ਡਏ ਆ, ਸਾਨੂੰ ਨੁਕਸਾਨ ਹੋਣ ਡਿਆ, ਸਾਡੇ ਲੋਕਾਂ ਥੋੜੇ ਤੰਗ ਹੋਣ ਡਿਆ। ਹਾਂ ਦਿੱਲੀ ਤੰਗ ਹੋਊਗੀ, ਦਿੱਲੀ ਤੰਗ ਹੋਊਗੀ, ਦਿੱਲੀ ਦੇ ਲੋਕ ਵੀ ਥੋੜੇ ਤੰਗ ਹੋਣਗੇ, ਪਰ ਦਬਾਅ ਸਰਕਾਰ ਤੇ ਇਦਾਂ ਹੀ ਬਣਨਾ। ਜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਬਰਨਾਲੇ ਰੈਲੀ ਕਰ ਲਈ, ਉੱਥੇ ਲੋਕੀ ਇਕੱਠੇ ਕਰ ਲਏ, ਉਹ ਇੱਕ ਸਮਾਂ ਪੈਸੇ ਦੀ ਬਰਬਾਦੀ ਤੋਂ ਬਗੈਰ ਕੁਝ ਨਹੀਂ ਹੈਗਾ। ਕਰ ਲਓ ਮਹਾ ਪੰਚਾਇਤਾਂ, 600 ਮਹਾ ਪੰਚਾਇਤ ਕਰ ਲਓ, ਜਾਓ। ਮੈਂ ਇੰਨੀ ਕੁ ਗੱਲ ਪੁੱਛ ਲੂੰਗਾ ਤੁਹਾਨੂੰ ਵੀ ਉਹਨਾਂ ਮਹਾ ਪੰਚਾਇਤਾਂ ਦਾ ਫਾਇਦਾ ਕੀ ਬਣਿਆ। ਉਹਨਾਂ ਦਾ ਬੈਨੀਫਿਟ ਆਉਣ ਵਾਲੇ 6 ਸਾਲਾਂ ਬਾਅਦ ਵੀ ਦੱਸ ਦਿਓ ਮੈਨੂੰ, ਬਰਨਾਲੇ ਰੈਲੀ ਦਾ ਦੱਸ ਦਿਓ ਜਾਂ ਹੋਰ ਕਿਸੇ ਮਹਾ ਪੰਚਾਇਤ ਦਾ ਮੈਨੂੰ ਬੈਨੀਫਿਟ 6 ਸਾਲਾਂ ਬਾਅਦ ਵੀ ਦੱਸ ਦਿਓ ਵੀ ਸਾਨੂੰ ਆਹ ਗੱਲਬਾਤ ਦਾ ਬੈਨੀਫਿਟ ਆ, ਤੇ ਫਿਰ ਜਿਹੜੀ ਆ ਉਹ ਗੱਲਬਾਤ ਸੋਚ ਵੀ ਲਵਾਂਗੇ। ਬਾਕੀ ਤੁਸੀਂ ਜਿਹੜੀ ਗੱਲਬਾਤ ਆਂਦੇ ਨਾ, ਇੱਕ ਵੀਰ ਨੇ ਇੰਨੀ ਗੱਲ ਕੀਤੀ ਸੀ ਕਿ ਇਹ ਜਿਹੜੇ ਬਾਹਰ ਵਾਲੇ ਬੰਦੇ ਆ ਉਹ ਮੋਰਚਾ ਖਰਾਬ ਕਰਨਾ ਚਾਹੁੰਦੇ, ਬਾਹਰ ਵਾਲੇ ਬੰਦੇ ਜਿਹੜੇ ਆ ਉਹ ਵਿਰੋਧ ਕਰਦੇ। ਜਿਹੜੇ ਯਾਰ ਵਿਰੋਧ ਤੇ ਅਗਲਿਆਂ ਨੇ ਆਪੇ ਕਰਨਾ, ਉਹਨਾਂ ਨੇ ਤੇ ਆਪਣੇ ਘਰੋਂ ਉਹਨਾਂ ਨੇ ਤੇ ਆਪਣੇ ਘਰ ਹੂੰਜ ਕੇ ਜਿਹੜੇ ਆ ਉਹ ਦੇਣ ਡਏ ਆ ਤੁਹਾਨੂੰ। ਜਿੱਦਣ ਬਾਹਰ ਵਾਲਿਆਂ ਨੇ ਬਦਾਮ ਭੇਜੇ, ਜਿੱਦਣ ਕਾਜੂ ਭੇਜੇ, ਜਿੱਦਣ ਸਾਰਾ ਕੁਝ ਭੀਜਿਆ ਸੀ, ਉਹ ਬਾਈ ਜੀ ਉਦਣ ਬਾਹਰ ਵਾਲੇ ਚੰਗੇ ਸੀ। ਅੱਜ ਬਾਹਰ ਵਾਲਿਆਂ ਨੇ ਇੰਨੀ ਗੱਲ ਕਰ ਦਿੱਤੀ ਵੀ ਦੀਪ ਦੀ ਤੇ ਸੁੱਖੇ ਦੀ ਲੱਖੇ ਦੀ ਸਪੋਰਟ ਕਰੋ, ਤੇ ਬਾਈ ਜੀ ਅੱਜ ਜਿਹੜਾ ਵਾ ਅੱਜ ਬਾਹਰ ਵਾਲੇ ਮਾੜੇ ਹੋ ਗਏ ਆ। ਉਹ ਕੰਗ ਭਰਾਵਾ ਮੈਂ ਤੈਨੂੰ ਕੀ ਦੱਸਾਂ ਕਿ ਇਹਦੇ ਨਾਲ ਮੈਂ ਤੈਨੂੰ ਦੱਸਣ ਤੇ ਡਿਆ, ਭੌਂਕਣ ਡਿਆ ਸਵੇਰ ਦਾ ਹੀ। ਮੈਂ ਜਦੋਂ ਚੱਲਿਆ ਉਦੋਂ ਦਾ ਮੈਂ ਦੱਸਣ ਡਿਆ ਮੈਂ ਲੱਖੇ ਤੇ ਦੀਪ ਦੇ ਨਾਲ ਰਹਿਣਾ ਉਹਨਾਂ ਦੇ। ਲੱਗੀ ਸਮਝ ਕੇ ਹੋਰ ਦੱਸ ਕੇ ਇਹਦੇ ਨਾਲ ਦੱਸਾਂ। ਜੇ ਇਹਨਾਂ ਦੋਵਾਂ ਦੇ ਵਿੱਚੋਂ ਕੋਈ ਗਲਤ ਬੋਲੂਗਾ ਤੇ ਉਹਦੇ ਬਾਰੇ ਮੈਂ ਪੋਸਟ ਪਾਉਂਗਾ। ਘੜੀ ਮੁੜੀ ਪੁੱਛੀ ਜਾਣਾ ਤੂੰ ਕਿਹਦੇ ਨਾਲ। ਤੁਹਾਨੂੰ ਅਜੇ ਤੱਕ ਇੰਨੀ ਗੱਲ ਦਾ ਪਤਾ ਹੀ ਨਹੀਂ ਲੱਗਾ ਮੈਂ ਕਿਹਦੇ ਨਾਲ ਆ। ਲਾਈਵ ਹੋ ਕੇ ਰੋਜ਼ ਰੌਲਾ ਪਾਉਣ ਡਿਆ, ਬਾਕੀ ਗੱਲਾਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਦਾ, ਪੋਸਟਾਂ ਪਾ ਕੇ ਕਰਦਾ। ਤੁਹਾਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ ਮੈਂ ਕਿਹਦੇ ਨਾਲ। ਮੈਂ ਦੀਪ ਨਾਲ ਵਾਂ, ਮੈਂ ਲੱਖੇ ਦੇ ਨਾਲ ਵਾਂ, ਮੈਂ ਉਦੋਗੇ ਦੇ ਨਾਲ ਵਾਂ, ਮੈਂ ਹਰ ਉਸ ਯੂਥ ਦੇ ਬੰਦੇ ਦੇ ਨਾਲ ਵਾਂ ਜਿਹੜਾ ਬੰਦਾ ਇੰਨੀ ਗੱਲ ਕਹਿੰਦਾ ਵਾ ਕਿ ਅਸੀਂ ਇੱਥੇ ਦਿੱਲੀ ਬਹਿਣਾ ਵਾ, ਇੱਥੇ ਅਸੀਂ ਮਤਲਬ ਵੀ ਸਰਕਾਰ ਦੇ ਨੱਕ 'ਚ ਦਮ ਕਰਨਾ। ਮੈਂ ਉਹ ਬੰਦੇ ਦੇ ਨਾਲ ਵਾਂ। ਮੈਂ ਉਹ ਬੰਦੇ ਦੇ ਨਾਲ ਨਹੀਂ ਹੈਗਾ ਜਿਹੜਾ ਬੰਦਾ ਉੱਠ ਕੇ ਕਦੀ ਜਿਹੜਾ ਚੱਲ ਜੇ ਹਾਂ ਵੀ ਅਸੀਂ ਬਰਨਾਲੇ ਰੈਲੀ ਕਰ ਦਿੱਤੀ, ਅਸੀਂ ਉੱਥੇ ਰੈਲੀ ਕਰ ਦਿੱਤੀ, ਅਸੀਂ ਉਹ ਕਰ ਦਿੱਤਾ, ਅਸੀਂ ਭੁੱਖ ਹੜਤਾਲ ਰੱਖ ਲਈਏ, ਥਾਲੀਆਂ ਵਜਾ ਲਈਆਂ, ਅਸੀਂ ਉਹ ਕਰ ਲਿਆ। ਕਿਹਦੇ ਨਾਲ ਵਾਂ ਨੰਗੇ ਧੜ ਪਹਿਲੇ ਦਿਨ ਤੋਂ ਉਹਦੇ ਨਾਲ ਖੜੇ ਆ, ਲੱਖੇ ਨਾਲ ਤੇ ਦੀਪ ਨਾਲ ਪਹਿਲੇ ਦਿਨ ਤੋਂ ਹੀ ਨੰਗੇ ਧੜ ਖੜੇ ਆ। ਹੱਦਾ ਯਾਰ ਤੁਹਾਡੀ ਘੜੀ ਕੁ ਬਾਅਦ ਪੁੱਛੀ ਜਾਂਦੇ ਹੋ ਕਿਹਦੇ ਨਾਲ ਆ। ਅਸੀਂ ਬਸ ਉਹ ਬੰਦੇ ਦੇ ਨਾਲ ਆ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਬਿੱਲ ਰੱਦ ਹੋਣੇ ਚਾਹੀਦੇ ਆ ਤੇ ਆਪਾਂ ਉੱਠ ਕੇ ਨਹੀਂ ਜਾਣਾ ਉਦੋਂ। ਜਿਹੜਾ ਬੰਦਾ ਕਹਿੰਦਾ ਵੀ ਸਾਨੂੰ ਦਿੱਲੀ ਦੇ ਵਿੱਚ ਕੋਈ ਸਖਤ ਪ੍ਰੋਗਰਾਮ ਦੇਣੇ ਚਾਹੀਦੇ, ਆਪਾਂ ਉਹਦੇ ਨਾਲ ਆ। ਉਹ ਬੰਦੇ ਦੇ ਨਾਲ ਨਹੀਂ ਹੈਗੇ ਜਿਹੜਾ ਬਰਨਾਲੇ ਰੈਲੀ ਕਾਂਡਿਆ, ਜਿਹੜਾ ਉਹ ਬੰਦੇ ਦੇ ਨਾਲ ਨਹੀਂ ਹੈਗਾ ਜਿਹੜਾ ਕਲਕੱਤੇ ਜਾ ਕੇ ਗਰਾਊਂਡ ਤਿਆਰ ਕਰਨ ਡਿਆ। ਕਲਕੱਤੇ ਗਰਾਊਂਡ ਤਿਆਰ ਕਰਨੀ ਜਾ ਕੇ ਤੁਹਾਨੂੰ ਪੁੱਛੀਦਾ ਵੀ ਕਲਕੱਤੇ ਜਾ ਕੇ ਤੇ ਵਿਰੋਧੀ ਪਾਰਟੀ ਨੂੰ ਦੱਸ ਮਤਲਬ ਵੀ ਕੀ ਦੱਸਣਾ ਉੱਥੇ ਜਾ ਕੇ। ਇਹੋ ਜੀ ਇਹ ਗੱਲਾਂ ਜਿਹੜੀਆਂ ਵਾ ਉਹ ਮਤਲਬ ਵੀ ਕਲੀਅਰ ਨਹੀਂ ਹੈਗੀਆਂ। ਇਹ ਗੱਲਾਂ ਕਲੀਅਰ ਨਹੀਂ ਕਰ ਸਕਦੀ ਪਾਰਟੀ ਵੀ ਉੱਥੇ ਜਾ ਕੇ ਕਿਹਦੀ ਸਪੋਰਟ ਕਰਨੀ ਆ। ਇਦਾਂ ਇਹਦਾ ਸਿਆਸੀਕਰਨ ਹੋ ਜਾਊਗਾ ਮੋਰਚੇ ਦਾ। ਲਾਹਨਤਾ ਯਾਰ ਕਾਹਦਾ ਸਿਆਸੀਕਰਨ ਹੋ ਜਾਊਗਾ। ਉੱਥੇ ਜਾ ਕੇ ਤੁਹਾਨੂੰ ਪੁੱਛੂਗਾ ਮੋਦੀ ਦੇ ਖਿਲਾਫ ਵੋਟ ਕਿਹਨੂੰ ਪਾਉਣੀ ਆ, ਤੇ ਉੱਥੇ ਕੀ ਕਹੋਗੇ ਆ ਖਲੋਤਾ ਇਹਨੂੰ ਵੋਟ ਪਾਉਣੀ ਆ।
ਕੋਈ ਨਾ ਕੋਈ ਅਗਲੇ ਨੂੰ ਓਪੀਨੀਅਨ ਤੁਹਾਡਾ ਵਿਚਾਰ ਦਓਗੇ, ਕੋਈ ਵਿਕਲਪ ਦਓਗੇ ਮੋਦੀ ਦਾ, ਫੇਰ ਹੀ ਗੱਲਬਾਤ ਮੋਦੀ ਨੂੰ ਹਰਾਓਗੇ। ਕਿ ਮੋਦੀ ਨੂੰ ਭੈਣ ਜਦੋਂ ਕੋਈ ਖੋਤਾ ਖੜਾ ਕਰਕੇ ਹਰਾ ਦੇਣਾ ਵੀ ਆਹ ਮੋਦੀ ਆਹ ਖੋਤਾ ਖਲੋਤਾ, ਇਹਨੂੰ ਬਸ ਖੋਤੇ ਦਾ ਕੋਈ ਚੋਣ ਨਿਸ਼ਾਨ ਨਹੀਂ ਹੈਗਾ, ਬਸ ਉੱਤੇ ਵਾਲਟ ਪੇਪਰ ਦੇ ਜਾਂ ਕੋਈ ਉੱਥੇ ਜਿਹੜਾ ਹੋਊਗਾ ਕੋਈ ਸੋਚ ਉਹਨੂੰ ਨਾ ਪਾਏ, ਉਹ ਖੋਤੇ ਨੂੰ ਵੋਟ ਪੈ ਜਾਣੀ ਹੈ, ਮੋਦੀ ਨੂੰ ਵੋਟ ਪਾਉਣੀ ਬਸ ਆਪਾਂ ਆਹ ਕੰਮ ਕਰਨਾ। ਲਾਹਨਤੀ ਹੈ ਯਾਰ ਤੁਹਾਡੀ ਸੋਚ ਤੇ ਮੈਨੂੰ ਤੁਹਾਡੀ ਸੋਚ ਨਹੀਂ ਸਮਝ ਆਉਂਦੀ। ਮੈਂ ਪਿੰਡ ਦਾ ਸਰਪੰਚ ਖਲੋਣਾ ਵਾ, ਮੈਂ ਪਿੰਡ ਦੇ ਵਿੱਚ ਸਰਪੰਚ ਖਲੋਣਾ ਵਾ। ਜੋ ਸਰਪੰਚ ਖਲੋਊਗਾ ਪਿੰਡ ਦੇ ਵਿੱਚ ਇਹ ਰੌਲਾ ਪਾਈ ਜਾਓਗੇ ਬਲਜੀਤ ਨੂੰ ਵੋਟ ਨਹੀਂ ਪਾਉਣੀ, ਬਲਜੀਤ ਨੂੰ ਵੋਟ ਨਹੀਂ ਪਾਉਣੀ, ਬਲਜੀਤ ਨੂੰ ਵੋਟ ਨਹੀਂ ਪਾਉਣੀ, ਬਲਜੀਤ ਨੂੰ ਵੋਟ ਨਹੀਂ ਪਾਉਣੀ। ਤੁਹਾਨੂੰ ਉੱਥੋਂ ਕੋਈ ਬੰਦਾ ਪੁੱਛੂਗਾ ਵੀ ਪਾਉਣੀ ਵੋਟ ਕਿਹਨੂੰ ਆ, ਤੁਸੀਂ ਉਹਨੂੰ ਇਹੋ ਗੱਲ ਕਹਿ ਦਿਓ ਨਹੀਂ ਜੀ ਬਲਜੀਤ ਨੂੰ ਵੋਟ ਨਹੀਂ ਪਾਉਣੀ ਬਸ। ਫਿਰ ਅਗਲਾ ਤੁਹਾਨੂੰ ਮੋਟੀ ਹਰੀ ਗਾਲ ਕੱਢੂਗਾ, ਫਿਰ ਤੁਹਾਨੂੰ ਪੁੱਛੂਗਾ ਵੀ ਬਲਜੀਤ ਨੂੰ ਹਰਾਉਣ ਲਈ ਵੋਟ ਫਿਰ ਉੱਥੇ ਪਾਉਣੀ ਆ। ਸ਼ਰਮ ਕਰਿਆ ਕਰੋ ਯਾਰ ਥੋੜੀ ਬਹੁਤੀ। ਤੁਹਾਨੂੰ ਗੱਲ ਦਾ ਸਵਾਲ ਪੁੱਛੀਦਾ, ਤੁਹਾਡੇ ਕੋਲ ਸਵਾਲ ਦਾ ਜਵਾਬ ਨਹੀਂ ਹੁੰਦਾ, ਤੁਸੀਂ ਅੱਗਿਓਂ ਹੋਰ ਹੀ ਬੰਨੇ ਨੂੰ ਤੁਰ ਪੈਂਦੇ ਹੋ। ਉਦਣ ਦਾ ਮੈਂ ਤੁਹਾਨੂੰ ਇੰਨੀ ਗੱਲ ਪੁੱਛਣ ਡਿਆ, ਕਿਸੇ ਬੰਦੇ ਨੇ ਇੰਨੀ ਗੱਲ ਨਹੀਂ ਕੀਤੀ। ਮੈਂ ਤੁਹਾਨੂੰ ਉਦਣ ਦਾ ਇੰਨੀ ਗੱਲ ਪੁੱਛਣ ਡਿਆ ਵੀ ਕਲਕੱਤੇ ਰੈਲੀ ਜਾਓ, ਉੱਥੇ ਕੁੜੀ 50 ਕਰੋੜ ਬੰਦਾ ਇਕੱਠਾ ਕਰ ਦੋ, ਮੋਦੀ ਦੀ ਫੱਟੀ ਪੋਚ ਦੋ, ਕੁਝ ਕਰ ਲਓ। ਪਰ ਜੇ ਕੋਈ ਬੰਦਾ ਤੁਹਾਨੂੰ ਵਿੱਚੋਂ ਉੱਠ ਕੇ ਸਵਾਲ ਕਰ ਲੂਗਾ ਵੀ ਬਾਈ ਜੀ ਦੱਸੋ ਸਾਨੂੰ ਇੰਨੀ ਗੱਲ ਤੇ ਦੱਸ ਦਿਓ ਵੀ ਮੋਦੀ ਦੇ ਖਿਲਾਫ ਜਿਤਾਉਣਾ ਕਿਹਨੂੰ ਆ, ਉੱਥੇ ਕੀ ਦੱਸੋਗੇ ਇਸ ਬਾਰੇ? ਅਸੀਂ ਕਲੀਅਰ ਕਰਕੇ ਹੀ ਨਹੀਂ ਆਏ। ਯਾਰ ਬਾੜੇ ਯਾਰ ਤੁਸੀਂ ਤੇ ਮੈਂ ਨਾ ਵੀ ਤੁਹਾਡੇ ਤੇ 70 ਸਾਲ ਕਾਂਗਰਸ ਨੇ ਤੇ ਅਕਾਲੀਆਂ ਨੇ ਰਾਜ ਕੀਤਾ, ਸਹੀ ਕੀਤਾ ਵਾ, ਕੋਈ ਇਸ ਗੱਲ ਦੇ ਵਿੱਚ ਦੋ ਰਾਏ ਨਹੀਂ ਹੈਗੀ। ਤੁਹਾਡੇ ਪਿੰਡ ਦਾ ਸਰਪੰਚ ਹੋਊਗਾ, ਉਹ ਬੰਦਾ ਹੋਊਗਾ ਜਿਹੜਾ ਸਿਰੇ ਦਾ ਕਰਪਟ ਹੋਊਗਾ। ਉਹ ਕਿਉਂ ਹੋਊਗਾ? ਤੁਹਾਡੀ ਸੋਚ ਕਰਕੇ। ਤੁਹਾਡੀ ਸੋਚ ਹੀ ਨਹੀਂ ਉੱਥੇ ਤੱਕ ਪਹੁੰਚਦੀ ਯਾਰ ਜਿੱਥੇ ਤੱਕ ਅਗਲਾ ਬੰਦਾ ਸੋਚੀ ਬੈਠਾ ਹੁੰਦਾ। ਉਹ ਸਰਪੰਚ ਜਿਹੜਾ ਤੁਹਾਨੂੰ ਇੱਕ ਬੋਤਲ ਪਿਆਲ ਕੇ ਜਿਹੜਾ ਥਾਣੇ ਜਾ ਕੇ ਕਹੂਗਾ ਦੋ 10,000 ਰੁਪਇਆ, ਤੁਹਾਡਾ ਰਾਜੀਨਾਮਾ ਹੀ ਆ। ਮੈਂ ਅੱਜ ਤੱਕ ਇੰਨੀ ਗੱਲ ਯਾਰ ਕਹੀ ਨਹੀਂ, ਤੁਹਾਨੂੰ ਇੰਨੀ ਗੱਲ ਕਹੀ ਨਹੀਂ। ਤੁਸੀਂ ਕਾਂਗਰਸ ਦਾ ਵਿਰੋਧ ਕਰੋ, ਤੁਸੀਂ ਅਕਾਲੀ ਦਲ ਦਾ ਵਿਰੋਧ ਕਰੋ, ਤੁਸੀਂ ਆਪ ਦਾ। ਮੈਂ ਇੱਕੋ ਗੱਲ ਕਹਿਣਾ ਨਾ, ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲਓ, ਤੁਹਾਡਾ ਅੰਦਰ ਕਿੰਨਾ ਕੁ ਸੁਥਰਾ ਯਾਰ। ਤੁਹਾਡਾ ਅੰਦਰ ਕਿੰਨਾ ਕੁ ਸੁਥਰਾ ਵਾ। ਉੱਥੇ ਇੱਕ ਕਿਸਾਨ ਨੇ ਪੋਸਟ ਪਾਈ, ਕਹਿੰਦਾ ਇਹ ਅਸੀਂ ਮਤਲਬ ਕਿ ਆਪਣੇ ਘਰ ਜੋਗਾ ਅਗਵਾਉਣਾ ਸ਼ੁਰੂ ਕਰ ਦਾਂਗੇ। ਉੱਥੇ ਥੱਲੇ ਇੱਕ ਮੋਦੀ ਕੰਜਰ ਦਾ ਭਗਤ ਥੱਲੇ ਏਡਾ, ਮੈਂ ਨਾ ਵੀ ਕੁੜੀ ਦੀ ਗਾਲ ਵੀ ਨਹੀਂ ਬਣੀ ਜਿਹੜੀ ਉਹਨੂੰ ਕੱਢੀ ਜਾਈਏ, ਉਹ ਥੱਲੇ ਕਿ ਲਿਖਣ ਡਿਆ ਵਾ ਇਹ ਤੁਸੀਂ ਆਪਣੇ ਘਰ ਜੋਗੀ ਜਿਹੜੀ ਆ ਉਹ ਕਣਕ ਉਗਾਓ ਤੇ ਅਸੀਂ ਮਤਲਬ ਵੀ ਜਿਹੜੀ ਆ ਉਹ ਅਸੀਂ ਇਹ ਬਿਸਕੁਟ ਖਾ ਕੇ ਗੁਜ਼ਾਰਾ ਕਰ ਲਾਂਗੇ। ਦੱਸ ਉਹਨੂੰ ਭੈਣ ਦਿਆ ਖਸਮਾ ਬਿਸਕੁਟ ਭੈਣ ਚੋਦ ਉਹ ਗੱਲ ਵੀ ਫਿਰ ਬਣਨੇ ਆ ਉਹਦੇ। ਬਿਸਕੁਟ ਕਾਹਦੇ ਬਣਨੇ ਆ? ਬਿਸਕੁਟ ਵੀ ਤੇ ਉਸੇ ਚੀਜ਼ ਦੇ ਬਣਨੇ ਆ, ਕਣਕ ਦੇ ਬਣਨੇ ਆ, ਆਟੇ ਦੇ ਬਣਨੇ ਆ। ਕਿ ਸਾਲਿਓ ਬਿਸਕੁਟ ਮਿੱਟੀ ਤੇ ਥੱਪ ਕੇ ਖਾ ਲੈਣੇ ਜੇ। ਇੰਨੀ ਕੁ ਯਾਰ ਇੰਨੀ ਕੁ ਸੋਚ ਵਾ ਤੁਹਾਡੇ ਲੋਕਾਂ ਦੀ, ਤੁਸੀਂ ਗੱਲ ਨੂੰ ਸੁਣਨਾ ਨਹੀਂ, ਸਮਝਣਾ ਨਹੀਂ, ਬਸ ਆਪਣੀ ਜਿਹੜੀ ਗੱਲਬਾਤ ਤੋਰਨ ਡੈ ਪੈਣਾ। ਮੈਂ ਤਾਂ ਇੱਕੋ ਗੱਲ ਤੁਹਾਨੂੰ ਆਣਾ ਵੀ ਜਾਓ, ਵੱਖਰੀ ਗੱਲ ਆ ਅਸੀਂ ਬਾਹਰ ਵਾਲੇ ਤੁਹਾਡੇ ਤੇ ਬੜੇ ਇਹਨਾਂ ਦੇ ਬੜੇ ਔਖੇ ਬੈਠੇ ਜਥੇਬੰਦੀਆਂ ਤੇ, ਇਹ ਗਰੰਟੀ ਆ। ਪਰ ਮੈਂ ਇੱਕ ਗੱਲ ਜਿਹੜੀ ਆ ਨਾ ਉਹ ਮੈਂ ਕਹਿਣੀ ਚਾਹੁੰਦਾ ਵਾਂ, ਉਹਨਾਂ ਬੰਦਿਆਂ ਨੇ ਤੁਹਾਡਾ ਸਾਥ ਦਿੱਤਾ ਸੀ ਬਿੱਲ ਰੱਦ ਕਰਾਉਣ ਵਾਸਤੇ, ਉਹਨਾਂ ਨੇ ਤੁਹਾਡਾ ਸਾਥ ਇਹ ਕਰਕੇ ਨਹੀਂ ਦਿੱਤਾ ਕਿ ਪੋਲੀਟੀਕਲ ਗਰਾਊਂਡ ਤਿਆਰ ਕਰਦੇ ਫਿਰੋ। ਠੀਕ ਹੈ ਨਾ। ਤੇ ਹੁਣ ਜਿਹੜਾ ਹੁਣ ਨਿੱਜਰ ਸਾਹਿਬ ਨੇ ਇੰਨੀ ਗੱਲ ਕਹੀ ਸੀ ਨਾ ਉਦਣ ਵੀ ਸਾਨੂੰ ਬਾਹਰੋਂ ਪੈਸੇ ਆਉਣੇ ਘਟ ਗਏ ਆ, ਤਾਂ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵਾ ਕਿ ਬਾਹਰੋਂ ਆਉਣੇ ਪੈਸੇ ਤੁਹਾਨੂੰ ਬੰਦ ਹੀ ਹੋ ਜਾਣੇ ਆ ਜੇ ਉਹੀ ਹਾਲ ਦਿਆ ਤੇ। ਮਿਸ਼ਨ ਸਾਹਿਬ ਬਿਸਕੁਟ ਫਿਰ ਗੋਹੇ ਦੇ ਹੀ ਬਣਾ ਕੇ ਖਾਣਗੇ, ਉਹ ਖਾਣਾ ਤੇ ਸ਼ੁਰੂ ਕਰ ਦਿੱਤਾ ਵਾ। ਉਹ ਐਮਾਜ਼ੋਨ ਦੇ ਉੱਤੇ ਇਹਨਾਂ ਨੇ ਪਾਥੀਆਂ ਵੇਚੀਆਂ, ਕੋਈ ਉਹ ਕੀ ਡੰਗ ਆਂਦੇ ਕੀ ਸੀਗੇ ਸਾਲੇ, ਮੈਨੂੰ ਤੇ ਸਮਝ ਨਹੀਂ, ਮੈਨੂੰ ਅੰਗਰੇਜ਼ੀ ਘੱਟ ਆਉਂਦੀ ਆ। ਉਹਨੂੰ ਕੀ ਡੰਗ ਕੇਕ ਆਂਗੇ, ਡੰਬ ਕੇਕ ਆਂਦੇ ਆ। ਉੱਥੇ ਕਿਸੇ ਨੇ ਭੈਣ ਚੋ ਐਮਾਜ਼ੋਨ ਦੇ ਉੱਤੇ ਰਿਵਿਊ ਦਿੱਤਾ ਵਾ ਵੀ ਇਹ ਸਵਾਦ ਨਹੀਂ ਹੈਗਾ, ਇਹਦਾ ਥੋੜਾ ਜਿਹਾ ਸਵਾਦ ਸੁਧਾਰਿਆ ਜਾਵੇ। ਇੱਥੇ ਤੱਕ ਯਾਰ ਸਾਡੇ ਲੋਕ ਗੋਹਾ ਖਾਣ ਡਏ ਆ, ਐਮਾਜ਼ੋਨ ਤੋਂ ਇਹ ਗੋਹਾ ਵੇਚਣ ਡੇ, 13 ਰੁਪਏ ਕਿਲੋ ਪਾਥੀਆਂ ਵੇਚਣ ਡੇ ਆ। ਤੇ ਅਸੀਂ ਆਪਣੇ ਲੋਕਾਂ ਦੇ ਕੋਲੋਂ ਇੱਕ ਨਵਾਂ ਸਮਾਜ ਸਿਰਜਣ ਦੀ ਗੱਲ ਕਰਨ ਡਏ ਆ, ਪਰ ਸਾਡੇ ਲੋਕ ਤੇ ਗੋਹਾ ਖਾਣ ਡੈ ਪਏ। ਮੈਨੂੰ ਸਾਲੀ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਕਿੱਥੇ ਜਾ ਕੇ ਕਿੰਨਾ ਕੁ ਗਿਰ ਕੇ ਹੋਰ ਰੁਕਾਂਗੇ, ਕਿੰਨੀ ਕੁ ਦੂਰ ਥੱਲੇ, ਕਿੰਨਾ ਕੁ ਥੱਲੇ ਡਿੱਗ ਕੇ ਗਿਰਾਂਗੇ ਯਾਰ। ਗੋਹੇ ਦੇ ਉੱਤੇ ਰਿਵਿਊ ਦੇਣ ਡਏ ਐਮਾਜ਼ੋਨ ਨੂੰ।
ਵੀ ਇਹ ਟੇਸਟੀ ਨਹੀਂ ਹੈਗਾ, ਇਹਨੂੰ ਤੇ ਇਹਦਾ ਸਵਾਦ ਥੋੜਾ ਸੁਧਾਰਿਆ ਜਾਵੇ। ਵਾਓ, ਹੱਦ ਹੀ ਆ ਯਾਰ। ਉੱਥੋਂ ਵੈਸੇ ਕਈ ਵਾਰੀ ਨਾ ਇਹ ਸੋਚ ਕੇ ਨਾ ਪਤਾ ਕੀ ਕਰੀਦਾ ਵਾ, ਇਹ ਸੋਚ ਕੇ ਇੰਨੀਆਂ ਕਿ ਗੱਲਾਂ ਤੁਹਾਡੀਆਂ ਵੇਖ ਵੂਖ ਕੇ ਨਾ ਕਈ ਵਾਰੀ ਸੋਚੀਦਾ ਯਾਰ ਦਫਾ ਕਰੀਏ ਪਰੇ, ਕੀ ਬੋਲਣਾ। ਦੀਪ ਆਪਣੀ ਜਗ੍ਹਾ ਤੁਰਿਆ ਫਿਰੇ, ਲੱਖਾ ਆਪਣੀ ਜਗ੍ਹਾ ਤੁਰਿਆ ਫਿਰੇ, ਆਪਾਂ ਤੇ ਆਪਣਾ ਕੰਮ ਕਰਨ ਹੀ ਡਏ ਆ, ਟਰੱਕ ਦੇ ਵਿੱਚ ਬੈਠੇ ਆ, ਲੋਡ ਲੱਦੀਦਾ ਵਾ, ਲਾ ਲਈਦਾ। ਅੱਜ ਮੇਰੇ ਹਿਸਾਬ ਨਾਲ 15 ਕੇ 16 ਦਿਨ ਟਰੱਕ 'ਚ ਹੋ ਗਏ, ਅਜੇ 5-6 ਦਿਨ ਹੋਰ ਲੱਗਣੇ ਆ। ਘਰ ਜਾ ਕੇ ਮਹਿੰਗੀ ਸ਼ਰਾਬ ਪੀਦੀ ਆ, $200-250 ਵਾਲੀ, ਤੇ ਵਧੀਆ ਬਣਾ ਕੇ ਮਟਨ ਖਾਈਦਾ ਵਾ। ਤੇ ਕੀ ਲੈਣਾ ਵਾ ਅਸੀਂ ਇਹਨਾਂ ਕੰਮਾਂ ਦੇ ਵਿੱਚੋਂ? ਪਰ ਫਿਰ ਵੇਖੀਦਾ ਵਾ ਯਾਰ ਆਪਣੇ ਜਦੋਂ ਆਪਣਾ ਸਾਡਾ ਟੱਬਰ ਦੇ ਵਿੱਚੋਂ ਹੀ ਜਿਹੜੇ ਮੇਰੇ 7 ਮੈਂਬਰ ਦਿੱਲੀ ਤੋਂ ਬੈਠੇ ਆ ਉੱਥੇ, ਜਦੋਂ ਉਹਨਾਂ ਨੂੰ ਮਤਲਬ ਵੀ ਵੇਖੀਦਾ ਵਾ ਯਾਰ ਉਹ ਦਿੱਲੀ ਬੈਠੇ ਆ। ਹੁਣ ਮੈਂ ਤੇ ਜੇ ਵੇਖਿਆ ਜਾਵੇ ਤੇ ਮੈਂ ਤੇ ਕਮਾਈ ਕਰਨ ਡਿਆ ਵਾ। ਜੇ ਮੈਂ ਅਮਰੀਕਾ ਵਿੱਚ ਬੈਠਾ ਵਾ ਆਪਣੇ ਟੱਬਰ ਵਾਸਤੇ ਬੈਠਾ, ਮੈਂ ਆਪਣੇ ਚਾਚੇ ਤਾਇਆਂ ਵਾਸਤੇ ਥੋੜਾ ਬੈਠਾ ਯਾਰ। ਕਿਹੜਾ ਬੰਦਾ ਵਾ ਜਿਹੜਾ ਆਪਣੇ ਚਾਚੇ ਤਾਇਆਂ ਨੂੰ ਪੈਸੇ ਦਿੰਦਾ? ਮੈਂ ਵੀ ਨਹੀਂ ਦਿੰਦਾ। ਹਾਂ, ਕਦੀ ਉਹਨਾਂ ਲਈ ਬੂਟ ਭੇਜਦੇ, ਕਦੀ ਚੱਪਲ ਭੇਜਦੀ ਹੋਊਗੀ, ਕਦੀ ਘੜੀ ਭੇਜ ਦੂੰਗਾ, ਕਦੀ ਕੁਝ ਭੇਜ ਦੂੰਗਾ, ਇਦਾਂ ਦਾ ਸਮਾਨ ਭੇਜ ਦੂੰਗਾ। ਕੀ ਕਰੂੰਗਾ ਮੈਂ ਹੋਰ? ਇਹ ਤੋਂ ਵੱਧ ਉਹਨਾਂ ਲਈ ਕੀ ਕਰ ਸਕਦਾ ਯਾਰ? ਮੈਂ ਕਮਾਈ ਮੈਂ ਆਪਣੇ ਟੱਬਰ ਲਈ ਕਰਨ ਡਿਆ। ਤੁਹਾਡੇ ਦੇ ਉੱਤੇ ਤੁਸੀਂ ਮੈਨੂੰ 500-550 ਬੰਦਾ ਸੁਣ ਡੇ ਜੇ, ਮੈਂ ਤੁਹਾਡੇ ਵਾਸਤੇ ਥੋੜਾ ਕਰਨ ਡਿਆ, ਮੈਂ ਆਪਣੇ ਟੱਬਰ ਵਾਸਤੇ ਕਮਾਈ ਕਰਨ ਡਿਆ। ਜੇ ਮੈਨੂੰ ਮਹਾਰਾਜ ਸਮੱਤ ਬਖਸ਼ੂਗਾ ਥੋੜੀ ਜੀ, ਮੈਂ ਮਹੀਨੇ ਦਾ $100-150-200-300 ਕੱਢ ਲੂੰਗਾ, ਦੇ ਦੂੰਗਾ ਕਿਸੇ ਪਰਿਵਾਰ ਨੂੰ, ਲੋੜਵੰਦ ਨੂੰ, ਤੇ ਉਹਦੀਆਂ 5-6 ਪੋਸਟਾਂ ਪਾ ਕੇ ਤੇ ਆਪਣੀ ਬੱਲੇ ਬੱਲੇ ਕਰਵਾ ਲੂੰਗਾ। ਮੈਂ ਇੱਕ ਪੋਸਟ ਪਾਉਂਗਾ 200 ਜਾਂ 250 ਰੁਪਈਆ ਦਿਨ ਦੇ ਵਿੱਚ, ਆਪਣੀ ਇੱਕ ਦਿਹਾੜੀ ਦੇ ਪੈਸੇ ਖਰਚ ਕੇ ਮੈਂ ਪੋਸਟ ਪਾਉਂਗਾ ਵੱਡੀ ਹਾਰੀ ਲਿਖ ਕੇ ਵੀ ਮੈਂ ਤੇ ਮੇਰੀ ਟੀਮ ਨੇ ਜਾਂ ਮੇਰੇ ਬੰਦਿਆਂ ਨਾਲਦਿਆਂ ਨੇ ਇੰਨੇ ਪੈਸੇ ਭੇਜ ਦਿੱਤੇ, ਤੁਸੀਂ ਥੱਲੇ ਮੈਨੂੰ ਸੀਸਾਂ ਦਓਗੇ, ਦਵਾਵਾਂ ਦਓਗੇ। ਇਹੋ ਕੁਝ ਹੀ ਆ, ਹੋਰ ਮੈਂ ਕੀ ਕਰ ਲੂੰਗਾ ਯਾਰ? ਇੰਨਾ ਕੀ ਕਰ ਸਕਦੇ ਨਾ। ਇਹ ਤੋਂ ਵੱਧ ਜੇ ਮੈਂ ਤੁਸੀਂ ਸੋਚੋ ਵੀ ਮੈਂ ਮਹੀਨੇ ਦੇ ਪੈਸੇ ਹੀ ਜਿਹੜੇ ਆ ਉਹ ਮਤਲਬ ਵੀ ਮੈਂ ਤਾਂ ਤੁਹਾਡੇ ਤੇ ਖਰਚ ਦੇਣੇ ਜਾਂ ਲੋੜਵੰਦਾਂ ਤੇ ਖਰਚ ਦੇਣੇ, ਤੇ ਇਹ ਗੱਲ ਤੇ ਝੂਠ ਵਾ ਬਾਈ ਜੀ। ਹਾਂ, ਪੋਸਟ ਪਾਉਣਾ ਵਾ, ਮੈਂ ਪੋਸਟ ਪਾਉਣਾ, ਮੈਂ ਨਹੀਂ ਆਂਦਾ ਮੈਂ ਪਾਉਣਾ ਵਾ, ਮੈਂ ਪੋਸਟ ਪਾਉਣਾ ਵਾ, ਪਰ ਉਹਦੇ ਵਿੱਚ ਮੈਨੂੰ ਜ਼ਿਆਦਾ ਵਡਿਆਈ ਤੋਂ ਜ਼ਿਆਦਾ ਤੁਹਾਡੀ ਅਸੀਸ ਦੀ ਲੋੜ ਹੁੰਦੀ ਹੈ ਯਾਰ। ਅਸੀਂ ਆਪਣੇ ਧਰਮ ਨੂੰ, ਮੈਂ ਚਲੋ ਮੈਂ 100% ਮੈਂ ਬਿਲੋਂਗ ਨਹੀਂ ਕਰਦਾ, ਮੈਂ ਸ਼ਰਾਬ ਵੀ ਪੀਣਾ, ਮੈਂ ਮੀਟ ਵੀ ਖਾਣਾ, ਮੇਰੇ 'ਚ ਬੜੀਆਂ ਕੁਰੀਤੀਆਂ ਹੋਣਗੀਆਂ ਯਾਰ, ਹੋਰ ਵੀ ਮੇਰੇ 'ਚ ਭੈੜਤਾਈਆਂ ਹੋਣਗੀਆਂ, ਪਰ ਕਿਤੇ ਨਾ ਕਿਤੇ ਮੈਂ 20% ਤੇ ਸਿੱਖ ਹੈਗਾ ਹੀ ਆ ਨਾ ਬਾਈ। ਤੇ 20% ਸਿੱਖੀ ਮੇਰੀ ਜਿਹੜੀ 20% ਸਿੱਖੀ ਆ, ਉਹ 20% ਸਿੱਖੀ ਦੇ ਵਿੱਚ ਇਹ ਗੱਲ ਜਿਹੜੀ ਗੱਲ ਮੈਂ ਫਾਲੋ ਕਰਦਾ ਉਹ ਮੈਂ ਇਹ ਫਾਲੋ ਕਰਦਾ। ਬਾਕੀ ਤਾਂ ਮੈਂ ਸਿੱਖੀਜ਼ਮ ਨੂੰ ਕੋਈ ਕਿਸੇ ਬੰਨੇ ਫਾਲੋ ਨਹੀਂ ਕਰਨ ਡਿਆ। ਮੈਂ ਸਿੱਖੀਜ਼ਮ ਦੇ ਵਿੱਚ ਇੱਕ ਚੀਜ਼ ਫਾਲੋ ਕਰਨ ਡਿਆ ਵੀ ਦਸਵੰਧ ਕੱਢਣਾ ਚਾਹੀਦਾ। ਉਹ ਦਸਵੰਧ ਦੇ ਬਦਲੇ ਕੱਢਣ ਦੇ ਬਦਲੇ ਜੇ ਮੈਂ ਤੁਹਾਡੇ ਅੱਗੇ ਮੈਂ ਪੋਸਟ ਪਾਉਣਾ ਤੇ ਉਹਦੇ ਵਿੱਚ ਮੈਨੂੰ ਕੋਈ ਆਪਣੀ ਮਤਲਬ ਵੀ ਵਡਿਆਈ ਕਰਨ ਦੀ ਗੱਲਬਾਤ ਨਹੀਂ ਹੁੰਦੀ। ਸਿਰਫ ਮੇਰੀ ਇੰਨੀ ਕੁ ਗੱਲਬਾਤ ਹੁੰਦੀ ਕਿ ਮੈਂ ਤੁਹਾਡੇ ਤੋਂ 4 ਅਸੀਸਾਂ ਲਾਂ, ਕਿਸੇ ਵੇਲੇ ਤੁਹਾਡੀ ਦਿੱਤੀ ਅਸੀਸ ਸ਼ਾਇਦ ਮੇਰੇ ਕੰਮ ਆ ਜੇ। ਸਿਰਫ ਇੰਨੀ ਵਜ੍ਹਾ ਕਰਕੇ ਵੀ ਤੁਹਾਡੇ ਮੂੰਹ ਦੇ ਵਿੱਚੋਂ ਮੇਰੇ ਲਈ, ਜੇ 20 ਬੰਦਿਆਂ ਦੇ ਮੂੰਹ ਦੇ ਵਿੱਚੋਂ ਮੇਰੇ ਲਈ ਕੋਈ ਚੰਗਾ ਬੋਲ ਨਿਕਲ ਗਿਆ ਤੇ ਉਹ ਚੰਗਾ ਬੋਲ ਜਿਹੜਾ ਪਤਾ ਨਹੀਂ ਕਿਹੜੇ ਮੇਰੇ ਔਖੇ ਵੇਲੇ ਦੇ ਉੱਤੇ ਕੰਮ ਆ ਜਾਣਾ। ਸਿਰਫ ਇਹ ਕਰਕੇ ਯਾਰ, ਹੋਰ ਨਹੀਂ ਕਿਸੇ ਕਰਕੇ। ਨਾ ਮੇਰਾ ਉਗਰਾਹਾਂ ਵਾਲੇ ਨਾਲ ਵਿਰੋਧ, ਨਾ ਰਾਜੇਵਾਲ, ਨਾ ਡੱਲੇਵਾਲ, ਨਾ ਰੁਲਦੇ, ਨਾ ਕਿਸੇ ਦੇ ਨਾਲ ਵੀ ਮੇਰਾ ਵਿਰੋਧ ਨਹੀਂ ਹੈਗਾ। ਵਿਰੋਧ ਬਸ ਮੈਨੂੰ ਇਸ ਗੱਲ ਦਾ ਹੈਗਾ ਕਿ ਬਾਈ ਜੀ ਥਕਾਉਣ ਵਾਲੇ ਪ੍ਰੋਗਰਾਮ ਨਾ ਦਈਏ, ਜਿਹੜਾ ਕੰਮ ਮੇਨ ਕਰਨ ਵਾਲਾ ਉਹ ਦਈਏ, ਅਲਟੀਮੇਟਮ ਦੇ ਕੇ ਕਰੋ। ਇਹ ਨਹੀਂ ਆਂਦਾ ਮੈਂ ਵੀ ਤੁਸੀਂ ਰਾਤ ਉੱਠੋ ਤੇ ਸਵੇਰੇ ਉੱਠ ਕੇ ਤੇ ਤੁਸੀਂ ਇਹ ਪ੍ਰੋਗਰਾਮ ਦੇ ਦਿਓ ਵੀ ਹਾਂਜੀ ਬਾਈ ਦਿੱਲੀ ਬੰਦ ਕਰ ਦੇਣੀ ਹੈ। ਯਾਰ ਸਰਕਾਰ ਨੂੰ ਅਲਟੀਮੇਟਮ ਦੇ ਕੇ ਤੇ ਵੇਖੋ, ਇੱਕ ਦਿਨ ਅਲਟੀਮੇਟਮ ਦੇ ਕੇ ਵੇਖੋ ਕਿ ਅਸੀਂ ਦਿੱਲੀ ਦੇ ਕਲਕੱਤੇ ਰੈਲੀ ਕਰਨ ਦੇ ਨਾਲੋਂ, ਹੋਰ ਥਾਂ ਰੈਲੀਆਂ ਮਹਾਂ ਪੰਚਾਇਤਾਂ ਕਰਨ ਦੇ ਨਾਲੋਂ ਤੁਹਾਡੇ ਨਾਲ ਇੱਕ ਲੋਕ ਆ ਉੱਠ ਕੇ ਸਿਰਫ 5-5 ਪੈਰ ਅੱਗੇ ਹੋ ਕੇ ਤੁਸੀਂ ਇੱਕ ਸੜਕ ਘੇਰ ਦਿਓ, ਦਿੱਲੀ ਨੂੰ ਦੋ ਅਲਟੀਮੇਟਮ। ਕਹੇ ਸਾਨੂੰ ਪੁੱਛਦੇ ਹੋ ਤੁਸੀਂ ਦੱਸੋ ਕੀ ਕਰਨਾ ਚਾਹੀਦਾ। ਮੈਂ ਇੰਨੀ ਗੱਲ ਨਾ ਵੀ 10 ਦਿਨਾਂ ਦਾ ਅਲਟੀਮੇਟਮ ਦੇ ਦਿਓ ਸਰਕਾਰ ਨੂੰ ਕਿ ਹਾਂਜੀ ਬਾਈ ਜੀ ਅਸੀਂ 3 ਦਿਨ ਬਾਅਦ ਇੱਕ ਸੜਕ ਬੰਦ ਕਰ ਦੇਣੀ ਜੀ, 6 ਦਿਨ ਬਾਅਦ ਦੂਜੀ ਕਰ ਦੇਣੀ ਜੀ, 9ਵੇਂ ਦਿਨ ਅਸੀਂ ਤੀਜੀ ਵੀ ਬੰਦ ਕਰ ਦੇਣੀ ਜੀ। ਬਸ ਗੱਲ ਖਤਮ। ਤੁਸੀਂ ਵੇਖ ਲਿਓ ਅਸਰ ਹੁੰਦਾ ਵਾ ਜਾਂ ਨਹੀਂ। ਫਿਰ ਇੱਥੇ ਕੁਝ ਬੰਦਿਆਂ ਨੇ ਗੱਲਬਾਤ ਕਰਨੀ ਆ ਕਿ ਬਾਈ ਜੀ ਉਹ ਗੋਲੀ ਚਲਾਉਣਗੇ, ਉਹ ਮਾਰ ਦੇਣਗੇ ਜੀ, ਇਦਾਂ ਕਰ ਦੇਣਗੇ, ਉਦਾਂ ਕਰ ਦੇਣਗੇ। ਤੇ ਜਿੱਦਣ ਆਪਾਂ ਘਰੋਂ ਤੁਰੇ ਸੀ ਉਦਣ ਇਹਨਾਂ ਦਾ ਗੱਲਬਾਤ ਇੰਨੀ ਗੱਲਬਾਤ ਸੀ, ਉਦਣ ਇੰਨੀ ਗੱਲ ਬੰਦੇ ਸੀ ਜਾਂ ਮਰਾਂਗੇ ਤੇ ਜਾਂ ਜਿੱਤਾਂਗੇ। ਤੇ ਹੋ ਸਕਦਾ ਵਾ ਗਿੱਲ ਸਾਹਿਬ ਇਹ ਤਾਂ ਫਿਰ ਜਾਂ ਸਿੱਧੀ ਗੱਲ ਇੰਨੀ ਗੱਲ ਕਰ ਦੇਣ ਵੀ ਹਾਂ ਵੀ ਅਸੀਂ ਮਹਾਂ ਪੰਚਾਇਤਾਂ ਕਰੀ ਜਾਣੀਆਂ, ਅਸੀਂ ਇੱਥੇ ਬੈਠੇ ਰਹਿਣਾ ਵਾ, ਅਸੀਂ ਇਦਾਂ ਕਰੀ ਜਾਣਾ ਵਾ, ਤੇ ਅਸੀਂ ਕੋਈ ਇਦਾਂ ਦਾ ਅਲਟੀਮੇਟਮ ਨਹੀਂ ਗਾ ਦੇਣਾ। ਲੋਕਾਂ ਨੂੰ ਵੀ ਥੋੜੀ ਜਿਹੀ ਯਾਰ ਇਹਨਾਂ ਦੀ ਸਮਝ ਆ ਜੇ। ਠੀਕ ਹੈ ਨਾ? ਜੇ
ਇਦਾਂ ਕੀਤਿਆਂ ਕੋਈ ਫਾਇਦਾ ਹੈਗਾ ਵਾ ਤੇ ਫਿਰ ਮੈਨੂੰ ਨਹੀਂ ਲੱਗਦਾ ਯਾਰ ਫਾਇਦਾ ਹੋ ਜਾਊਗਾ। ਇਹ ਲੋਕਾਂ ਨੂੰ ਤਕਾਉਣ ਦਾ, ਪੈਸੇ ਦੀ, ਸਮੇਂ ਦੀ ਬਰਬਾਦੀ ਹੈ। ਸੋ ਮੇਰੇ ਵੀਰ ਇੰਨੀ ਕੁ ਬੇਨਤੀ ਕਬੂਲ ਕਰਿਓ, ਜਿੱਦਣ ਕੋਈ ਤੁਹਾਨੂੰ ਲੱਗੂਗਾ ਕਿ ਇਦਾਂ ਦਾ ਕੋਈ ਫਾਇਦਾ ਹੈਗਾ ਵਾ। ਗੋਲੀਆਂ ਦੇ ਬਾਬਾ ਜੀ ਵੇਖੋ ਪਤਾ ਗੱਲ ਕੀ ਆ, ਹੁਣ ਇਹਨਾਂ ਨੇ ਕਿਹੜਾ ਦਿੱਲੀ ਘੇਰਨ ਨੂੰ ਕਹੀ ਆ, ਹੁਣ ਕਿਹੜੀ ਗੱਲਬਾਤ ਇਹਨਾਂ ਨੇ ਦਿੱਲੀ ਘੇਰਨ ਨੂੰ ਕਹੀ ਆ, ਹੁਣ ਇਹਨਾਂ ਨੇ ਇੱਕੋ ਹੀ ਗੱਲਬਾਤ ਕਹਿਤੀ ਆ, ਇਹਨਾਂ ਨੇ ਇੱਕੋ ਗੱਲਬਾਤ ਲਿਖ ਦਿੱਤੀ ਆ। ਉਹ ਤੁਸੀਂ ਉਹ ਟਲ ਜਾਓ, ਤੁਸੀਂ ਦੋ ਜਣੇ ਅੜਬ, ਉਹ ਡਾਕੂ, ਤੁਸੀਂ ਟਲ ਜਾਓ, ਬੰਦੇ ਦੇ ਪੁੱਤ ਬਣ ਜਾਓ ਯਾਰ। ਸਾਰੇ ਲਾਈਵ ਦੇ ਵਿੱਚ ਜੇ ਕਿਸੇ ਨੇ ਕਮੈਂਟ ਪੜ੍ਹ ਲਏ ਤੇ ਸਾਰੇ ਲਾਈਵ ਦੇ ਵਿੱਚ ਮੈਨੂੰ ਲਾਨਤਾਂ ਪੈਣੀਆਂ। ਬੰਦੇ ਬਣ ਜਾਓ ਤੁਸੀਂ ਦੋਵੇਂ ਜਣੇ, ਗਬਰਾ ਭਰਾ ਬਣ ਕੇ ਨਾਂ ਲਿਖੋ, ਨਾ ਕੱਢੋ। ਤੇ ਤੁਹਾਡਾ ਦਾਦਾ ਵੇਖਣ ਡਿਆ ਜੇ ਉਧਰਲੇ ਬੰਨੇ, ਉਹਨੇ 2 ਵਾਰੀ ਮੈਨੂੰ ਲਾਈਕ ਕਰਕੇ ਪੋਸਟ ਤੇ ਮੈਨੂੰ ਦੱਸ ਦਿੱਤਾ ਵਾ, ਤੇ ਇਹ ਮੈਨੂੰ ਲਾਈਵ ਡਿਲੀਟ ਕਰਨਾ ਪੈ ਜਾਣਾ ਜੇ ਤੁਹਾਡੇ ਕਮੈਂਟ ਡਿਲੀਟ ਨਹੀਂ ਹੋਣੇ। ਸਾਰੇ ਬੰਦੇ ਦੇ ਪੁੱਤ ਬਣ ਜਾਓ, ਬਾਪੂ ਵੇਖਣ ਡਿਆ ਜੇ ਲਾਈਵ, ਤੇ ਉਹਨੇ ਹੁਣੇ ਮੈਨੂੰ ਫੋਨ ਲਾ ਦੇਣਾ ਵਾ। ਨਾ ਕਰੋ ਮੇਰੇ ਪੁੱਤ, ਏਦਾਂ ਨਾ ਕਰੋ। ਬਾਪੂ ਨੇ 2 ਵਾਰੀ ਲਾਈਕ ਭੇਜ ਦਿੱਤਾ ਵਾ ਮੈਨੂੰ, ਤੇ ਮੈਂ ਵੇਖ ਲਿਆ ਵਾ, ਤੇ ਉਹਦੇ ਵਿੱਚ ਉਹਨੇ ਮੁੜ ਕੇ ਫਿਰ ਮੇਰੀ ਕਲਾਸ ਲਾਊਗਾ ਯਾਰ ਉਹ। ਤੇ ਇੱਕ ਗੱਲ ਬਾਬੇ, 2 ਕੀ ਗੱਲਾਂ ਬਸ, ਕਿਉਂਕਿ ਮੈਂ ਵੀ ਹੁਣ ਘੜੀ ਸੌਂ ਲਾਂ, ਕਿਉਂਕਿ ਰਾਤ ਸ਼ਾਇਦ ਟਰੱਕ ਚਲਾਉਣਾ ਪੈ ਜੇ। ਇਹਨਾਂ ਨੇ ਕਹਿਤਾ ਵੀ ਲੇਟ ਕਰਨਾ ਵਾ ਲੋਡ, ਆਪਾਂ ਨੂੰ ਸ਼ਾਇਦ ਰਾਤ ਚਲਾਉਣਾ ਪੈ ਜੇ। ਤੇ ਦੂਜੀ ਗੱਲ ਬਾਬਾ ਜੀ ਇੰਨੀ ਕੁ ਗੱਲ ਕਹਿਣੀ ਆ ਕਿ ਹੁਣ ਦਿੱਲੀ ਪੁਲਿਸ ਨੇ ਕਹਿੰਦੇ ਆ ਵੀ ਉੱਥੇ ਬੋਰਡ ਲਾ ਦਿੱਤੇ ਆ, ਤੇ ਦਿੱਲੀ ਪੁਲਿਸ ਨੇ ਬੋਰਡ ਤੇ ਉੱਤੇ ਇਹ ਕਿਹਾ ਵੀ ਆਪਣਾ ਤੁਸੀਂ ਤਾਮਝਾਮ ਚੁੱਕ ਕੇ ਇੱਥੋਂ ਤੁਰਦੇ ਫਿਰੋ। ਜੇ ਤੁਸੀਂ ਵਿਰੋਧ ਕੀਤਾ ਤੇ ਵਿਰੋਧ ਕਰਨ ਦੇ ਵਿੱਚ ਉੱਥੇ ਲਾਠੀ ਚਾਰਜ ਵੀ ਹੋਣਾ, ਉੱਥੇ ਗੋਲੀ ਵੀ ਚੱਲ ਸਕਦੀ, ਜਾਂ ਕੁਝ ਵੀ ਹੋ ਸਕਦਾ, ਉਹ ਫਿਰ ਵੀ ਹੋਣਾ। ਇਹ ਗੱਲ ਪੱਕੀ ਆ। ਜਿਹੜੀ ਗੱਲ ਤੁਸੀਂ ਕਹਿੰਦੇ ਨਾ ਬੰਦੇ ਮਾਰ ਦੇਣੇ ਆ, ਉਹ ਹੋ ਜਾਣਾ, ਜੇ ਹੋ ਜਾਣਾ। ਜੇ ਉਹ ਬੰਦੇ ਮਾਰਨ ਤੇ ਆਏ ਤੇ ਤੁਹਾਡੇ ਬੰਦੇ ਉਦਾਂ ਮਾਰ ਦੇਣੇ ਉਹਨਾਂ ਨੇ। ਥੋੜੇ ਦਿਨਾਂ ਬਾਅਦ ਤੁਹਾਨੂੰ ਸ਼ਾਇਦ ਦਿੱਲੀ ਦੇ ਉਹਨਾਂ ਨੇ ਉਹਨਾਂ ਨੇ ਇੰਨੀ ਗੱਲ ਲਿਖ ਕੇ ਲਾਤੀ ਆ ਵੀ ਬੋਰਡ ਆਪਣੇ ਵੀ ਤੁਸੀਂ ਆਪਣਾ ਇੱਥੋਂ ਤੰਬੂ ਜਾਂ ਟੈਂਟ ਜਾਂ ਆਪਣੇ ਸਮਾਨ ਜਿਹੜਾ ਤੁਸੀਂ ਫਿੱਟ ਕਰਨ ਡਏ ਆ ਉਹ ਲਾ ਦਿਓ, ਲੈ ਜਾਓ, ਤਾਂ ਫਿਰ ਵੀਰ ਜੀ ਕੁੱਟਮਾਰ ਤੁਹਾਡੀ ਦਿੱਲੀ ਘੇਰਨ ਤੋਂ ਬਗੈਰ ਵੀ ਹੋਣੀ ਆ। ਬਾਕੀ ਮੈਂ ਇੱਕ ਪੋਸਟ ਪਾਉਣਾ ਵਾ, ਫੋਟੋਆਂ ਪਾਉਣਾ ਵਾ, ਜਿੱਥੇ ਅਟਲ ਬਿਹਾਰੀ ਵਾਜਪਾਈ ਨੇ ਕਿਸਾਨਾਂ ਨੂੰ ਲੈ ਕੇ ਜਿਹੜੀ ਹੀ ਉਹ ਸੰਸਦ ਘੇਰੀ ਸੀ, ਤੇ ਸੰਸਦ ਦਾ ਇਜਲਾਸ ਚੱਲਣ ਡਿਆ ਵਾ। ਤੇ ਜਿੱਦਣ ਮੈਨੂੰ ਪਤਾ ਕੀ ਲੱਗਦਾ ਵਾ, ਮੈਂ ਤੁਹਾਨੂੰ ਅੱਜ ਇੱਕ ਮਾੜਾ ਜਿਹਾ ਹਿੰਟ ਦਿੰਦਾ, ਮੈਨੂੰ ਇੰਨੀ ਗੱਲ ਮੈਂ ਕਹਿਣਾ ਵਾ ਤੁਹਾਨੂੰ ਵੀ ਜਿੱਦਣ ਸੰਸਦ ਦਾ ਇਜਲਾਸ ਖਤਮ ਹੋ ਗਿਆ, ਜਿੱਦਣ ਸੰਸਦ ਦੇ ਵਿੱਚ ਮਤਲਬ ਵੀ ਇਹ ਬਹਿਣੋਂ ਹਟ ਗਏ, ਮੈਨੂੰ ਲੱਗਦਾ ਵੀ ਉਦੋਂ ਤੁਸੀਂ ਸੰਸਦ ਘੇਰਨ ਦਾ ਜਿਹੜਾ ਵਾ ਉਹ ਮਤਲਬ ਵੀ ਪ੍ਰੋਗਰਾਮ ਬਣਾਉਣਾ ਵਾ। ਤੇ ਜੇ ਤੁਸੀਂ ਸੰਸਦ ਦਾ ਇਜਲਾਸ ਖਤਮ ਹੋਣ ਤੋਂ ਬਾਅਦ ਜੇ ਤੁਸੀਂ ਸੰਸਦ ਘੇਰਨ ਵੱਲ ਤੁਰੇ, ਤੇ ਫਿਰ ਉਦੋਂ ਜਿਹੜੀਆਂ ਲਾਹਨਤਾਂ ਮੈਂ ਤੁਹਾਨੂੰ ਮੋਟੀਆਂ ਸਿੱਧੀਆਂ ਗਾਲਾਂ ਕੱਢ ਕੇ ਮੈਂ ਪੋਸਟਾਂ ਪਾਉਣੀਆਂ ਵਾ ਨਾ, ਉਹ ਮੈਂ ਜਾਣਦਾ ਜਾਂ ਤੁਸੀਂ ਜਾਣੋਗੇ ਫਿਰ ਉਦੋਂ। ਇਹ ਗਲਤੀ ਮੈਂ ਗਾਰੰਟੀ ਦਿੰਦਾ, ਮੈਂ ਸਿੱਧੀਆਂ ਗੰਦੀਆਂ ਗਾਲਾਂ ਕੱਢਣੀਆਂ ਜੇ ਤੁਹਾਨੂੰ ਉਦੋਂ। ਜੇ ਤੁਸੀਂ ਸੰਸਦ ਦਾ ਇਜਲਾਸ ਖਤਮ ਹੋਣ ਤੋਂ ਬਾਅਦ ਪਾਰਲੀਮੈਂਟ ਨੂੰ ਮੂੰਹ ਕੀਤਾ ਨਾ, ਤੇ ਉਦੋਂ ਅਸੀਂ ਤੁਹਾਨੂੰ ਸਾਰਿਆਂ ਨੇ ਗੰਦੀਆਂ ਗਾਲਾਂ ਕੱਢਣੀਆਂ ਜੀ, ਕਿਉਂਕਿ ਉਦੋਂ ਇੱਕ ਖਾਲੀ ਬਿਲਡਿੰਗ ਨੂੰ ਘੇਰਨ ਦਾ ਕੋਈ ਫਰਕ ਨਹੀਂ ਹੋਣਾ। ਠੀਕ ਹੈ ਜੀ। ਦੂਜੀ ਗੱਲ, ਕੱਲ ਵਾਲੀ ਰੈਲੀ ਹੋਣੀ ਆ, 100% ਹੋਣੀ ਆ। ਦੀਪ ਦੀ ਤੇ ਲੱਖੇ ਦੀ ਸਪੋਰਟ ਦੇ ਵਿੱਚ ਵੱਧ ਤੋਂ ਵੱਧ ਜਾਣੇ ਉੱਥੇ ਪੇਸ਼ ਪਹੁੰਚੋ। ਉੱਥੇ ਜਾ ਕੇ ਆਪਣਾ ਇੱਕ ਸ਼ਾਂਤਮਈ ਤਰੀਕੇ ਦੇ ਨਾਲ, ਕੋਈ ਤੁਹਾਨੂੰ ਪ੍ਰਸ਼ਾਸਨ ਦਾ ਬੰਦਾ ਕੁਝ ਕਹਿੰਦਾ ਵਾ ਤਾਂ ਉੱਥੇ ਤੁਸੀਂ ਸਿਰਫ ਆਪਣਾ ਵਿਰੋਧ ਸ਼ਾਂਤਮਈ ਰੱਖਣਾ, ਕਿਸੇ ਤੇ ਹੱਥ ਨਹੀਂ ਚੁੱਕਣ ਦੀ ਲੋੜ, ਕੋਈ ਇਦਾਂ ਦਾ ਕੰਮ ਕਰਨ ਦੀ ਨਹੀਂ ਲੋੜ ਜਿੰਨਾ ਸਰਕਾਰ ਨੂੰ ਸਾਡੇ ਉੱਤੇ ਤਸ਼ੱਦਦ ਕਰਨ ਦਾ ਮੌਕਾ ਮਿਲੇ। ਤੁਸੀਂ ਪਿਆਰ ਨਾਲ ਰਹਿਣਾ ਵਾ, ਐਨ ਇੱਕ ਰਾਜੇਵਾਲ ਦੀ ਗੱਲ ਸੁਣੋ, ਜਾਬਤੇ ਦੇ ਵਿੱਚ ਰਹਿਣਾ ਵਾ ਤੇ ਜਾਬਤੇ ਤੋਂ ਬਾਹਰ ਨਹੀਂ ਹੋਣਾ। ਇਜਲਾਸ ਬਾਬੇ, ਇਜਲਾਸ ਮਤਲਬ ਵੀ ਮੀਨਸ ਵਰਕਿੰਗ, ਉੱਥੇ ਵਰਕਿੰਗ ਡੇ ਆ ਨਾ ਸੰਸਦ ਦੇ ਵਿੱਚ। ਹੁਣ ਜਿੱਦਾਂ ਮਤਲਬ ਵੀ ਉੱਥੇ ਜਿਹੜਾ 200-250 ਮੈਂਬਰ ਪਾਰਲੀਮੈਂਟ ਆਉਂਦਾ ਵਾ, ਉਹਨੂੰ ਇਜਲਾਸ ਹੀ ਆਖ ਦਿੰਦੇ ਆਪਾਂ। ਇਜਲਾਸ ਸ਼ੁਰੂ ਹੋਇਆ ਏ ਉਰਦੂ ਦੇ ਵਿੱਚ ਮੇਰੇ ਹਿਸਾਬ ਨਾਲ ਲਫ਼ਜ਼ ਵਾ ਇਜਲਾਸ ਇਹਦਾ। ਤੇ ਉੱਥੇ ਪਹੁੰਚ ਕਰੋ, ਦੀਪ ਦੀ ਲੱਖੇ ਦੀ ਦੱਬ ਕੇ ਸਪੋਰਟ ਕਰੋ। ਅੱਜ ਮੈਂ ਤੁਹਾਨੂੰ ਇੰਨੀ ਗੱਲ ਮੈਂ ਫਿਰ ਕਹਿਣ ਲੱਗਾ, ਜਿਹੜਾ ਬੰਦਾ ਜਥੇਬੰਦੀਆਂ ਦੇ ਹੱਕ ਦੇ ਵਿੱਚ ਬਿਨਾਂ ਕਿਸੇ ਕਾਰਨ ਦੇ ਝੁੱਲ ਗਿਆ, ਉਹ ਦੀਪ ਹੋਵੇ, ਉਹ ਲੱਖਾ ਹੋਵੇ, ਬਾਈ ਉਹਦਾ ਵਿਰੋਧ ਆਪਾਂ ਕਰਨਾ ਜੀ। ਠੀਕ ਹੈ ਜੀ, ਇਹ ਚੱਕਰ ਵਾ ਇਹਨਾਂ। ਬਾਕੀ ਚੜ੍ਹਦੀ ਕਲਾ ਵਾ ਸਾਰੀ, ਤੇ ਟੈਨਸ਼ਨ ਨਹੀਂ ਲੈਣੀ। ਪ੍ਰਸ਼ਾਸਨ ਨੇ ਜ਼ੋਰ ਆਪਣਾ ਲਾਉਣਾ ਵਾ, ਤੁਸੀਂ ਸ਼ਾਂਤਮਈ ਰਹਿਣਾ ਵਾ, ਪਿਆਰ ਨਾਲ ਰਹਿਣਾ ਵਾ। ਉੱਥੇ ਆਪਣੇ ਸੱਜਣਾ ਮਿੱਤਰਾਂ ਨੂੰ, ਫੇਸਬੁੱਕ ਵਾਲਿਆਂ ਨੂੰ ਮਿਲੋ,
ਹਾਂਜੀ ਜਗਜਾਜੀ ਸਾਹਿਬ ਕੰਮ ਵਿਖਾਲਦਾ ਬਾਬੇ 1 ਮਿੰਟ। ਉੱਥੇ ਆਪਣੇ ਫੇਸਬੁੱਕ ਫਰੈਂਡਾਂ ਨੂੰ ਮਿਲੋ, ਅੱਗੇ ਆਪਣੀ ਜਾਣ ਪਹਿਚਾਣ ਵਧਾਓ, ਆਪਣਾ ਪਿਆਰ ਵਧਾਓ। ਇਦਾਂ ਹੀ ਮੇਰੇ ਨਾਲ ਸਾਰੇ ਜਿੰਨੇ ਸੱਜਣ ਜੁੜੇ ਆ ਆਪਣੇ ਨਾਲ, ਬੜੇ ਵਧੀਆ ਸੱਜਣ, ਇਦਾਂ ਦੇ ਕਈ ਸੱਜਣ ਜੁੜੇ ਆ ਵੀ ਜਿਨ੍ਹਾਂ ਨਾਲ ਆਪਣੇ ਭਰਾਵਾਂ ਤੋਂ ਵੱਧ ਕੇ, ਕਿ ਮੈਨੂੰ ਖੁਦ ਨੂੰ ਆਪਣੇ ਨਾਲੋਂ ਵੱਧ ਪਿਆਰ ਉਹਨਾਂ ਨਾਲ। ਮਿਲੀਏ ਗਿਲੀਏ ਆਪਾਂ, ਇੱਕ ਸਹੀ ਸੋਚ ਰੱਖ ਕੇ ਚੱਲੀਏ, ਕਿਸੇ ਦਾ ਨੁਕਸਾਨ ਨਹੀਂ ਕਰਨਾ। ਉੱਥੇ ਮੋਟਰਸਾਈਕਲਾਂ ਦਾ ਆਪਣੇ ਦਾ ਧਿਆਨ ਰੱਖੋ, ਚੋਰੀ ਤੋਂ ਬਚਾਓ, ਜੇਬ ਕਤਰਿਆਂ ਤੋਂ ਬਚੋ। ਖਾਸ ਕਰ ਮੋਟਰਸਾਈਕਲ ਆਪਣੇ ਧਿਆਨ ਨਾਲ ਰੱਖਿਓ ਮੇਰੇ ਵੀਰੋ, ਕਿਉਂਕਿ ਇਦਾਂ ਦੀ ਜਗ੍ਹਾ ਦੇ ਉੱਤੇ ਜਿੱਥੇ ਬੰਦੇ ਆਉਣੇ ਉੱਥੇ ਮੋਟਰਸਾਈਕਲ ਵੀ ਬੜੇ ਚੋਰੀ ਹੁੰਦੇ ਆ। ਤੇ ਆਪਣਾ ਨੁਕਸਾਨ ਕਰਾਉਣ ਦੀ ਜਗ੍ਹਾ ਦੇ ਉੱਤੇ ਆਪਾਂ ਇੱਕ ਵਧੀਆ ਸੋਚ ਲੈ ਕੇ ਜਾਣਾ ਵਾ, ਇਹ ਤਰੀਕੇ ਨਾਲ ਜਾਣਾ ਵਾ। ਆਪਣਾ ਆਪਣੇ ਸਾਧਨਾਂ ਦਾ ਧਿਆਨ ਰੱਖਣਾ, ਕੋਈ ਪ੍ਰਸ਼ਾਸਨ ਨੂੰ ਕੋਈ ਇਦਾਂ ਦਾ ਮੌਕਾ ਨਹੀਂ ਦੇਣਾ ਉਹ ਸਾਡੇ ਤੇ ਹੱਥ ਚੁੱਕੇ, ਸਾਡੇ ਬੰਦਿਆਂ ਦੇ ਸੱਟਾਂ ਲੱਗਣ, ਜ਼ਖਮੀ ਹੋਣ, ਜਾਂ ਕੋਈ ਵੀ ਇਦਾਂ ਦਾ ਪ੍ਰਬੰਧ ਕਰਨਾ ਵਾ ਵੀ ਜਿੱਥੇ ਨਾਲ ਆਪਾਂ ਜਿੱਦਾਂ ਸਵੇਰੇ ਘਰੋਂ ਤਿਆਰ ਬਿਆਰ ਹੋ ਕੇ ਜਾਣਾ ਉਦਾਂ ਹੀ ਤਿਆਰ ਬਿਆਰ ਹੋ ਕੇ ਆਪਾਂ ਕਰਨ ਆਉਣਾ। ਸੋ ਚੜ੍ਹਦੀ ਕਲਾ, ਹੌਸਲਾ ਨਹੀਂ ਛੱਡਣਾ ਕਦੀ। ਆਪਾਂ ਗੱਲ ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਦੱਸ ਕੇ ਜਾਣਾ ਵਾ ਵੀ ਪਰਮਾਤਮਾ ਦੇ ਵਿਸ਼ਵਾਸ ਕਿਉਂ ਵਾ ਮੇਰਾ। ਮੈਂ ਛੋਟੀ ਜਿਹੀ ਗੱਲ ਤੁਹਾਡੇ ਨੂੰ ਦੱਸ ਕੇ ਜਾਣਾ, ਆਪਣੀ ਹੱਡ ਬੀਤੀ, ਕਿਸੇ ਨਾਲ ਹੋਈ ਬੀਤੀ ਨਹੀਂ, ਆਪਣੀ ਹੱਡ ਬੀਤੀ ਮੈਂ ਤੁਹਾਨੂੰ ਦੱਸ ਕੇ ਜਾਣਾ ਇੰਨੀ ਕੁ। ਜਦੋਂ ਕੋਸਟਾ ਰੀਕਾ ਦੇ ਵਿੱਚੋਂ ਅਸੀਂ ਨਿਕਾਰਾਗੁਆ ਇੰਟਰ ਹੋਏ ਨਾ, ਤੇ ਕੋਸਟਾ ਰੀਕਾ ਦੇ ਜੰਗਲ ਦੇ ਵਿੱਚ ਇੰਟਰ ਹੁੰਦਿਆਂ ਸਾਰ ਹੀ ਨਾ, ਮਤਲਬ ਵੀ ਮੇਰੇ ਕੋਲੋਂ ਮਾਫੀ ਵਾਲਿਆਂ ਨੇ ਮੇਰੇ ਬੂਟ ਨਵੇਂ ਲਏ ਸੀ, ਮੈਂ ਉਹ ਵੀ ਲਵਾ ਲਏ, ਤੇ ਜਿਹੜੇ ਮੇਰੇ ਕੱਪੜੇ ਕੁੱਪੜੇ ਸੀ ਉਹ ਵੀ ਲੈ ਲਏ। ਤੇ ਕੋਸਟਾ ਰੀਕਾ ਦੇ ਜੰਗਲ ਦੇ ਵਿੱਚੋਂ ਜਦੋਂ ਨਿਕਾਰਾਗੁਆ ਜਾ ਕੇ, ਜਦੋਂ ਮੈਨੂੰ ਉਹਨਾਂ ਨੇ ਸਾਨੂੰ ਨਿਕਾਰਾਗੁਆ ਦੇ ਡੌਂਕਰਾਂ ਦੇ ਹਵਾਲੇ ਕੀਤਾ ਵਾ, ਉਦੋਂ ਤੱਕ ਮੇਰੇ ਬੂਟ ਟੁੱਟ ਗਏ ਸੀ ਤੇ ਕਮੂਜ਼ ਮੇਰੀ ਪਾੜ ਗਈ। ਜਿਹੜੇ ਬੂਟ ਉਹ ਤੁਰਨ ਨਹੀਂ ਦਿੰਦੇ ਮੈਨੂੰ, ਮੈਂ ਬੂਟ ਲਾ ਕੇ ਸੁੱਟ ਦਿੱਤੇ। ਨਿਕਾਰਾਗੁਆ ਦੇ ਵਿੱਚ ਝਾੜੀਆਂ ਤੇ ਘਾਹ ਇਦਾਂ ਦਾ ਹੁੰਦਾ ਵੀ ਉਹ ਤੁਹਾਡੇ ਕੱਪੜਿਆਂ ਨਾਲ ਵੀ ਜਿੱਥੇ ਲੱਗ ਗਿਆ ਕੱਪੜੇ ਪਾੜੀ ਜਾਂਦਾ। ਜਦੋਂ ਮੈਂ ਉੱਥੋਂ ਅੱਗੇ ਤੁਰ ਪਿਆ, ਜਦੋਂ ਅਸੀਂ ਕੋਈ ਹੌਂਡਰਸ ਦੇ ਬਾਰਡਰ ਦੇ ਉੱਤੋਂ 20 ਮੀਲ ਪਿੱਛੇ ਰਹਿ ਗਏ, 20 ਕਿਲੋਮੀਟਰ, ਉੱਥੇ ਉਹਨੇ ਲਾਈਟਾਂ ਮਾਰੀਆਂ ਮੈਂ ਜਦੋਂ ਉਹਨੇ ਮੇਰੇ ਲਾਈਟਾਂ ਦੇ ਪੈਰਾਂ ਦੇ ਉੱਤੇ ਲਾਈਟ ਮਾਰੀ ਆ, ਤੇ ਮੇਰੇ ਪੈਰ ਥੱਲਿਓਂ ਸਾਰੇ ਨੀਲੇ ਹੋ ਗਏ ਸੀ ਪੱਥਰਾਂ ਦੇ ਕੰਡਿਆਂ ਦੇ ਨਾਲ, ਤੇ ਗੋਡਿਆਂ ਤੱਕ ਮੇਰੇ ਮਾਸ ਕਰੀਬ ਯਾਨੀ ਕਿ ਜਿਹੜਾ ਸੀ ਲੱਥ ਚੁੱਕਾ ਸੀ ਸਾਰਾ ਹੀ, ਯਾਨੀ ਕਿ ਥੱਲਿਓਂ ਚਮੜੀ ਆ ਗਈ ਸੀ, ਦੂਜੀ ਚਰਬੀ ਜੀ ਦਿਖਣ ਡੈ ਪਈ ਸੀ, ਤੇ ਨਾ ਮੇਰੇ ਨੀਲੇ ਹੋ ਗਏ ਸੀ ਸਾਰੇ। ਮੇਰੇ ਨਾਲ ਉਦੋਂ ਕੋਈ 13 ਕੁ ਮੁੰਡੇ ਸੀ, 13 ਮੁੰਡਿਆਂ ਦੇ ਵਿੱਚੋਂ ਇੱਕ ਮੁੰਡਾ ਮੇਰੇ ਪਿੰਡ ਦਾ ਸੀ, ਤੇ 2 ਮੈਨੂੰ ਜਵਾਕ ਹੋਰ ਦੇ ਕੇ ਤੋਰਿਆ ਸੀ ਉੱਥੋਂ ਪਿੰਡ। ਉੱਥੇ ਮੇਰੇ ਬੰਦਿਆਂ ਨੇ ਵੀ ਨਿਆਣੇ ਆ, ਤੂੰ ਨਾਲ ਚੱਲ ਜੀ। ਉਦੋਂ ਉਹ ਬੰਦੇ ਨੇ ਮੈਨੂੰ ਵੱਖਰਾ ਕੀਤਾ। ਵੱਖਰਾ ਕਰਨ ਤੋਂ ਬਾਅਦ ਮੇਰੇ ਮੱਥੇ ਦੇ ਵਿਚਕਾਰ ਗਨ ਰੱਖੀ। ਗਨ ਰੱਖਣ ਤੇ ਉਹਨੇ ਮੈਨੂੰ ਟੁੱਟੀ ਫੁੱਟੀ ਇੰਗਲਿਸ਼ ਦੇ ਵਿੱਚ ਇੰਨੀ ਗੱਲ ਕਹੀ ਕਿ ਤੇਰਾ ਕਰਕੇ ਮੈਂ ਇਹਨਾਂ ਬਾਕੀ ਬੰਦਿਆਂ ਦਾ 12 ਦਾ ਨੁਕਸਾਨ ਨਹੀਂ ਕਰਾ ਸਕਦਾ, ਵੀ ਮੈਨੂੰ ਤੈਨੂੰ ਗੋਲੀ ਮਾਰਨੀ ਪੈਣੀ ਆ। ਤੇ ਯਕੀਨ ਮੰਨਿਓ ਉਹ ਵੇਲੇ ਜਾਨ ਨਾ ਇੰਨੀ ਤੰਗ ਸੀ ਨਾ, ਉਸ ਵੇਲੇ ਇੰਨੀ ਜਾਨ ਤੰਗ ਸੀ ਕਿ ਉਹ ਜਦੋਂ ਮੱਥੇ ਦੇ ਵਿੱਚ ਪਿਸਤੌਲ ਉਹਨੇ ਰੱਖਿਆ ਸੀ, ਤੇ ਉਹ ਪਿਸਤੌਲ ਨਾਲ ਮੈਨੂੰ ਨਾ ਮੇਰੀਆਂ ਅੱਖਾਂ 'ਚ ਡਰ ਆਇਆ, ਨਾ ਮੇਰਾ ਸਰੀਰ ਕੰਬਿਆ, ਨਾ ਮੈਨੂੰ ਮੌਤ ਤੋਂ ਡਰ ਆਇਆ। ਬਸ ਇੱਕ ਵਾਰੀ ਇਦਾਂ ਲੱਗਾ ਵੀ ਜਿੰਨੀ ਤਕਲੀਫ ਆ ਇਹਦੇ ਨਾਲੋਂ ਗੋਲੀ ਵੱਜੀ ਦੀ ਤਕਲੀਫ ਘੱਟ ਹੋਊਗੀ। ਇੰਨਾ ਕੁ ਮੈਨੂੰ ਲੱਗਾ ਵੀ ਸ਼ਾਇਦ ਜਿੰਨੀ ਤਕਲੀਫ ਹੋਣ ਵਾ ਸਰੀਰ ਨੂੰ, ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀ, ਵੀ ਇੰਨੀ ਤਕਲੀਫ ਨਾਲੋਂ ਗੋਲੀ ਵੱਜ ਕੇ ਜਾਨ ਛੁੱਟ ਜੂਗੀ, ਹਨਾ। ਪਰ ਮੈਂ ਫਿਰ ਇੱਕ ਵਾਰੀ ਉਹਨੂੰ ਮੈਂ ਇੰਨੀ ਗੱਲ ਕਹੀ ਕਿ ਹੁਣ ਨਹੀਂ, ਅਜੇ ਨਹੀਂ, ਜਦੋਂ ਮੈਂ ਡਿੱਗ ਪੂੰਗਾ, ਜਦੋਂ ਮੈਂ ਤੁਰਿਆ ਜਾਂਦਾ ਡਿੱਗ ਪਿਆ, ਉਦੋਂ ਮੈਨੂੰ ਗੋਲੀ ਮਾਰ ਦੀ। ਉਹਨਾਂ ਦੇ ਵਿੱਚ ਇੱਕ ਬਜ਼ੁਰਗ ਸੀ, ਉਹਨੇ ਆਣ ਕੇ ਉਹ ਮੁੰਡੇ ਦੀ ਬਾਹ ਫੜ ਲਈ, ਕਹਿੰਦਾ ਵੀ ਮਾਰਨਾ ਨਹੀਂ ਇਹਨੂੰ, ਜਿੱਥੇ ਡਿੱਗ ਪੂਗਾ ਉੱਥੇ ਛੱਡ ਜਾਂਗੇ, ਪਰ ਇਹਨੂੰ ਨਾਲ ਰੱਖ ਜੇ। ਉਸ ਤੋਂ ਬਾਅਦ ਕੀ ਹੁੰਦਾ ਵਾ, ਉਸ ਤੋਂ ਬਾਅਦ ਜੀ ਚਲੋ ਆਪਾਂ ਵੀ ਸੋਚਿਆ, ਬੰਦੇ ਸਾਰੇ ਸਾਹ ਸੂਹ ਲੈਣ ਡੈ ਪਏ, ਮੈਂ ਵੀ 2 ਮਿੰਟ ਥੋੜਾ ਜਿਹਾ ਉੱਥੇ ਵੱਟ ਜੀ ਦੇ ਉੱਤੇ ਬਹਿ ਗਿਆ, ਤੇ ਬਹਿ ਕੇ ਤੇ ਮੈਂ ਜਿੱਦਾਂ ਸੁਰਤ ਆਪਣੀ ਦੀ ਅੱਖਾਂ ਮੀਟੀਆਂ, ਬਾਬਾ ਕਾਲਾ ਸਾਹਿਬ ਜਾ ਵੜੇ। ਬਾਬਾ ਕਾਲਾ ਸਾਹਿਬ ਜਾ ਕੇ ਤੇ ਉੱਥੇ ਦਰਸ਼ਨ ਮੇਲੇ ਕੀਤੇ, ਮੱਥਾ ਟੇਕਿਆ, ਕਿਉਂਕਿ ਆਪਣਾ ਰੋਜ਼ ਦਾ ਗੇੜਾ ਇੱਕ ਹੁੰਦਾ ਹੀ, ਤੇ ਜਿਹੜਾ ਉੱਥੇ ਦਾ ਵਿਊ ਸੀ, ਜਿਹੜਾ ਉੱਥੇ ਦਾ ਸਥਾਨ ਸੀ, ਉਹ ਆਪਣੀਆਂ ਅੱਖਾਂ ਦੇ ਵਿੱਚ ਵਸਿਆ ਸੀ, ਤੇ ਉੱਥੇ ਜਾ ਕੇ ਤੇ ਆਪਾਂ ਦਰਸ਼ਨ ਮੇਲੇ ਕੀਤੇ, ਅਰਦਾਸ ਬੇਨਤੀ ਕੀਤੀ ਵੀ ਬਾਬਾ ਜਾਂ ਤੇ ਇੱਥੋਂ ਕੱਢ ਦੀ, ਤੇ ਜਾਂ ਮੌਤ ਇੰਨੀ ਔਖੀ ਨਾ ਹੋਵੇ ਨਾ ਵੀ ਜਿਹੜੀ
ਮੈਨੂੰ ਮਤਲਬ ਵੀ ਕੋਈ ਜਾਨਵਰਾਂ ਨੂੰ ਖਾਣਾ ਪੈ ਜੇ ਜਾਂ ਮੈਂ ਤੜਫ ਕੇ ਮਰਾਂ, ਵੀ ਇਦਾਂ ਦੀ ਮੌਤ ਨਾ ਹੋਵੇ, ਈਜ਼ੀ ਹੋ ਜੇ। ਮੈਂ ਆਪਣੇ ਰੱਬ ਨੂੰ ਜਾਨ ਦੇਣੀ ਆ, ਆਪਣੇ ਹਾਜ਼ਰ ਨਾਜ਼ਰ। ਮੈਂ ਕਹਿੰਦਾ ਮੇਰੇ ਨਾਲ ਦੇ ਬੰਦੇ ਵੀ ਕਿਤੇ ਮੈਂ ਤੁਹਾਨੂੰ ਕਿਤੇ ਮਿਲਾ ਦੂੰਗਾ, ਸ਼ਾਇਦ ਕਿਤੇ ਲਾਈਵ ਦੇ ਉੱਤੇ ਮੈਂ ਲੈ ਆਵਾਂ। ਇਹ ਗੱਲ ਜਾਂ ਮੈਂ ਸਮਝ ਸਕਦਾ ਜਾਂ ਪਰਮਾਤਮਾ ਸਮਝ ਸਕਦਾ ਵੀ ਉਹ ਜਿਹੜਾ ਅੱਗੇ ਦਾ ਪੈਂਡਾ ਸੀ ਉਹਦੇ ਵਿੱਚ ਅਸੀਂ 7 ਕਿਲੋਮੀਟਰ ਅਸੀਂ ਗੱਡੀ ਦੇ ਵਿੱਚ ਪੈਂਡਾ ਕੀਤਾ। ਅੱਗੇ ਜਾ ਕੇ ਜਿਹੜਾ ਪੈਂਡਾ ਹੈਗਾ ਸੀ ਉਹ ਮੈਂ ਬੰਦਿਆਂ ਦੇ ਵਿਚਕਾਰ ਮੈਂ ਤੁਰਿਆ ਗਿਆ। ਮੈਨੂੰ ਉਹਨਾਂ ਚਿਰ ਇਹ ਨਹੀਂ ਪਤਾ ਹੈਗਾ ਵੀ ਮੈਂ ਆਪ ਤੁਰਨ ਡਿਆ ਵਾਂ ਜਾਂ ਕੋਈ ਚੀਜ਼ ਦੇ ਮੋਢਿਆਂ ਤੇ ਆ। ਮੈਂ ਉੱਥੋਂ ਜਦੋਂ ਅਸੀਂ ਹੌਂਡਰਸ ਦੇ ਬਾਰਡਰ ਤੇ ਪਹੁੰਚਦੇ ਆ 10 ਮੀਲ ਤੁਰ ਕੇ, ਤੇ ਗਾੜੀ 7 ਮੀਲ ਅਸੀਂ ਜਦੋਂ ਗੱਡੀ ਦੇ ਵਿੱਚ ਕੱਢਣ ਤੋਂ ਬਾਅਦ ਸਾਨੂੰ ਜਦੋਂ ਹੌਂਡਰਸ ਦੇ ਬਾਰਡਰ ਦੇ ਉੱਤੇ ਧੱਕੇ ਦੇ ਕੇ ਗੱਡੀਆਂ 'ਚ ਸੁੱਟ ਦਿੱਤਾ ਜਾਂਦਾ, ਉੱਥੇ ਸਾਨੂੰ ਇੱਕੋ ਗੱਲ ਕਹੀ ਜਾਂਦੀ ਕਿ ਜਿਹੜਾ ਬੰਦਾ ਇੱਥੋਂ ਭੱਜ ਕੇ ਦਰਿਆ ਤੱਕ ਚਲੇ ਗਿਆ, ਸਮੁੰਦਰੀ ਨਦੀ ਵਗਦੀ ਸੀ ਇੱਕ, ਵੀ ਜਿਹੜਾ ਉੱਥੇ ਉਸ ਨਦੀ ਦੇ ਵਿੱਚ ਵੜ ਗਿਆ ਉਹ ਬੰਦਾ ਬਚ ਜੂਗਾ, ਜਿਹੜਾ ਉਤੋਂ ਪਹਿਲਾਂ ਪੁਲਿਸ ਦੇ ਹੱਥ ਆ ਗਿਆ ਉਹਨੂੰ ਫਿਰ ਇਹਨਾਂ ਕੋਸਟਾ ਰੀਕਾ ਸੁੱਟ ਦੇਣਾ। ਉੱਥੇ ਕਈਆਂ ਬੰਦਿਆਂ ਨਾਲ ਹੁੰਦੀ ਸੀ, ਬੰਦੇ ਜਿਹੜੇ ਰਾਜ ਫੜੇ ਜਾਂਦੇ ਉਹਨਾਂ ਕੋਸਟਾ ਰੀਕਾ ਸੁੱਟ ਦਿੰਦੇ। ਫਿਰ ਉੱਥੋਂ ਬਾਅਦ ਜਦੋਂ ਮੈਂ ਭੱਜਦਾ ਵਾਂ, ਮੀਂਹ ਪੈ ਕੇ ਉੱਥੋਂ ਜਿਹੜੀ ਉੱਥੇ ਦੀ ਫੌਜ ਸੀ, ਉੱਥੇ ਦੀ ਹੈਗੀ ਸੀ ਜਿਹੜੀ ਸਿਕਿਉਰਿਟੀ ਫੋਰਸ ਹੁੰਦੀ, ਉਹਦੇ ਗੱਡੀਆਂ ਦੇ ਟਾਇਰਾਂ ਦੇ ਨਾਲ ਨਾ ਕਾਲੀ ਮਿੱਟੀ ਸੁੱਕ ਗਈ ਸੀ ਮੀਂਹ ਪੈਣ ਤੋਂ ਬਾਅਦ, ਤੇ ਉਹ ਤਲਵਾਰਾਂ ਵਰਗੀ ਹੋ ਗਈ। ਉਮਰ ਦੇ ਹਿਸਾਬ ਦੇ ਨਾਲ ਇੰਨਾ ਭੱਜਿਆ ਵੀ ਨਹੀਂ ਜਾਂਦਾ ਜਵਾਕਾਂ ਜਿੰਨਾ ਜਵਾਕ ਭੱਜ ਲੈਂਦੇ। ਚਲੋ ਸਰੀਰ ਤੇ ਹੌਲਾ ਹੋ ਗਿਆ ਸੀ, 18-19 ਕਿਲੋ weight ਘਟ ਗਿਆ ਸੀ। ਉੱਥੋਂ ਜਦੋਂ ਮੈਂ ਭੱਜਦਾ ਮੈਂ ਜਿੰਨੀ ਸਪੀਡ ਨਾਲ ਮੇਰਾ ਪੈਰ ਥੱਲੇ ਲੱਗਦਾ ਉਨੀ ਸਪੀਡ ਨਾਲ ਹੀ ਤਾਂ ਹੁੰਦਾ, ਕਿਉਂਕਿ ਥੱਲੇ ਪੈਰ ਟਿਕਦਾ ਹੀ ਨਹੀਂ, ਜ਼ਖਮ ਇੰਨੇ ਹੀ ਪੈਰਾਂ ਦੇ ਉੱਤੇ। ਉਹ ਜਿਹੜਾ ਸੀ ਉਹ ਮਤਲਬ ਵੀ ਹੁਣ ਲੱਗਦਾ ਸੀ ਇਦਾਂ ਵੀ ਜਿੱਦਾਂ ਅਸੀਂ ਵੀ ਥੱਲੇ ਲੱਗਾ ਤੇ ਪਤਾ ਨਹੀਂ ਇਹਨੇ ਵਿੱਚੋਂ ਲੰਘ ਕੇ ਜਾਣਾ ਪਾੜ ਕੇ। ਮੇਰੇ ਉੱਪਰਲੇ ਬੰਨੇ ਪੱਟਾਂ ਤੱਕ ਜਿਹੜੇ ਤੁਰ ਕੇ ਜ਼ਖਮ ਹੋ ਗਏ। ਜਦੋਂ ਮੈਂ ਜਾ ਕੇ ਦਰਿਆ ਦੇ ਵਿੱਚ, ਉੱਥੇ ਛੋਟੇ ਦਰਿਆ ਦੇ ਵਿੱਚ ਛਾਲ ਮਾਰਦਾ ਵਾਂ ਤਾਂ ਮੇਰੇ ਸਰੀਰ ਨੂੰ ਇਦਾਂ ਲੱਗਦਾ ਵੀ ਜਿੱਦਾਂ ਮੈਂ ਤੇਲ ਦੇ ਕੜਾਹੇ ਦੇ ਵਿੱਚ ਛਾਲ ਮਾਰ ਦਿੱਤੀ। ਉਹ ਤੇਲ ਦੇ ਕੜਾਹੇ ਦੇ ਵਿੱਚ ਛਾਲ ਮਾਰਨੀ ਕਿਉਂ ਲੱਗਦੀ? ਕਿਉਂਕਿ ਪਾਣੀ ਲੂਣ ਵਾਲਾ ਸੀ। ਉਹ ਲੂਣ ਵਾਲੇ ਪਾਣੀ ਦਾ ਕਰਕੇ ਉਹ ਸਾਰਾ ਜੋ ਜ਼ਖਮਾਂ ਤੇ ਚੜਿਆ, ਤੇ ਜ਼ਖਮ ਜਿੱਦਾਂ ਮਤਲਬ ਵੀ ਜਿੱਦਾਂ ਨਾ ਸੜ ਜਾਣਾ ਹੁੰਦਾ ਸਾਰਾ ਕੁਝ। ਚਲੋ ਮੈਂ ਉੱਥੋਂ ਔਖਾ ਸੌਖਾ, ਮੁੰਡੇ ਮੇਰੇ ਭਤੀਜਾ ਸੀ ਮੇਰੇ ਨਾਲ, ਉਹਨੇ ਮੇਰੀ ਬਾਂਹ ਫੜੀ ਤੇ ਬਾਂਹ ਫੜ ਕੇ ਮੈਨੂੰ ਨਾਲ, ਤੇ ਚਲੋ ਜੀ ਗਲ ਤੱਕ ਪਾਣੀ ਸੀ। ਅਸੀਂ ਤਰਨਾ ਤੁਰਨਾ ਜਾਣਦੇ ਰਹੇ, ਨਹਿਰਾਂ ਤੇ ਨਹਾਉਂਦੇ ਰਹੇ ਨਿੱਕੇ ਹੁੰਦੇ, ਤੇ ਨਿਕਲ ਕੇ ਅਗਲੇ ਬੰਨੇ ਚਲ ਗਏ। ਉੱਥੋਂ ਜਾ ਕੇ ਅਗਲੇ ਬੰਨੇ ਮੇਰੇ ਕੋਲੋਂ ਇੱਕ ਪੈਰ ਨਹੀਂ ਪੁੱਟ ਹੋਇਆ। ਮੈਨੂੰ ਇਦਾਂ ਲੱਗਾ ਵੀ ਜਿੱਦਾਂ ਕਿਸੇ ਨੇ ਮੈਨੂੰ ਮੋਢਿਆਂ ਦੇ ਉੱਤੋਂ ਸੁੱਟ ਦਿੱਤਾ ਹੁੰਦਾ, ਵੀ ਪਹਿਲਾਂ ਮੈਨੂੰ ਕੋਈ ਬੰਦਾ ਲਈ ਆਉਣ ਡਿਆ ਸੀ, ਹੁਣ ਮੈਨੂੰ ਉਹਨੇ ਮੋਢਿਆਂ ਤੇ ਸੁੱਟ ਦਿੱਤਾ। ਉੱਥੇ ਚਲੋ ਜਿੱਦਾਂ ਵੀ ਗਏ ਉਹ ਕਿਤੇ ਫੇਰ ਤੁਹਾਡੇ ਨਾਲ ਕਰਾਂਗੇ ਡਿਸਕਸ। ਪਰ ਅਸੀਂ ਜੇ ਪ੍ਰਮਾਤਮਾ ਤੇ ਯਕੀਨ ਕਰਦੇ, ਅਸੀਂ ਇਸ ਕਰਕੇ ਕਰਦੇ ਹਾਂ ਵੀ ਅਸੀਂ ਤੇ ਇਹ ਕੰਮ ਵੇਖੇ ਆ, ਮਤਲਬ ਵੀ ਸਰੀਰ ਦੇ ਹੰਡਾਏ ਹੋਣ ਨਾ, ਜਦੋਂ ਪ੍ਰਮਾਤਮਾ ਨੂੰ ਕੋਲ ਮਹਿਸੂਸ ਕੀਤਾ ਹੋਵੇ ਕਿਸੇ ਬੰਨੇ ਵੇਲੇ। ਪਤਾ ਨਹੀਂ ਹੁਣ ਸਾਨੂੰ ਕਿਉਂ ਇਦਾਂ ਦਾ ਮਹਿਸੂਸ ਹੋਇਆ, ਕਿੱਦਾਂ ਲੱਗਾ, ਪਰ ਸਿਰਫ ਇੱਕੋ ਗੱਲ ਆ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨਾ, ਸਾਨੂੰ ਕੁਝ ਮਹਿਸੂਸ ਕਰੋਗੇ ਨਾ ਤੁਸੀਂ, ਤੇ ਤੁਸੀਂ ਫੇਰ ਹੀ ਉਹਨੂੰ ਸਾਂਝਾ ਕਰ ਸਕਦੇ ਹੋ। ਕਿ ਨਾ ਹੀ ਮਹਿਸੂਸ ਕੀਤਾ ਵੀ ਪ੍ਰਮਾਤਮਾ ਹੈਗਾ, ਤੇ ਪ੍ਰਮਾਤਮਾ ਜਿਹੜਾ ਬੰਦਾ ਪ੍ਰਮਾਤਮਾ ਦੀ ਹੋਂਦ ਨੂੰ ਸਵੀਕਾਰਦਾ ਵਾ, ਪ੍ਰਮਾਤਮਾ ਉਹਦੀ ਮਦਦ ਕਰਦਾ। ਤੇ ਲਓ ਤੁਹਾਨੂੰ ਹੁਣ ਵਿਖਾਲ ਦਿੰਦੇ ਅਮਰੀਕਾ ਘੁਮਾ ਕੇ। ਆ ਬੱਬਿਓ, ਇਹ ਸ਼ਾਇਦ ਵੀਰਾਂ ਨੇ ਵੇਖ ਹੀ ਲੈਣਾ, ਸਮਝ ਹੀ ਲੈਣਾ ਵਾ ਵੀ ਕੌਣ ਕਿੱਥੇ ਦਾ ਵਾ, ਕਿੱਥੇ ਆ ਮੈਂ। ਉਹ ਉੱਪਰਲੇ ਬੰਨੇ ਬੋਰਡ ਪੜ੍ਹ ਹੀ ਲੈਣਾ ਵਾ। ਮੇਰੇ ਵੀਰ ਬਥੇਰੇ ਇੱਥੇ ਹੁੰਦੇ ਆ, ਉਹ ਲੱਗੇ ਆਪਣੇ 1-2 ਟਰੱਕ ਆਪਣੀਆਂ ਕੰਪਨੀਆਂ ਦੇ ਬੰਦਿਆਂ ਦੇ। ਆ ਵਾ ਇੱਥੋਂ ਲੋਡ ਚੱਕਣਾ ਬਾਬਿਓ ਫਿਰ ਵਾਪਸੀ ਨੂੰ। ਤੇ ਆਹ ਸਾਰੇ ਵੇਟਿੰਗ ਵਾਲੇ ਹੀ ਆਪਣੇ। ਆਹ ਇੱਕ ਬੁੱਢਾ ਵੀ ਬੈਠਾ ਇੱਧਰ ਆਪਣੇ ਨਾਲ, ਇੱਕ ਉਹ ਵੇਖ ਲਓ, ਉਹ ਬੀਬੀ ਜਾਂਦੀ ਆ, ਉਹਦੇ ਡਰਾਈਵਰ ਵਾ ਉਹ ਵੀ। ਤੇ ਸਾਡੀ ਤਾਂ ਬੀਬੀਆਂ ਜਿਹੜੀਆਂ, ਨਹੀਂ ਬਾਬੇ ਐਰੀਜ਼ੋਨਾ ਨੀਗਾ, ਮੈਂ ਨਵਾਡਾ ਵਾਂ। ਤੇ ਬਾਕੀ ਹੋ ਜਾਊਗਾ ਲੋਡ ਸ਼ਾਇਦ 2-2.5 ਘੰਟੇ ਤੱਕ, ਉਹਨਾਂ ਚਿਰ ਤੱਕ ਸੌਂਦੇ ਆ, ਰਾਤ ਨੂੰ ਨਹੀਂ ਤੇ ਚਲਾਵਾਂਗੇ। ਬਾਕੀ ਚੜ੍ਹਦੀ ਕਲਾ ਬਾਬਿਓ, ਸਭ ਠੀਕ ਠਾਕ ਆ। ਬਾਕੀ ਕਹਿੰਦੇ ਹੁੰਦੇ ਆ ਨਾ, ਜਦੋਂ ਸਾਰੀ ਫਿਲਮ ਜਿੱਦਾਂ ਦੀ ਮਰਜ਼ੀ ਹੋਵੇ, ਜੇ ਐਂਡ ਚੰਗਾ ਨਾ ਤੇ ਫਿਰ ਸਾਰਾ ਕੁਝ ਹੀ ਚੰਗਾ ਲੱਗਦਾ ਹੁੰਦਾ। ਫਿਰ ਸਿਨੇਮੇ ਦੇ ਵਿੱਚੋਂ ਵੀ ਆਪਾਂ ਖੁਸ਼ ਹੋ ਕੇ ਬਾਹਰ ਆਉਨੇ ਹਨਾ। ਸੋ ਆਪਣੇ ਨਾਲ ਰਸਤੇ ਦੇ ਵਿੱਚ ਜੋ ਮਰਜ਼ੀ ਰਿਹਾ, ਜਿੱਦਾਂ ਮਰਜ਼ੀ ਰਹੇ, ਦੁਖੀ ਰਹੇ, ਤੰਗ ਰਹੇ, ਜਿੱਦਾਂ ਮਰਜ਼ੀ ਰਹੇ, ਪਰ ਹੁਣ ਸਾਨੂੰ ਜਿਹੜਾ ਹੁਣ ਅਸੀਂ ਸੁੱਖ ਲੈਣ ਰਹੇ ਆ ਨਾ, ਤੇ ਉਹ ਆਪਾਂ ਮਤਲਬ ਵੀ ਉਹਦੇ ਨਾਲ ਸਾਨੂੰ ਉਹ ਜਿਹੜੀਆਂ ਸਾਡੀਆਂ ਪ੍ਰੋਬਲਮਾਂ, ਸਾਡੀਆਂ ਮੁਸ਼ਕਲਾਂ ਸੀ ਨਾ, ਉਹ ਜਿਹੜੀਆਂ ਸਾਨੂੰ ਭੁੱਲ ਗਈਆਂ। ਤੇ ਬਾਕੀ ਸਭ ਚੜ੍ਹਦੀ ਕਲਾ ਵਾ।
ਆਨੰਦ ਮੰਗਲ ਆ, ਤੁਸੀਂ ਵੀ ਚੜ੍ਹਦੀ ਕਲਾ 'ਚ ਰਹਿਣਾ। ਸਵੇਰੇ ਹੁਮ ਹੁਮਾ ਕੇ ਪਹੁੰਚੋ ਉੱਥੇ, ਕੋਈ ਇਦਾਂ ਦੀ ਗੱਲਬਾਤ ਨਹੀਂ ਹੈਗੀ ਕਿ ਜਿਹਦੇ ਨਾਲ ਇਹ ਲੱਗੇ ਕਿ ਅਸੀਂ ਮਤਲਬ ਵੀ ਉਹ ਰੈਲੀ ਦੇ ਵਿੱਚ ਜਾਵਾਂਗੇ ਕੋਈ ਨੁਕਸਾਨ ਹੋਊਗਾ। ਬਸ ਆਪਾਂ ਇੱਕ ਤਰੀਕੇ ਨਾਲ ਰਹਿਣਾ ਵਾ, ਪਿਆਰ ਸਤਿਕਾਰ ਨਾਲ ਰਹਿਣਾ ਸਾਰਿਆਂ ਨਾਲ, ਠੀਕ ਹੈ ਜੀ। ਚੜ੍ਹਦੀ ਕਲਾ, ਬਾਕੀ ਆਨੰਦ ਮੰਗਲ ਵਾ। ਤੇ ਹੋਰ ਜਿਹੜੀਆਂ ਗੱਲਾਂ ਪਤਾ ਤੁਹਾਨੂੰ ਦੱਸ ਦਿੱਤੀਆਂ ਵਾ ਵੀ ਵਿਰੋਧ ਇਹਨਾਂ ਦਾ ਇਹ ਕਰਕੇ ਨਹੀਂ ਹੈਗਾ ਕਿ ਵਿਰੋਧ ਅਸੀਂ ਤਦ ਕਰਦੇ ਹਾਂ ਵੀ ਖਰੇ ਇਹਨਾਂ ਨਾਲ ਕੋਈ ਸਾਨੂੰ ਪਰਸਨਲ ਰੰਜਿਸ਼ ਆ। ਪਰਸਨਲ ਰੰਜਿਸ਼ ਦਾ ਨਹੀਂ ਹੈਗਾ, ਕਿਉਂਕਿ ਸਾਨੂੰ ਕੁਝ ਦਿਖਦਾ ਨਹੀਂ, ਲੱਭਣ ਨਹੀਂ ਡਿਆ ਵੀ ਇਹ ਮਹਾ ਪੰਚਾਇਤਾਂ ਕਰਕੇ ਇਕੱਠ ਕਰਕੇ ਕੀ ਕਰ ਲਾਂਗੇ, ਠੀਕ ਹੈ ਜੀ। ਇਹ ਕੁੱਟ ਪੈਣੀ ਸ਼ੁਰੂ ਹੋ ਗਈ 3-4 ਦਿਨਾਂ ਤੱਕ, ਤੇ ਫਿਰ ਜੇ ਉਹਨਾਂ ਨੇ ਬੋਰਡ ਲਾਤੇ ਆ ਦਿੱਲੀ ਪੁਲਿਸ ਨੇ ਤੇ ਫਿਰ ਉਦਾਂ ਹੀ ਪੈਣੀ ਸ਼ੁਰੂ ਹੋ ਜਾਣੀ ਆ। ਫਿਰ ਜੇ ਉਹਨਾਂ ਬੰਦੇ ਮਾਰਨੇ ਹੋਏ ਤੇ ਫਿਰ ਉਦਾਂ ਉਹ ਮਾਰ ਦੇਣੇ ਆ। ਸੋ ਇਹਨਾਂ ਗੱਲਾਂ ਨੂੰ ਪਹਿਲਾਂ ਵੇਖ ਲਓ, ਆਪਾਂ ਫਿਰ ਬਾਕੀ ਬਾਅਦ 'ਚ ਗੱਲ ਕਰ ਲਾਂਗੇ, ਠੀਕ ਹੈ। ਚੜ੍ਹਦੀਆਂ ਕਲਾ, ਤੇ ਮਿਲਦੇ ਆ ਸਵੇਰੇ ਸਾਰਿਆਂ ਨੂੰ। ਮੈਂ ਰਾਤ ਟਰੱਕ ਚਲਾਉਂਦੇ ਹੋਣਾ, ਤੁਹਾਡੇ ਸਵੇਰੇ ਹੋਣੀ ਆ, ਤੇ ਆਪਾਂ ਅਪਡੇਟ ਰਹਿਣਾ ਹੀ ਆ ਨਾਲ ਨਾਲ। ਚੜ੍ਹਦੀ ਕਲਾ ਵਾ ਸਾਰੇ ਵੀਰੋ, ਆਨੰਦ ਮੰਗਲ 'ਚ ਆਨੰਦ ਮੰਗਲ 'ਚ ਤੁਸੀਂ ਰਹਿਣਾ। ਫਿਰ ਮਿਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਾਬਿਓ।